ਜ਼ਿਆਦਾ ਇੰਟਰੋਡਕਸ਼ਨ ਨਾ ਦੇ ਕੇ ਆਪਾਂ ਪੁਆਇੰਟਸ ਤੇ ਗੱਲ ਕਰੀਏ। ਗਰਾਊਂਡ ਰਿਐਲਿਟੀ ਜਿੱਦਾਂ ਆਪਾਂ ਨਿਊਜ਼ ਵਗੈਰਾ ਤੇ ਦੇਖਦੇ ਹਾਂ ਤੇ ਔਨ ਦਾ ਸਪੌਟ ਜੋ ਸਾਨੂੰ ਫੇਸ ਕਰਨਾ ਪੈਂਦਾ ਇਟਸ ਟੋਟਲੀ ਡਿਫਰੈਂਟ। ਕਾਫੀ ਚੀਜ਼ਾਂ ਇਹੋ ਜਿਹੀ ਵੀ ਹੈਗੀਆਂ ਜਿਹੜੀਆਂ ਮੈਸਅਪ ਕੀਤੀਆਂ ਹੋਈਆਂ ਨੇ ਤੇ ਕਾਫੀ ਚੀਜ਼ਾਂ ਇਹੋ ਜਿਹੀ ਵੀ ਹੈਗੀਆਂ ਜਿਹੜੀਆਂ ਸਾਹਮਣੇ ਨਹੀਂ ਆਉਂਦੀਆਂ। ਸੋ ਰਿਐਲਿਟੀ ਨੂੰ ਫੇਸ ਕਰਨਾ ਇੱਕ ਅਲੱਗ ਚੀਜ਼ ਹੈ ਤੇ ਪਿੱਛੇ ਬੈਠ ਕੇ ਦੇਖਣਾ ਇੱਕ ਅਲੱਗ ਚੀਜ਼ ਹੋ ਜਾਂਦੀ ਹੈ। ਇਹ ਦੋਨੋਂ ਚੀਜ਼ਾਂ ਅੱਡ-ਅੱਡ ਨੇ। ਸੋ ਭਾਈ ਸਾਹਿਬ ਹੋਰਾਂ ਨਾਲ ਜਦ ਮੇਰੀ ਗੱਲ ਹੋਈ ਸੀ ਤਾਂ ਉਹ ਕਹਿ ਰਹੇ ਸੀਗੇ ਕਿ ਐਕਚੁਅਲ 'ਚ ਇੱਥੇ ਦੀ ਨੀਡ ਕੀ ਹੈ ਤੇ ਤੁਸੀਂ ਕਿੱਦਾਂ ਸੋਚਦੇ ਹੋ ਕਿ ਇਸ ਚੀਜ਼ ਨੂੰ ਅੱਗੇ ਕਿੱਦਾਂ ਲੌਂਗ ਟਰਮ ਤੇ ਲੈ ਜਾਓਗੇ। ਐਕਚੁਅਲ ਨੀਡ ਦੇਖੋ ਐਟ ਦਾ ਮੋਮੈਂਟ ਤਾਂ ਸਭ ਨੂੰ ਪਤਾ ਹੀ ਹੈ ਕਿ ਆਕਸੀਜਨ ਦਾ ਮੈਟਰ ਲੈ ਕੇ ਕਾਫੀ ਵਾਇਰਲ ਹੋਏ ਹੈ ਕਿ ਇਹ ਚੀਜ਼ਾਂ ਬੜੀ ਮਤਲਬ ਗਰਾਊਂਡ ਵਿੱਚ ਬਹੁਤ ਜ਼ਿਆਦਾ ਸ਼ਾਰਟੇਜ ਚੱਲ ਰਹੀ ਹੈ ਜਾਂ ਲੋਕੀ ਏਸੀ ਕਰਕੇ ਹੀ ਉੱਥੇ ਪਰੇਸ਼ਾਨ ਹੋ ਕੇ ਮਤਲਬ ਕੁਛ ਪੈਨਿਕ ਹੋ ਕੇ ਕੰਸਲਟੇਸ਼ਨ ਨਾ ਮਿਲਣ ਕਾਰਨ ਆਕਸੀਜਨ ਨਾ ਮਿਲਣ ਕਾਰਨ ਆਪਣੇ ਪਰਿਵਾਰ ਦੇ ਮੈਂਬਰਸ ਨੂੰ ਖੋ ਰਹੇ ਨੇ। ਸੋ ਖਾਲਸਾ ਏਡ ਤੋਂ ਉਪਰਾਲਾ ਇਹ ਸੀਗਾ ਜਿਹੜਾ ਕੰਸਨਟ੍ਰੇਟਰ ਆਪਣਾ ਅਸੀਂ ਲਾਂਚ ਕਰਕੇ ਜਾਂ ਕਹਿ ਲਓ ਪ੍ਰੋਕਿਓਰ ਕਰਕੇ ਕੋਸ਼ਿਸ਼ ਕੀਤੀ, ਇੱਕ ਸ਼ੁਰੂਆਤ ਕੀਤੀ ਇਸ ਚੀਜ਼ ਨੂੰ ਕਿ ਸ਼ਾਰਟੇਜ ਥੋੜੀ ਘੱਟ ਸਕੇ। ਸ਼ੁਰੂਆਤ ਵਿੱਚ ਅਸੀਂ ਨੰਬਰਸ ਆਫ ਕੁਆਂਟਿਟੀ ਅਗਰ ਕੀ ਤਾਂ ਥੋੜੀ ਛੋਟੀ ਸੀ ਕਿਉਂਕਿ ਇਤਨੀ ਈਜ਼ੀ ਸੀ, ਈਜ਼ੀਲੀ ਇਹ ਪ੍ਰੋਕਿਓਰ ਨਹੀਂ ਹੋ ਰਹੀ ਸੀ। ਬਟ ਹੁਣ ਜਾ ਕੇ ਥੋੜਾ ਬਹੁਤ ਨਾ ਅਸੀਂ ਪਾਈਪਲਾਈਨ ਵਿੱਚ ਆ ਗਏ ਹਾਂ ਇਸ ਚੀਜ਼ ਤੇ ਤਾਂ ਕਿ ਅਸੀਂ ਮੈਕਸਿਮਮ ਲੋਕਾਂ ਤੱਕ ਉਹ ਆਪਣੀ ਰੀਚ ਕਰ ਸਕਦੇ ਹਾਂ। ਸੋ ਆਪਣੀ ਕੋਸ਼ਿਸ਼ ਤਾਂ ਇਹੀ ਹੈ ਕਿ ਆਪਾਂ ਮੈਕਸ ਟੂ ਮੈਕਸ ਲੋਕਾਂ ਤੱਕ ਪਹੁੰਚ ਸਕੀਏ ਬਟ ਫਿਰ ਵੀ ਵਾਈਡਲੀ ਅਗਰ ਦੇਖਿਆ ਜਾਏ ਬਹੁਤ ਵੱਡੀ ਪ੍ਰੋਬਲਮ ਹੈ। ਸਰਕਾਰਾਂ ਤੱਕ ਫੇਲ ਨੇ ਇਸ ਚੀਜ਼ਾਂ ਦੇ ਤੇ ਇੱਕ ਨਾਰਮਲ ਆਰਗੇਨਾਈਜੇਸ਼ਨ ਤੱਕ ਕਿੱਥੋਂ ਤੱਕ ਪਹੁੰਚ ਪਾਏਗੀ। ਇਹ ਇੱਕ ਵੱਡਾ ਚੈਲੰਜ ਹੈ ਆਪਣੇ ਲਈ ਵੀ ਤੇ ਹਰ ਇੱਕ ਆਰਗੇਨਾਈਜੇਸ਼ਨ ਲਈ ਜਿਹੜੇ ਵਰਕ ਕਰ ਰਹੀ ਨੇ ਗਰਾਊਂਡ ਤੇ ਸਭ ਲਈ ਇੱਕ ਚੈਲੰਜ ਹੈ। ਸੋ ਇਸ ਚੀਜ਼ ਨੂੰ ਕਵਰ ਅਪ ਕਰਨ ਲਈ ਥੋੜਾ ਟਾਈਮ ਤਾਂ ਲੱਗੂਗਾ। ਇਹ ਸਭ ਨੂੰ ਪਤਾ ਹੀ ਹੈ ਇਸ ਚੀਜ਼ ਦੀ ਰਿਐਲਿਟੀ ਸਭ ਨੌਲੇਜ ਇਸ ਬਾਰੇ ਵਿੱਚ। ਥਿੰਗ ਇਜ਼ ਦੈਟ ਕਿ ਚਲੋ ਹੁਣ ਦਾ ਟਾਈਮ ਜਿਹੜਾ ਆ ਰਿਹਾ ਹੈ 15-20 ਦਿਨ ਮਹੀਨੇ ਤੱਕ ਥੋੜਾ ਇਸ ਚੀਜ਼ ਤੋਂ ਅਸੀਂ ਬਾਹਰ ਆ ਸਕਦੇ ਹਾਂ। ਬਟ ਮੇਨ ਪ੍ਰੋਬਲਮ ਇਜ਼ ਦੈਟ ਕਿ ਜਿਹੜੇ ਪਰਿਵਾਰਾਂ ਨੂੰ ਇਸ ਚੀਜ਼ ਦੀ ਪ੍ਰੋਬਲਮ ਹੋਈ ਹੈ, ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਖੋ ਗਏ ਨੇ, ਜਿਨ੍ਹਾਂ ਦੇ ਬਜ਼ੁਰਗ ਖੋ ਗਏ ਨੇ ਜਾਂ ਜਿਨ੍ਹਾਂ ਦੇ ਅਰਨਿੰਗ ਮੈਂਬਰਸ ਖੋ ਚੁੱਕੇ ਨੇ ਇਸ ਨੂੰ ਲੈ ਕੇ, ਉਹਨਾਂ ਨਾਲ ਇਹ ਚੀਜ਼ ਬੜੀ ਲੌਂਗ ਟਰਮ ਤੱਕ ਲਾਈਫ ਵਿੱਚ ਅੱਗੇ ਤੱਕ ਜਾਏਗੀ। ਸੋ ਉਸ ਚੀਜ਼ ਨੂੰ ਆਪਣਾ ਕਿਸ ਕੈਟੇਗਰੀ 'ਚ ਦੇਖਦੇ ਹਾਂ, ਕਿਸ ਤਰੀਕੇ ਉਸ ਚੀਜ਼ ਨੂੰ ਹੈਂਡਲ ਕਰਦੇ ਹਾਂ, ਕਿਸ ਤਰੀਕੇ ਉਹਨਾਂ ਪਰਿਵਾਰਾਂ ਨੂੰ ਅਸੀਂ ਮਦਦ ਕਰ ਸਕਦੇ ਹਾਂ, ਇਹ ਚੀਜ਼ ਤੇ ਫੋਕਸ ਜ਼ਿਆਦਾ ਹੋਣਾ ਚਾਹੀਦਾ ਹੈ। ਕਿਉਂਕਿ ਸ਼ੁਰੂਆਤੀ ਤਾਂ ਜੋਸ਼-ਜੋਸ਼ ਵਿੱਚ ਸਾਰੇ ਲੋਕ ਗਰਾਊਂਡ ਤੇ ਆ ਕੇ ਸੇਵਾ ਕਰ ਰਹੇ ਨੇ। ਬਟ ਇੱਕ ਵਾਰ ਇਸ ਚੀਜ਼ ਨੂੰ ਥੋੜਾ ਰਿਲੀਫ ਮਿਲਣ ਤੋਂ ਬਾਅਦ ਉਹਨਾਂ ਪਰਿਵਾਰਾਂ ਦਾ ਕੀ ਹੋਏਗਾ? ਉਹ ਚੀਜ਼ ਸਾਨੂੰ ਥੋੜੀ ਬਹੁਤ ਸ਼ਾਰਟ ਲਿਸਟ ਕਰਕੇ ਆਈ ਥਿੰਕ ਮੇਰੀ ਸੋਚਣੀ ਇਹ ਹੈ ਕਿ ਆਪਾਂ ਨੂੰ ਦੇਖਣਾ ਚਾਹੀਦਾ ਹੈ ਜਾਂ ਕਿਸੇ ਅਰਨਿੰਗ ਵਾਸਤੇ ਜਾਂ ਕੋਈ ਬੱਚਿਆਂ ਦੀ ਐਜੂਕੇਸ਼ਨ ਹੈ ਜਾਂ ਬੱਚਿਆਂ ਦੀ ਅਡੋਪਸ਼ਨ ਹੈ, ਇਹਨਾਂ ਚੀਜ਼ਾਂ ਨੂੰ ਲੈ ਕੇ ਵਰਕ ਕਰਨਾ ਚਾਹੀਦਾ ਹੈ। ਜਿਹੜੇ ਆਪਣੇ ਬਾਹਰ ਦੇ ਲੋਕੀ ਬੈਠੇ ਨੇ, ਪੰਜਾਬੀ ਕਮਿਊਨਿਟੀ ਜਿਹੜੀ ਬੈਠੀ ਹੈ, ਉਹਨਾਂ ਨੂੰ ਇਸ ਚੀਜ਼ ਬਾਰੇ ਵੀ ਸੋਚਣਾ ਚਾਹੀਦਾ ਹੈ, ਫੋਕਸ ਕਰਨਾ ਚਾਹੀਦਾ ਹੈ। ਕਿਸੇ ਵੀ ਆਰਗੇਨਾਈਜੇਸ਼ਨ ਦੇ ਥਰੂ ਜਾਂ ਇੰਡੀਵਿਜੂਅਲ ਦੇ ਥਰੂ ਜਿਨ੍ਹਾਂ ਦੇ ਨੋਨ ਨੇ, ਆਪਾਂ ਨੂੰ ਫੈਮਿਲੀਜ਼ ਨੂੰ ਅਡੋਪਟ ਕਰਕੇ ਇਹਨਾਂ ਚੀਜ਼ਾਂ ਬਾਰੇ ਵਰਕ ਕਰਨਾ ਚਾਹੀਦਾ ਹੈ ਕਿ ਬਈ ਅੱਗੇ ਜਾ ਕੇ ਫਿਊਚਰ ਵਿੱਚ ਜਾ ਕੇ ਉਹਨਾਂ ਨੂੰ ਇਸ ਚੀਜ਼ ਦੀ ਪ੍ਰੋਬਲਮ ਨਾ ਆਏ। ਸੋ ਮੇਰੀ ਸੋਚਣੀ ਇਹ ਹੈ ਕਿ ਬਾਕੀ ਸਾਰੇ ਲੋਕ ਆਪਣੇ ਸੁਜੈਸ਼ਨਸ ਦੇਣਗੇ ਤੇ ਇਸ ਚੀਜ਼ ਤੇ ਤੁਸੀਂ ਆਪਾਂ ਲੋਕ ਮਿਲ ਕੇ ਵਰਕ ਕਰ ਸਕਦੇ ਹਾਂ। ਥੈਂਕ ਯੂ ਕੁਲਬੀਰ ਸਿੰਘ ਜੀ। ਬਿਲਕੁਲ ਤੁਸੀਂ ਜਿਹੜੀ ਗੱਲ ਕਹੀ ਕਿ ਨੋਨਸ ਦਾ ਤਾਂ ਸਭ ਨੂੰ ਪਤਾ, ਅਨਨੋਨਸ ਬਾਰੇ ਨਹੀਂ ਪਤਾ ਹਜੇ ਤੇ ਤੁਸੀਂ ਉਹਨਾਂ ਬਾਰੇ ਕੰਮ ਕਰ ਰਹੇ ਹੋ। ਬਿਲਕੁਲ ਜੀ, ਦੇਖੋ ਇੱਕ ਨਾਰਮਲ ਚੀਜ਼ ਨਹੀਂ ਹੈਗੀ ਇਹ ਵੀ ਇਸ ਨੂੰ ਟਰੇਸ ਕਰਨਾ, ਇਹਨੂੰ ਇੱਕ ਪਾਈਪਲਾਈਨ ਵਿੱਚ ਲਿਆਉਣਾ ਵੀ ਇੱਕ ਵੱਡਾ ਚੈਲੰਜ ਹੀ ਹੋਏਗਾ। ਬਟ ਸਾਡੇ ਕੋਲ ਫਿਲਹਾਲ ਤੱਕ ਤਾਂ ਮਤਲਬ ਆਪਾਂ ਇਹ ਕਹਿ ਦਈਏ ਕਿ ਕੁਛ ਇੱਕ ਫੈਮਿਲੀਜ਼ ਹੈਗੀ ਜਿਹੜੀ ਆਪਾਂ ਨੂੰ ਪਤਾ ਹੈ, ਜਿਨ੍ਹਾਂ ਬਾਰੇ ਨੌਲੇਜ ਹੈ ਆਪਣੇ ਨੂੰ, ਬਟ ਮੈਕਸਿਮਮ ਲੋਕਾਂ ਬਾਰੇ ਨੌਲੇਜ ਨਹੀਂ ਹੋਏਗੀ ਆਪਣੇ ਨੂੰ। ਉਹਦਾ ਡਾਟਾ ਟਰੇਸ ਕਰਨਾ, ਉਹਨਾਂ ਨੂੰ ਲੱਭਣਾ, ਇਹ ਵੀ ਇੱਕ ਵੱਡਾ ਆਪਣੇ ਆਪ ਵਿੱਚ ਚੈਲੰਜ ਹੋਏਗਾ ਗਰਾਊਂਡ ਤੇ ਵਰਕ ਕਰਨ ਵਾਸਤੇ। ਬਟ ਲੈਟਸ ਸੀ ਅਗਰ ਅਸੀਂ ਇੱਕ ਕੰਬਾਈਨਡ ਉਹ ਕਰਦੇ ਹਾਂ, ਇਨੀਸ਼ੀਏਟ ਲੈਂਦੇ ਹਾਂ ਇਹਨਾਂ ਚੀਜ਼ਾਂ ਤੇ ਸਾਰੇ ਮਿਲ ਕੇ ਇੱਕ ਟੀਮ ਵਰਕ ਵਾਂਗੂ ਕੰਮ ਕਰਕੇ ਇਹਨਾਂ ਚੀਜ਼ਾਂ ਨੂੰ ਪਾਈਪਲਾਈਨ ਤੇ ਲਿਜਾ ਸਕਦੇ ਹਾਂ। ਸੋ ਇਹ ਸਾਡੇ ਲਈ ਬਹੁਤ ਇੱਕ ਵੱਡੀ ਚੀਜ਼ ਹੋਏਗੀ। ਜਾਂ ਇਹ ਲੈ ਲਓ ਆਪਣੀ ਕਮਿਊਨਿਟੀ ਲੈ ਲਓ ਜਾਂ ਹਿਊਮੈਨਿਟੀ ਲਈ ਵੀ ਲੈ ਲਓ ਤੁਸੀਂ। ਜ਼ਰੂਰੀ ਨਹੀਂ ਆਪਾਂ ਪੰਜਾਬੀਆਂ ਨੂੰ ਟਾਰਗੇਟ ਕਰਨਾ ਜਾਂ ਸਿੱਖਾਂ ਨੂੰ ਟਾਰਗੇਟ ਕਰਨਾ। ਚਲੋ
ਆਪਣਾ ਇੱਕ ਸੋਚਣੀ ਜ਼ਰੂਰ ਹੋਏਗੀ ਕਿ ਆਪਾਂ ਪ੍ਰਾਇਓਰਿਟੀ ਇਹਨਾਂ ਨੂੰ ਦਈਏ। ਬਟ ਓਵਰਆਲ ਵੀ ਅਗਰ ਆਪਾਂ ਦੇਖੀਏ ਤਾਂ ਕਾਫ਼ੀ ਇਹੋ ਜਿਹੇ ਪਰਿਵਾਰ ਹੈਗੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਨਾਲ ਸੱਟ ਵੱਜੀ ਹੈ, ਜਿਨ੍ਹਾਂ ਦੇ ਪਰਿਵਾਰ ਖੇਰੂ-ਖੇਰੂ ਹੋ ਗਏ ਨੇ। ਸੋ ਉਹਨਾਂ ਬਾਰੇ ਆਪਣੇ ਨੂੰ ਸੋਚਣਾ ਚਾਹੀਦਾ ਹੈ, ਕਿਉਂਕਿ ਸਾਡਾ ਸਿਧਾਂਤ ਤੇ ਸਾਡੀ ਜਿਹੜੀ ਬੇਸ ਹੈਗੀ, ਉਹ ਇਸੀ ਕਰਕੇ ਹੀ ਹੈਗੀ ਕਿ ਆਪਾਂ ਨੂੰ ਇਹਨਾਂ ਚੀਜ਼ਾਂ ਬਾਰੇ ਫੋਕਸ ਕਰਨਾ ਚਾਹੀਦਾ ਹੈ। ਸੋ ਕੁਲਬੀਰ ਸਿੰਘ ਜੀ, ਜੇ ਕਿਸੇ ਨੇ ਇੱਕ ਚੀਜ਼ ਰਾਈਟ ਨਾਓ ਜਿਹੜੀ ਕਿ ਬਹੁਤ ਜ਼ਿਆਦਾ ਉੱਥੇ ਜ਼ਰੂਰਤ ਹੈ, ਉਹ ਤੁਸੀਂ ਕਿਸ ਚੀਜ਼ ਨੂੰ ਕਹੋਗੇ ਵੀ ਬਹੁਤ ਲੋੜ ਹੈ ਇਸ ਟਾਈਮ ਰਾਈਟ ਨਾਓ ਉੱਥੇ, ਜਿਹੜੇ ਲੋਕਾਂ ਨੇ ਜੇ ਸਪੋਰਟ ਕਰਨੀ ਹੈ ਜਾਂ ਭੇਜਣਾ ਹੈ ਜਾਂ ਜਿਵੇਂ ਵੀ? ਦੇਖੋ, ਏਡ ਦੇ ਹਿਸਾਬ ਨਾਲ ਤਾਂ ਮੇਨ ਇਸ ਟਾਈਮ ਮੈਡੀਕਲ ਇਕਵਿਪਮੈਂਟਸ ਹੋ ਗਏ ਤੇ ਮੈਡੀਕਲ ਦੀ ਜਿਹੜਾ ਕੰਸਨਟ੍ਰੇਟਰ ਵੀ ਆਪਾਂ ਜਿਹੜੇ ਕਹਿ ਰਹੇ ਆ, ਇਹ ਵੀ ਹੁਣ ਨਾ ਪ੍ਰੋਕਿਊਰ ਹੋਣੇ ਸ਼ੁਰੂ ਹੋ ਗਏ ਨੇ। ਓਕੇ। ਮਤਲਬ ਵਿਦਿਨ ਅਗਰ ਤੁਸੀਂ ਸੋਚੋ ਨਾ 8-10 ਦਿਨ ਦੇ ਅੰਦਰ ਕਾਫੀ ਗਰਾਊਂਡ ਤੇ ਨਾ ਇਸ ਚੀਜ਼ ਦਾ ਸਟਾਕ ਆ ਜਾਏਗਾ। ਸੋ ਇਹ ਚੀਜ਼ ਵੀ ਆਪਾਂ ਹੁਣ ਨਹੀਂ ਕਹਿ ਸਕਦੇ ਕਿ ਹੁਣ ਆਪਾਂ ਇਸ ਤੋਂ ਪਲਾਨ ਕਰੀਏ ਤੇ ਅੱਗੇ ਇਸ ਤੇ ਵਧੀਏ। ਸਾਡਾ ਫੋਕਸ ਹੁਣ ਅੱਗੇ ਤੇ ਹੋਣਾ ਚਾਹੀਦਾ ਕਿ ਨੈਕਸਟ ਲੈਵਲ ਕੀ ਹੈ ਇਸ ਚੀਜ਼ ਦਾ, ਹੈ ਨਾ। ਆਕਸੀਜਨ ਦੀ ਜਿਹੜੀ ਰੀਫਿਲਿੰਗ ਦੀ ਜਿਹੜੀ ਪ੍ਰੋਬਲਮ ਆ ਰਹੀ ਸੀ, ਉਹ ਵੀ ਹੁਣ ਧੀਰੇ-ਧੀਰੇ ਕਰਕੇ ਮਤਲਬ ਗਰਾਊਂਡ ਤੇ ਸੌਰਟ ਹੋਣੀ ਸ਼ੁਰੂ ਹੋਏਗੀ। ਇਟਸ ਨੋਟ ਮਤਲਬ ਲਾਈਕ ਕਿ 100% ਕਲੀਅਰ ਹੈ, ਬਟ 20-25% ਤੋਂ ਸਟਾਰਟਿੰਗ ਹੋ ਗਈ ਹੈ ਕਿ ਫਿਲਿੰਗ ਵੱਧ ਰਹੀ ਹੈ, ਮਤਲਬ ਡੇ ਬਾਈ ਡੇ ਥੋੜੀ ਚੇਂजेस ਆ ਰਹੇ ਨੇ। ਵਿਦਿਨ ਦੇ ਦਿੱਲੀ ਮੈਂ ਗੱਲ ਕਰ ਰਿਹਾ, ਕਿਉਂਕਿ ਆਪਾਂ ਦਿੱਲੀ ਤੇ ਹੀ ਇਸ ਟਾਈਮ ਜ਼ਿਆਦਾ ਵਰਕ ਕੀਤਾ ਹੋਇਆ ਹੈ, ਫੋਕਸ ਕੀਤਾ ਹੋਇਆ ਪਿਛਲੇ 10-12 ਦਿਨ ਤੋਂ, ਜੋ ਪ੍ਰੋਜੈਕਟਸ ਆਪਣੇ ਚੱਲ ਰਹੇ ਨੇ। ਤੇ ਔਨ ਪ੍ਰੋਸੈਸ ਇਹੀ ਚੀਜ਼ ਦੀ ਲੋੜ ਹੈ ਫਿਲਹਾਲ, ਅਗਲੇ 10-12 ਦਿਨ ਤੱਕ ਇਸ ਚੀਜ਼ ਤੋਂ ਅਸੀਂ ਪ੍ਰੋਕਿਊਰ, ਉਸ ਤੋਂ ਬਾਅਦ ਤਾਂ ਮੈਂ ਜੋ ਤੁਹਾਨੂੰ ਗੱਲ ਕੀਤੀ ਹੈ ਕਿ ਫੈਮਿਲੀਜ਼ ਦਾ ਬਣੇਗਾ, ਜਿੱਦਾਂ ਲੋਕਡਾਊਨ ਖੁੱਲੂਗਾ, ਹਰ ਕੋਈ ਆਪਣੇ ਰੁਝੇਵੇਂ 'ਚ ਲੱਗੂਗਾ। ਬਟ ਉਹਨਾਂ ਫੈਮਿਲੀਜ਼ ਦਾ ਤੇ ਉਹਨਾਂ ਅਰਨਿੰਗ ਬੰਦਿਆਂ ਦਾ ਕੀ ਹੋਏਗਾ ਜਿਨ੍ਹਾਂ ਨੇ ਆਪਣਾ ਸਭ ਕੁਝ ਖੋਤਾ, ਉਹਨਾਂ ਬਾਰੇ ਜ਼ਿਆਦਾਤਰ ਫੋਕਸ ਸਾਡਾ ਹੋਣਾ ਚਾਹੀਦਾ ਹੈ। ਤੇ ਹੁਣੇ ਤੋਂ ਅਗਰ ਆਪਾਂ ਉਸ ਚੀਜ਼ ਤੇ ਵਰਕ ਕਰਨਾ ਸ਼ੁਰੂ ਕਰਾਂਗੇ, ਅੱਗੇ ਜਾ ਕੇ 10-12, 15-20 ਦਿਨ ਜਾਂ ਮਹੀਨੇ ਦੇ ਅੰਦਰ ਸਾਡੇ ਕੋਲ ਇੱਕ ਡਾਟਾ ਹੋਏਗਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਕੋਲ ਇਹ ਚੀਜ਼ ਸਟੈਂਡ ਤੇ ਹੈ ਤੇ ਆਪਾਂ ਇਸ ਚੀਜ਼ ਤੇ ਵਰਕ ਕਰ ਸਕਦੇ ਹਾਂ ਜੀ। ਸ਼ੋਰ। ਥੈਂਕ ਯੂ ਕੁਲਬੀਰ ਸਿੰਘ ਜੀ। ਟਾਈਮ ਦੀ ਕਮੀ ਹੋਣ ਕਰਕੇ ਮੈਂ ਹੁਣ ਆਪਣੇ ਨੈਕਸਟ ਸਪੀਕਰ ਜਿਹੜੇ ਕਿ ਮਿਸ਼ਨ ਐਜੂਕੇਸ਼ਨ ਤੇ ਐਂਡ ਅਕਾਲ ਪੁਰਖ ਕੀ ਫੌਜ ਦੇ ਰੈਪਰੈਜ਼ੈਂਟੇਟਿਵ ਨੇ, ਉਹਨਾਂ ਨੂੰ ਪ੍ਰੈਜ਼ੈਂਟ ਕਰ ਰਹੀ ਹਾਂ। ਉਹਨਾਂ ਦਾ ਨਾਮ ਹੈ ਮੋਹਿੰਦਰ ਸਿੰਘ। ਇਸ ਆਰਗੇਨਾਈਜੇਸ਼ਨ ਦਾ ਮਿਸ਼ਨ ਹੈ ਸਰਵਿੰਗ ਹਿਊਮੈਨਿਟੀ ਐਂਡ ਐਜੂਕੇਸ਼ਨ। ਮੋਹਿੰਦਰ ਸਿੰਘ ਫਰਮ ਮਿਸ਼ਨ ਐਜੂਕੇਸ਼ਨ ਐਂਡ ਅਕਾਲ ਪੁਰਖ ਕੀ ਫੌਜ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲੇ ਸਾਰਿਆਂ ਦਾ ਕਿ ਤੁਸੀਂ ਇੰਨੀ ਦੂਰ ਬੈਠੇ, ਤੁਸੀਂ ਇੱਥੇ ਦੇ ਲੋਕ ਜਿਹੜੇ ਨੇ ਉਹਨਾਂ ਵਾਸਤੇ ਸਾਡੇ ਵਾਸਤੇ ਸੋਚ ਰਹੇ ਹੋ। ਰਣਜੀਤ ਵੀਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਔਰ ਹਾਲਾਤ ਜਿਹੜੇ ਹੈਗੇ ਨੇ, ਅਸੀਂ ਕਿਉਂਕਿ ਮੈਂ ਖੁਦ ਜੋ ਹੈ ਪਿਛਲੇ ਇੱਕ ਹਫ਼ਤੇ ਤੋਂ ਜਾਂ 10 ਦਿਨ ਤੋਂ ਜਿੰਨਾ ਵੀ ਟਾਈਮ ਹੋ ਗਿਆ, ਉਹਦੇ ਵਿੱਚ ਜੋ ਇਹਦੇ ਵਿਕਟਿਮ ਨੇ ਜਾਂ ਜੋ ਜਿਹਨਾਂ ਨੂੰ ਆਕਸੀਜਨ ਦੀ ਕਮੀ ਆ ਰਹੀ ਹੈ, ਉਹਨਾਂ ਦੇ ਵਿੱਚ ਵਿਚਰ ਰਹੇ ਹਾਂ, ਕੰਮ ਕਰ ਰਹੇ ਹਾਂ ਉਹਨਾਂ ਦੇ ਨਾਲ। ਤੇ ਜੋ ਗਰਾਊਂਡ ਰਿਐਲਿਟੀਜ਼ ਨੇ ਮੈਂ ਉਹਨਾਂ ਨੂੰ ਦੇਖ ਰਿਹਾ, ਵਾਚ ਰਿਹਾ। ਤੇ ਸਭ ਤੋਂ ਜ਼ਿਆਦਾ ਜਿਹੜੀ ਹੁਣੇ ਵੀਰ ਜੀ ਨੇ ਗੱਲ ਕੀਤੀ, ਉਹ ਬਿਲਕੁਲ ਉਹਨਾਂ ਦੇ ਨਾਲ ਮੈਂ ਵੀ ਸਹਿਮਤ ਹਾਂ। ਔਰ ਮੈਂ ਵੀ ਇਹੀ ਗੱਲ ਸੋਚ ਰਿਹਾ ਸੀ ਕਿ ਜਿਸ ਟਾਈਮ ਜੋ ਹਾਲਾਤ ਨੇ ਉਹ ਹੌਲੇ ਜਿਹੜਾ ਨਾ ਉਹ ਕਿਤੇ ਨਾ ਕਿਤੇ ਕੰਟਰੋਲ ਦੇ ਵਿੱਚ ਆ ਰਹੀ ਹੈ ਚੀਜ਼। ਕਨਸੈਂਟਰੇਟਰ ਜਿਹੜੇ ਨੇ ਉਹ ਕਾਫੀ ਗਿਣਤੀ ਦੇ ਵਿੱਚ ਆਣੇ ਸ਼ੁਰੂ ਹੋ ਗਏ ਆ। ਅਵੇਅਰਨੈਸ ਵੀ ਲੋਕ ਵੱਧ ਰਹੀ ਹੈ। ਔਰ ਜਿਹੜੇ ਬਹੁਤ ਜ਼ਿਆਦਾ ਕਮਜ਼ੋਰ ਸੀ ਉਹ ਇਸ ਦੁਨੀਆ ਤੋਂ ਜਾ ਚੁੱਕੇ ਵੀ ਨੇ। ਤੇ ਹੌਲੇ ਉਹ ਜਿਹੜੀ ਚੀਜ਼ਾਂ ਜਿਹੜੀਆਂ ਨਾ, ਆਕਸੀਜਨ ਦੀ ਵਾਲੀ ਚੀਜ਼ ਹੈ, ਉਹ ਸਿਲੰਡਰਸ ਵੀ ਜਿਹੜੇ ਭਰਨੇ ਸ਼ੁਰੂ ਹੋ ਗਏ ਆ। ਔਰ ਸਭ ਤੋਂ ਵੱਡਾ ਜਿਹੜਾ ਚੈਲੰਜ ਹੈ ਉਹ ਸਾਡੇ ਵਾਸਤੇ ਉਹ ਆਉਣ ਵਾਲਾ ਇਹੀ ਹੈ, ਜਿਹੜੀ ਹੁਣੇ ਪਹਿਲੇ ਗੱਲ ਕੀਤੀ ਕਿ ਜਿਹੜੇ ਇਹਦੇ ਬਾਕੀ ਬਚ ਗਏ ਨੇ ਘਰ ਦੇ, ਜਿਹੜੇ ਜਿਨ੍ਹਾਂ ਦੇ ਅਰਨਿੰਗਸ ਦੀਆਂ ਹੁਣ ਪ੍ਰੋਬਲਮਸ ਆ ਰਹੀਆਂ ਜਾਂ ਬੱਚਿਆਂ ਦੀਆਂ। ਸਭ ਤੋਂ ਵੱਡੀ ਜਿਹੜੀ ਚੀਜ਼ ਹੈ, ਮੈਨੂੰ ਇੱਕ ਚੀਜ਼ ਇਮੀਡੀਏਟ ਜਿਹੜੀ ਨਜ਼ਰ ਆ ਰਹੀ ਹੈ ਕਿ ਬੱਚੇ ਜਿਹੜੇ ਨੇ ਉਹ ਉਹਨਾਂ ਦੇ ਉੱਤੇ ਨਾ ਇੱਕ ਹੋਰ ਲੀਗਲ ਜਿਹੜੀ ਪ੍ਰੋਸੈਸ ਹੈ ਨਾ ਉਹਨਾਂ ਦਾ, ਬਈ ਉਹਨਾਂ ਦੇ ਜਿਹੜੇ ਪੇਰੈਂਟਸ ਨੇ, ਉਹਨਾਂ ਦੇ ਕੋਈ ਡਿਪੋਜ਼ਿਟਸ ਨੇ, ਕੋਈ ਐਫਡੀਜ਼ ਨੇ ਜਾਂ ਉਹਨਾਂ ਦੀ ਪ੍ਰਾਪਰਟੀਜ਼ ਹੈ, ਉਹਨਾਂ ਨੂੰ ਬੱਚਿਆਂ ਨੂੰ ਵੀ ਨਹੀਂ ਪਤਾ ਕਿ ਅਸੀਂ ਇਹਨੂੰ ਕਿਸ ਤਰ੍ਹਾਂ ਲੈਣਾ, ਇਹਨੂੰ ਕਿਸ ਤਰ੍ਹਾਂ ਕਰਨਾ, ਉਹ ਕਿਸ ਤਰ੍ਹਾਂ ਉਹਨਾਂ ਦੀ ਟ੍ਰਾਂਸਫਰ ਹੋਣੀ। ਇਹ ਲੀਗਲ ਚੈਲੰਜ ਵੀ ਉਹਨਾਂ ਵਾਸਤੇ ਬੜਾ ਵੱਡਾ ਆਉਣ ਵਾਲਾ ਹੈ। ਔਰ ਆਸ-ਪਾਸ ਦਾ ਸਾਨੂੰ ਪਤਾ ਹੈ ਕਿ ਰਿਸ਼ਤੇਦਾਰ ਜਾਂ ਹੋਰ ਅੜੋਸ ਪੜੋਸ ਇਸ ਚੀਜ਼ ਦਾ ਕਿਸ ਤਰ੍ਹਾਂ ਫਾਇਦਾ ਚੁੱਕਦੇ ਨੇ। ਤੇ ਉਹ ਇਹ ਵੀ ਇੱਕ ਬੜਾ ਮੇਜਰ ਪੁਆਇੰਟ ਮੈਨੂੰ ਨਜ਼ਰ ਆ ਰਿਹਾ ਕਿ ਉਹਨਾਂ ਬੱਚਿਆਂ ਵਾਸਤੇ ਅਸੀਂ ਕਿਸ ਤਰ੍ਹਾਂ ਕਰ ਸਕਦੇ, ਕਿਉਂਕਿ ਘਰ ਦੇ ਇੱਕ ਬੱਚਾ, ਛੋਟੇ ਬੱਚੇ ਜਿਨ੍ਹਾਂ ਨੂੰ ਪਤਾ ਹੀ ਨਹੀਂ, ਜਿਹੜੇ ਉਹ ਇਸ ਵਾਰ ਜਿਹੜੇ ਰਹਿ ਗਏ ਨੇ, ਬਾਕੀ ਬਚ ਗਏ ਨੇ। ਦੂਸਰੇ
ठीक है साडी कम्युनिटी जिहड़ी ना बहुत ही सेंसिटिव है, बहुत ही काम कर रही, लेकिन साडे ਇਹ ਚੀਜ਼ ਬਹੁਤ ਦੇਖਣੀ ਚਾਹੀਏ ਪਿਛਲੇ ਕਈ ਸਾਲਾਂ ਦੇ ਚੀਜ਼ ਅਸੀਂ ਜਿਹੜੇ ਅਸੀਂ ਦੇਖਦੇ ਹਾਂ ਕਿ ਜਦੋਂ ਇਹ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਉਹਦੇ ਚ ਅਸੀਂ ਬਹੁਤ ਡੋਨੇਟ ਕਰਦੇ ਹਾਂ, ਬਹੁਤ ਵੱਧ ਚੜ ਕੇ ਸੇਵਾ ਵੀ ਕਰਦੇ ਹਾਂ, ਸਭ ਕੁਝ ਕਰਦੇ ਹਾਂ, ਲੇਕਿਨ ਜਿਹੜੀਆਂ ਉਹਨਾਂ ਨੂੰ ਰੀਹੈਬਿਲਿਟੇਸ਼ਨ ਦਾ ਜਿਹੜਾ ਕੰਮ ਹੈ ਨਾ ਉਹ ਸਾਡੇ ਵਿੱਚ ਬਹੁਤ ਵੀਕ ਹੈ। ਉਹ ਲੌਂਗ ਟਰਮ ਦਾ ਇੱਕ ਪਲੈਨਿੰਗ ਹੁੰਦੀ ਹੈ, ਉਹ ਸਾਡੇ ਕੋਲੋਂ ਨਹੀਂ ਹੋ ਪਾਉਂਦੀ। ਅਸੀਂ ਦੇਖ ਚੁੱਕੇ 84 ਦੇ ਵਿੱਚ ਜੋ ਵਿਕਟਿਮ ਨੇ ਉਹਨਾਂ ਵਾਸਤੇ ਅਸੀਂ ਉਹ ਕੰਮ ਨਹੀਂ ਕਰ ਪਾਏ ਜੋ ਰੀਹੈਬਿਲਿਟੇਸ਼ਨ ਦਾ ਹੋਣਾ ਚਾਹੀਦਾ ਸੀ। ਅਗਰ ਕਿਤੇ ਕੀਤਾ ਵੀ ਹੈ ਤੇ ਉਹਨਾਂ ਨੂੰ ਅਸੀਂ ਪੈਸੇ ਪਕੜਾ ਦਿੱਤੇ, ਉਹ ਪੈਸੇ ਦੇ ਦਿੱਤੇ, ਤੇ ਪੈਸੇ ਦੇਣ ਦੇ ਨਾਲ ਉਹਨਾਂ ਦੇ ਸਗੋਂ ਕੀ ਜਿਹੜੀ ਉਹਨਾਂ ਦੇ ਅਸੀਂ ਨੁਕਸਾਨ ਕੀਤਾ, ਬਜਾਏ ਉਹਨਾਂ ਦੇ ਐਜੂਕੇਟ ਕਰਨ ਦੇ, ਬਜਾਏ ਅਸੀਂ ਉਹਨਾਂ ਨੂੰ ਕੋਈ ਜੌਬ ਦੇਣ ਦੇ, ਉਹ ਪੈਸੇ ਲੈਣ ਦੇ ਨਾਲ ਉਹ ਬੰਦੇ ਜਿਹੜੇ ਸੀ ਉਹ ਨੈਕਸਟ ਜਨਰੇਸ਼ਨ ਜਿਹੜੀ ਹੈ ਅਸੀਂ ਦੇਖਦੇ ਹਾਂ ਅੱਜ ਕਿ ਉਹ ਜਾਂ ਤੇ ਬਿਲਕੁਲ ਵਿਲੜ ਹੋ ਗਏ, ਇਸ ਦੇ ਉੱਤੇ ਡਿਪੈਂਡੈਂਟ ਹੋ ਗਏ ਕਿ ਸਾਨੂੰ ਕੋਈ ਪੈਸਾ ਦੇ ਦੇਗਾ ਤੇ ਅਸੀਂ ਸਾਡਾ ਕੰਮ ਗੁਜ਼ਾਰਾ ਚੱਲੇਗਾ। ਨਸ਼ੇ ਕਰਨ ਲੱਗ ਗਏ, ਬੜੇ ਗਲਤ ਜਿਹੜਾ ਹੈ ਉਹ ਤਰੀਕੇ ਨਾਲ ਉਹ ਕੰਮ ਨਾ ਕਰੀਏ ਅਸੀਂ, ਬਜਾਏ ਉਸ ਚੀਜ਼ ਦੇ ਅਸੀਂ ਉਹਨਾਂ ਨੂੰ ਐਜੂਕੇਸ਼ਨ, ਉਹਨਾਂ ਦੀ ਜੌਬਸ, ਇਹ ਕੰਮ ਬਹੁਤ ਆਉਣ ਵਾਲਾ, ਕਿਉਂਕਿ ਇਸ ਟਾਈਮ ਗਰਾਊਂਡ ਰਿਐਲਿਟੀ ਹੈ ਕਿ ਸਿਰਫ ਸਾਡੀ ਕਮਿਊਨਿਟੀ ਨਹੀਂ, ਹਰ ਕਮਿਊਨਿਟੀ ਚੋਂ ਅਸੀਂ ਇੱਥੇ ਬੈਠੇ ਦੇਖਦੇ ਹਾਂ ਜਿਹਦੀ ਜਿੰਨੀ ਹਿੰਮਤ ਹੈ ਨਾ ਉਹ ਉਸ ਹਿਸਾਬ ਦੇ ਨਾਲ ਉਹ ਆਪਣਾ ਉਹ ਡੋਨੇਟ ਕਰ ਰਿਹਾ, ਉੱਥੇ ਜਾ ਕੇ ਆਪਣੀ ਸੇਵਾ ਪਾ ਰਿਹਾ, ਚਾਹੇ ਉਹ 500 ਰੁਪਇਆ 1000 ਰੁਪਇਆ। ਅਸੀਂ ਕੱਲ ਵੀ ਦੇਖਿਆ ਸੀ ਕਿ ਬੰਦਾ ਉਹ ਆਪਣੇ ਬੱਚੇ ਦੇ ਡਿਪੋਜ਼ਿਟ ਜਿਹੜੇ ਨੇ ਕੁਝ ਛੋਟਾ ਜਿਹਾ ਅਮਾਉਂਟ ਹੁੰਦਾ ਸੀ, ਉਹ ਬੱਚੇ ਦੇ ਡਿਪੋਜ਼ਿਟ ਸਾਨੂੰ ਦੇ ਕੇ ਗਿਆ ਕਿ ਮੇਰੇ ਬੱਚੇ ਨੇ ਛੋਟਾ ਜਿਹਾ ਅਮਾਉਂਟ ਜੋੜਿਆ ਹੋਇਆ ਸੀ, ਮੈਂ ਉਹ ਦੇ ਕੇ ਜਾ ਰਿਹਾ। ਤੋ ਇਸ ਤਰ੍ਹਾਂ ਬਹੁਤ ਛੋਟੇ ਜੌਬ ਜਿਹੜੇ ਕਰ ਰਹੇ ਨੇ, ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਨੇ, ਉਹ ਜਿੰਨੀ ਸਮਰੱਥਾ ਹੈ ਨਾ ਉਹ ਉਤਨਾ ਉਹ ਕਰ ਰਿਹਾ, ਤੇ ਵੱਡੇ ਜਿਹੜੇ ਨੇ ਉਹ ਤੇ ਨੈਚੁਰਲੀ ਬਿਲਕੁਲ ਓਬਵੀਅਸਲੀ ਉਹ ਤੇ ਕਰ ਹੀ ਰਹੇ ਨੇ ਤੁਹਾਡੇ ਵਰਗੇ ਸਭ। ਸੋ ਮੇਰੀ ਤੇ ਇਹੀ ਗੁਜ਼ਾਰਿਸ਼ ਹੈ ਕਿ ਜਿਹੜੇ ਵੀਰ ਜੀ ਨੇ ਹੁਣੇ ਗੱਲ ਕੀਤੀ ਹੈ ਤੇ ਲੌਂਗ ਟਰਮ ਦੇ, ਚਾਹੇ ਉਹ ਅਸੀਂ ਦੂਸਰਾ 84 ਦਾ ਐਗਜ਼ਾਮਪਲ ਲਓ, ਦੂਸਰਾ ਫਾਰਮਰ ਜਿਹੜੇ ਨੇ, ਫਾਰਮਰਸ ਜਿਹੜੇ ਨੇ ਸਾਡੇ, ਉਹ ਉੱਥੇ ਵੀ ਅਸੀਂ ਦੇਖਦੇ ਹਾਂ ਕਿ ਜਦੋਂ ਸੁਸਾਈਡ ਕੀਤੀਆਂ ਉਹਨਾਂ ਨੇ ਤੇ ਅੱਜ ਉਹਨਾਂ ਦੇ ਬੱਚਿਆਂ ਦੇ ਵਾਸਤੇ ਅਸੀਂ ਕੁਝ ਨਹੀਂ ਸੋਚ ਪਾਏ, ਉਹਨਾਂ ਦੇ ਅੱਗੇ ਫਿਊਚਰ ਵਾਸਤੇ। ਉਹ ਉਹਨਾਂ ਨੂੰ ਕਿਸੇ ਵਨ ਟਾਈਮ ਉਹਨਾਂ ਦੀ ਕਿਸੇ ਤਰ੍ਹਾਂ ਮਦਦ ਕਰ ਦਿੱਤੀ ਕਿ ਤੁਸੀਂ ਇਹ ਰੱਖ ਲਓ, ਲੇਕਿਨ ਉਹ ਬੱਚਿਆਂ ਦਾ, ਉਹਨਾਂ ਦੀ ਅੱਗੇ ਜਿਹੜੀ ਫੈਮਿਲੀ ਦਾ ਜਿਹੜੇ ਉਹਨਾਂ ਦੇ ਅਰਨਿੰਗਸ ਚਲੀਆਂ ਗਈਆਂ, ਉਹਨਾਂ ਦਾ ਕੀ ਬਣਿਆ, ਅਸੀਂ ਉਹਦੇ ਬਾਰੇ ਕੋਈ ਲੰਬੀ ਪਲੈਨਿੰਗ ਨਹੀਂ ਕਰ ਪਾਏ। ਸੋ ਮੇਰੀ ਗੁਜ਼ਾਰਿਸ਼ ਹੈ ਕਿ ਅਸੀਂ ਇਸ ਬਾਰੇ ਜ਼ਰੂਰ ਸੋਚੀਏ। ਤੁਸੀਂ ਸਾਰੇ ਜਿਤਨੇ ਅਸੀਂ ਟੀਮ 'ਚ ਇਸ ਟਾਈਮ ਬੈਠੇ ਹੋਏ ਨੇ ਸਾਰੇ, ਮੈਨੂੰ ਲੱਗਦਾ ਕਿ ਉਹ ਬਹੁਤ ਅੱਗੇ ਦੀ ਸੋਚਣ ਵਾਲੇ ਨੇ, ਉਸ ਬਿਲਕੁਲ ਇੱਕ ਇਮੋਸ਼ਨਲ ਹੋ ਕੇ ਸੋਚਣ ਵਾਲੇ ਨਹੀਂ ਆ। ਅਸੀਂ ਲੰਬੀ ਸੋਚ ਰੱਖੀ ਅਸੀਂ ਇਹਦੇ ਬਾਰੇ, ਤੇ ਜਿਹੜੇ ਇਸ ਟਾਈਮ ਜਿਹੜੇ ਵਿਕਟਿਮ ਨੇ, ਅੱਗੇ ਜਿਹੜੇ ਬੱਚੇ, ਉਹਨਾਂ ਦੀ ਫੈਮਿਲੀਜ਼ ਨੇ ਜਿਨ੍ਹਾਂ ਦੀ ਅਰਨਿੰਗਸ ਚਲੀਆਂ ਗਈਆਂ, ਉਹਨਾਂ ਦੀ ਐਜੂਕੇਸ਼ਨ, ਉਹਨਾਂ ਦੇ ਹੋਰ ਅੱਗੇ ਜੌਬਸ ਜਾਂ ਹੋਰ ਉਹਨਾਂ ਵਾਸਤੇ ਕੀ ਅਸੀਂ ਉਹਨਾਂ ਨੂੰ ਅਡਾਪਟ ਕਰ ਸਕਦੇ ਹਾਂ, ਕਿਸ ਤਰ੍ਹਾਂ ਕਰ ਸਕਦੇ ਹਾਂ, ਇਹਦੇ ਬਾਰੇ ਹੀ ਜਿਹੜਾ ਹੈ ਉਹ ਸਾਡੀ ਜਿਹੜੀ ਸੋਚ ਹੋਣੀ ਚਾਹੀਦੀ। ਥੈਂਕ ਯੂ ਜੀ। ਥੈਂਕ ਯੂ ਮਹਿੰਦਰ ਸਿੰਘ ਜੀ, ਬਹੁਤ ਹੀ ਤੁਸੀਂ ਇੰਪੋਰਟੈਂਟ ਗੱਲ ਕੀਤੀ ਕਿ ਬੱਚਿਆਂ ਦੀ ਐਜੂਕੇਸ਼ਨ, ਨੈਕਸਟ ਜਨਰੇਸ਼ਨ ਬਾਰੇ, ਜਿਨ੍ਹਾਂ ਨੇ ਆਪਣੀਆਂ ਫੈਮਲੀਜ਼, ਪੇਰੈਂਟਸ ਡਿਊ ਟੂ ਦਿਸ ਕੋਵਿਡ ਉਹ ਲੂਜ਼ ਕਰ ਲਏ ਨੇ, ਤੇ ਫਾਈਨੈਂਸ਼ਲੀ ਤਾਂ ਆਪਣੀ ਜਿਹੜੀ ਕਮਿਊਨਿਟੀ ਬਹੁਤ ਹੈਲਪ ਪ੍ਰੋਵਾਈਡ ਕਰ ਦਿੰਦੀ ਹੈ, ਪਰ that is not the end of the thing, education ਜਿਹੜੀ ਹੈਗੀ ਆ ਉਹ ਜ਼ਿਆਦਾ ਇੰਪੋਰਟੈਂਟ ਹੈ। So I think I agree with you ਕਿ ਆਪਾਂ ਨੂੰ next ਇੱਕ ਹੋਰ ਸੈਸ਼ਨ ਜਾਂ ਡਿਸਕਸ਼ਨ ਕਰਨੀ ਚਾਹੀਦੀ ਹੈ ਇਸ ਬਾਰੇ ਕਿ ਆਪਾਂ ਇਹ ਆਪਣੀ ਕਮਿਊਨਿਟੀ ਨੂੰ, ਨਾ ਕਿ ਸਿਰਫ ਆਪਣੀ ਕਮਿਊਨਿਟੀ ਨੂੰ, as you said ਕਿ ਸਾਰੀਆਂ ਕਮਿਊਨਿਟੀਜ਼ ਨੂੰ ਕਿਵੇਂ ਆਪਾਂ ਗਾਂ ਸਪੋਰਟ ਕਰ ਸਕਦੇ ਹਾਂ, ਹੈਲਪ ਕਰ ਸਕਦੇ ਹਾਂ। ਥੈਂਕ ਯੂ ਸੋ ਮਚ। ਨੈਕਸਟ ਸਾਡੇ ਸਪੀਕਰ ਨੇ ਜੀ ਉਮਾਰ ਸਿੰਘ, ਖਾਲਸਾ ਏਡ USA ਦੇ ਡਾਇਰੈਕਟਰ ਨੇ, ਸੋ ਉਹ ਆਪਣੇ ਵਿਚਾਰ ਦੱਸਣਗੇ ਆਪਣੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ। ਆਪਣੇ ਕੁਲਬੀਰ ਸਿੰਘ ਭਾਜੀ ਉਹਨਾਂ ਨੇ ਅਪਡੇਟ ਦੇ ਦਿੱਤੀ ਆ ਉੱਥੇ ਔਨ ਗਰਾਊਂਡ ਕੀ ਹੋ ਰਿਹਾ, ਤੇ ਅਸੀਂ ਇੱਥੋਂ ਸਾਡੀ ਐਫਰਟ ਇਹੀ ਹੋਈ ਆ, ਜਿਹੜੇ ਐਗਜ਼ਿਸਟਿੰਗ ਫੰਡ ਸੀਗੇ ਅਸੀਂ ਫੰਡ ਰੇਜ਼ਿੰਗ ਬਹੁਤ ਘੱਟ ਕੀਤੀ ਆ, ਜਿਹੜੀ ਐਗਜ਼ਿਸਟਿੰਗ ਡੋਨੇਸ਼ਨ ਸੀਗੀਆਂ ਉਹਦੇ ਨਾਲ ਅਸੀਂ ਜਿਹੜੀ ਇੰਡੀਆ ਦੀ ਟੀਮ ਆ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ। ਤੇ ਖਾਸ ਕਰਕੇ ਜਿਹੜੀ ਚੀਜ਼ ਦੀ ਉਹਨਾਂ ਨੂੰ ਲੋੜ ਪਈ ਆ ਉਹ ਜਿਹੜੇ ਆਕਸੀਜਨ ਕਨਸੈਂਟਰੇਟਰਸ ਆ ਸੋਰਸ ਕਰਨੇ ਵੀ ਔਖੇ ਸੀਗੇ, ਤੇ ਸ਼ਿਪਿੰਗ 'ਚ ਵੀ ਥੋੜੀ ਜਿਹੀ ਡਿਫਿਕਲਟੀ ਆਈ ਹੈ, ਪਰ ਅਸੀਂ 1000 ਤੋਂ ਉੱਤੇ ਅਗਲੇ ਹਫ਼ਤੇ ਤੱਕ ਉੱਥੇ ਪਹੁੰਚਾਉਣੇ ਆ। ਤੇ ਜਿਸ ਤਰ੍ਹਾਂ ਭਾਈ ਸਾਹਿਬ ਕੁਲਬੀਰ ਸਿੰਘ ਉਹਨਾਂ ਨੇ ਕਿਹਾ, ਜਿਹੜਾ ਅਗਲਾ ਫੇਜ਼ ਆਉਣਾ ਉਹਦੀ ਅਸੈਸਮੈਂਟ ਚੱਲ ਰਹੀ ਆ। ਸਾਨੂੰ ਡਿਫਿਕਲਟੀ ਸਭ ਤੋਂ ਜ਼ਿਆਦਾ ਇਹ ਆ ਰਹੀ ਆ ਕਿ ਇੰਡੀਆ ਦੇ ਵਿੱਚ ਜਿਹੜਾ ਇੰਫਰਾਸਟਰਕਚਰ ਆ, ਸੈਂਟਰਲ ਗਵਰਨਮੈਂਟ ਦਾ ਹੋਵੇ ਜਾਂ ਪੰਜਾਬ ਦਾ ਹੀ ਹੋਵੇ, ਉਹਨਾਂ ਦੀ ਜਿਹੜੀ ਰਿਸਪਾਂਸ ਆ, they were not prepared।
ਸਿੱਧੀ ਜਿਹੀ ਗੱਲ ਹੈ, they were not prepared for what's happened. I think ਪਹਿਲੀ ਵੇਵ ਚ ਜਦੋਂ ਆਇਆ ਸੀਗਾ ਥੋੜਾ ਜਿਹਾ ਘੱਟ ਸੀ, ਤੇ ਇਹ ਜਿਹੜੀ ਵੇਵ ਹੈ ਥੋੜੀ ਜਿਹੀ ਸਖਤ ਆ, ਤੇ ਜਿਹੜੀ ਡੈਵਸਟੇਸ਼ਨ ਚੱਲ ਰਹੀ ਆ ਉਹਦੇ ਨਾਲ ਉਹਦਾ ਟਾਕਰਾ ਕਰਨ ਵਾਸਤੇ ਜਿਹੜੀ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ ਸੀ ਪਹਿਲਾਂ ਤੋਂ ਤਿਆਰ, ਉਹ ਹੈ ਨਹੀਂ। ਇੱਕ ਚੀਜ਼ ਜਿਹੜੀ ਸਾਨੂੰ ਆਪਣੇ ਅਸੈਸਮੈਂਟ ਦੇ ਵਿੱਚ ਪਤਾ ਲੱਗੀ ਆ, ਕਈ ਜਿਹੜੇ ਹਸਪਤਾਲ ਪੰਜਾਬ ਦੇ ਵਿੱਚ ਆ ਜਾਂ ਦਿੱਲੀ ਦੇ ਵਿੱਚ ਵੀ ਹੈਗੇ ਆ, ਉਹਨਾਂ ਕੋਲ ਵੈਂਟੀਲੇਟਰ ਤਾਂ ਜ਼ਰੂਰ ਹੈਗੇ ਆ, ਪਰ ਉਹ ਵੈਂਟੀਲੇਟਰ ਉਹਨਾਂ ਨੂੰ ਚਲਾਉਣੇ ਨਹੀਂ ਆਉਂਦੇ। ਉੱਥੇ ਜਿਹੜੀ ਮੈਡੀਕਲ ਪਰਸਨਲ ਆ, ਕਿਸੇ ਨੂੰ ਇੰਟੂਬੇਟ ਕਰਨਾ ਨਹੀਂ ਆਉਂਦਾ, ਤਾਂ ਜੇ ਹੈਗਾ ਤਾਂ ਇੱਕ ਹੋਊਗਾ ਇੱਕ ਪੂਰੇ ਸ਼ਹਿਰ ਦੇ ਵਿੱਚ। ਸੋ ਉਹ ਜਿਹੜੀਆਂ ਵੈਂਟੀਲੇਸ਼ਨ ਮਸ਼ੀਨਸ ਆ, ਉਹ ਇੰਨੇ ਚਿਰ ਪਈ ਰਹੀਆਂ, ਉਹਨਾਂ ਦੀ ਮੇਨਟੇਨੈਂਸ ਖਰਾਬ ਹੋਣ ਕਰਕੇ ਦੋਜ਼ ਮਸ਼ੀਨਸ ਆਰ ਯੂਸਲੈਸ, ਉਹ ਚੱਲਣੀਆਂ ਨਹੀਂ। ਸੋ ਨੈਕਸਟ ਫੇਜ਼ ਜਿਹੜੀ ਆ ਉਹ ਇਹ ਆ, ਜਿਹੜੀ ਮੈਡੀਕਲ ਸਟਾਫ ਆ ਉਹਨਾਂ ਨਾਲ ਅਸੈਸਮੈਂਟ ਕਰਾ ਕੇ ਕਿ ਤੁਹਾਡੀਆਂ ਨੀਡਸ ਕੀ ਆ, ਤੁਹਾਨੂੰ ਟ੍ਰੇਨਿੰਗ ਦੀ ਲੋੜ ਆ, ਤੁਹਾਨੂੰ ਅਸਿਸਟੈਂਸ ਦੀ ਲੋੜ ਆ, ਜਾਂ ਕੋਈ ਹੋਰ ਜਿਹੜੀ ਮੈਡੀਕਲ ਡਿਵਾਈਸਿਸ ਆ ਉਹਦੀ ਲੋੜ ਆ, ਦਵਾਈਆਂ ਦੀ ਆਪਣੀ ਜਿਹੜੀ ਹੈਗੀ ਆ ਰੈਮਡੈਸਿਵੀਰ, ਉਹ ਅਸੀਂ ਕਿਸ ਤਰ੍ਹਾਂ ਪਹੁੰਚਾ ਸਕਦੇ ਹਾਂ ਜਿੱਥੇ ਚਾਹੀਦੀ ਆ। ਆਮ ਇਹ ਸਾਨੂੰ ਮਿਲਿਆ ਕਿ ਜਿਹੜੀ ਸੈਂਟਰਲ ਗਵਰਨਮੈਂਟ ਆ ਉਹਦਾ ਕੋਈ ਰਿਸਪੌਂਸ ਨਹੀਂ ਆਇਆ। ਸਟੇਟਸ ਤੇ ਪਾਤਾ ਹੈਗਾ ਕਿ ਤੁਸੀਂ ਜਿਹੜੇ ਸਟੇਟਸ ਆ, we've opened up the permission ਕਿ ਤੁਸੀਂ ਆਪ ਫੋਰਨ ਗਵਰਨਮੈਂਟਸ ਨਾਲ ਮਿਲ ਕੇ ਤੁਸੀਂ ਦਵਾਈਆਂ ਲੈ ਸਕਦੇ ਆ, ਭਾਵੇਂ ਵੈਕਸੀਨੇਸ਼ਨਸ ਹੋਵੇ ਜਾਂ ਰੈਮਡੈਸਿਵੀਰ ਹੋਵੇ। ਇਹ ਨਹੀਂ ਪਤਾ ਕਿ ਉਹ ਜਿਹੜੀਆਂ ਸਟੇਟ ਗਵਰਨਮੈਂਟਸ ਆ ਉਹਨਾਂ ਨੇ ਉਹ ਬਜਟ ਉਹਨਾਂ ਦੀ ਹੈਗੀ ਆ ਕਿ ਨਹੀਂ। So we would like to link and figure out if there's a way that we can assist with that. So ਅਸੀਂ ਸਪੋਰਟ ਵਿੱਚ ਬੈਠੇ ਹਾਂ। ਜਿਹੜੀ ਖਾਲਸਾ ਏਡ USA ਦੀ ਟੀਮ ਆ, ਭਾਈ ਕੁਲਬੀਰ ਸਿੰਘ, ਭਾਈ ਅਮਰਪ੍ਰੀਤ ਸਿੰਘ ਹੋਣੀ ਕਾਫੀ ਬਿਜ਼ੀ ਆ ਅਸੈਸਮੈਂਟ ਦੇ ਵਿੱਚ ਤੇ ਸੇਵਾ ਦੇ ਵਿੱਚ ਵੀ। ਸੋ ਜਿਸ ਤਰ੍ਹਾਂ ਉਹ ਦੱਸੂਗੇ ਕਿ ਅਗਲੀ ਨੀਡ ਕੀ ਆ, ਅਸੀਂ ਉਸ ਤਰ੍ਹਾਂ ਚੱਲਾਂਗੇ। ਤੇ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਵੀ ਲੌਂਗ ਟਰਮ ਪਲਾਨ ਵੀ ਹੋਣੀ ਚਾਹੀਦੀ ਹੈ। ਇਹਦੀ ਜਿਹੜੀ ਕੋਵਿਡ ਦੀ ਫਾਲ ਆਊਟ ਜਾਂ ਫਾਰਮਰਸ ਪ੍ਰੋਟੈਸਟ ਦੀ ਫਾਲ ਆਊਟ ਆ, ਇਸ ਵਾਸਤੇ ਸਾਨੂੰ ਲੌਂਗ ਟਰਮ ਪਲਾਨਸ ਚਾਹੀਦੀਆਂ, ਤੇ ਅਸੀਂ ਬਣਾ ਵੀ ਰਹੇ ਹਾਂ, ਪਲਾਨ ਚੱਲ ਰਹੀ ਆ। ਪਰ ਇਸ ਵੇਲੇ ਪੂਰਾ ਜੋ ਕੋਵਿਡ ਤੇ ਚੱਲਦਾ ਉਹਦੇ ਵਿੱਚ ਮਦਦ ਕਰਨ ਦਾ। ਅਮਰ ਸਿੰਘ, ਮੇਰਾ ਕੁਐਸਚਨ ਹੈ, ਜਿਵੇਂ ਆਪਾਂ ਨਿਊਜ਼ ਚ ਸੁਣਦੇ ਆ CNN and all the news channels ਕਿ ਬਹੁਤ ਸਾਰੀਆਂ ਫੋਰਨ ਨੈਸ਼ਨਲਸ they are providing aid to India, right? ਪਰ ਫਿਰ ਇਹ ਲੋਕਾਂ ਕੋਲੇ ਕਿਉਂ ਨਹੀਂ ਪਹੁੰਚ ਰਹੀਆਂ ਹਜੇ ਤੱਕ? as you said ਕਿ ਸੈਂਟਰਲ ਗਵਰਨਮੈਂਟ is saying, ਉਹ ਕਹਿ ਰਹੀ ਹੈ ਵੀ ਗਵਰਨਮੈਂਟਸ ਆਪੇ ਦੂਜੀਆਂ ਫੋਰਨ ਨੈਸ਼ਨਲਸ ਨਾਲ ਗੱਲ ਕਰਨ। ਸੋ ਵਾਟਸ ਦ ਰਿਐਲਿਟੀ? ਇਹ ਤਾਂ ਅਸੀਂ ਅੰਦਾਜ਼ਾ ਹੀ ਲਾ ਸਕਦੇ ਹਾਂ ਜੀ। ਵੀ ਹੁਣ ਰਿਪੋਰਟ ਨਿਕਲੀ ਵੀ 300 ਟਨ ਮਟੀਰੀਅਲ ਜਿਹੜਾ ਮੈਡੀਕਲ ਸਪਲਾਈ ਇੰਡੀਆ ਪਹੁੰਚ ਚੁੱਕਾ, ਉਹ 에ਅਰਪੋਰਟ ਤੇ ਬੈਠਾ, ਤੇ ਉਹ ਕਿਸੇ ਸਟੇਟ ਨੂੰ ਨਹੀਂ ਮਿਲਿਆ, ਕਿਸੇ ਹਸਪਤਾਲ ਨੂੰ ਨਹੀਂ ਮਿਲਿਆ। ਤੇ ਹੁਣ ਆਈ ਕੈਨ ਓਨਲੀ ਗੈਸ, ਤੇ ਮੇਰਾ ਤਾਂ ਅੰਦਾਜ਼ਾ ਇਹੀ ਆ ਕਿ ਜੇ ਉਹ ਵੰਡਦੇ ਆ ਤੇ ਉਹ ਇੰਡੀਕੇਸ਼ਨ ਬਣ ਜਾਂਦੀ ਹੈ ਵੀ ਕੋਵਿਡ ਦੀ ਉੱਥੇ ਕੀ ਹਾਲਤ ਆ, ਕੀ ਡੈਵਸਟੇਸ਼ਨ ਆ। ਤੇ ਜਿਹੜੇ ਉੱਥੇ ਦੀ ਗਵਰਨਮੈਂਟ ਆ ਉਹ ਤਾਂ ਚੁੱਪ ਬੈਠੇ ਆ, ਹਨਾ। ਉਹਨਾਂ ਨੇ ਤਾਂ ਕਿਸੇ ਦੱਸਿਆ ਨਹੀਂ ਵੀ ਅਸੀਂ ਆਹ ਇੰਫਰਾਸਟਰਕਚਰ ਬਣਾ ਰਹੇ ਆ ਜਾਂ ਸਾਡਾ ਆਹ ਰਿਸਪੌਂਸ ਆ, ਉਹ ਤਾਂ ਬਿਲਕੁਲ ਹੀ ਚੁੱਪ ਬੈਠੇ ਆ। ਸੋ ਆਈ ਥਿੰਕ ਮੇਰੇ ਖਿਆਲ ਦੇ ਵਿੱਚ ਉਹ ਤਾਂ ਨਹੀਂ ਉਹ ਵੰਡ ਰਹੇ। ਉਹਨਾਂ ਦੇ ਇੱਕ ਤਾਂ ਵੰਡਣ ਦਾ ਉਹਨਾਂ ਕੋਲ ਇੰਫਰਾਸਟਰਕਚਰ ਹੈ ਨਹੀਂ, ਤੇ ਦੂਸਰਾ ਹੋ ਸਕਦਾ ਕਿ ਉਹਨਾਂ ਨੇ ਆਪਣੇ ਜਿਹੜੇ ਨੈਪੋਟਿਜ਼ਮ ਉੱਥੇ ਚੱਲ ਰਹੀ ਆ, ਜਿਹੜੇ VIPs ਆ ਉਹਨਾਂ ਵਾਸਤੇ ਉਹ ਰੱਖ ਰਹੇ ਆ, ਜਾਂ ਹੈਗਾ ਵੀ ਉਹਨਾਂ ਨੇ ਲਗਾਉਣਾ ਹੈਗਾ। ਇਹੀ ਹੋ ਸਕਦਾ। ਕੋਈ ਲੌਜੀਕਲ ਰੈਸ਼ਨਲ ਤਾਂ ਹੋ ਨਹੀਂ ਸਕਦਾ ਵੀ ਉਹਨਾਂ ਨੇ ਜਿਹੜੀ ਮੈਡੀਕਲ ਸਪਲਾਈਜ਼ ਲੋਕਾਂ ਵਾਸਤੇ ਭੇਜੀਆਂ ਗਈਆਂ ਉਹਨਾਂ ਨੂੰ ਹੋਲਡ ਕਰਨਾ। ਇਹਦੇ ਵਾਸਤੇ ਲੌਜੀਕਲ ਐਕਸਪਲੇਨੇਸ਼ਨ ਤਾਂ ਕੋਈ ਹੋ ਹੀ ਨਹੀਂ ਸਕਦਾ। ਨਾਲੇ ਤੁਸੀਂ ਇੱਕ ਬਹੁਤ ਵਧੀਆ ਪੁਆਇੰਟ ਕੀਤਾ ਕਿ ਆਪਾਂ ਸਾਰੇ ਆਕਸੀਜਨ ਬਾਰੇ ਗੱਲ ਕਰ ਰਹੇ ਹਾਂ। ਆਕਸੀਜਨ ਦੀ ਲੋੜ ਹੈ। ਆਕਸੀਜਨ ਤੋਂ ਪਹਿਲਾਂ ਜਿਹੜੀਆਂ ਦਵਾਈਆਂ, ਐਜ਼ ਯੂ ਸੈਡ ਰੈਮਡੈਸਿਵਿਰ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਸਟੀਰੋਇਡ, ਡੈਕਸਾਮੈਥਾਸੋਨ ਜਾਂ ਸੋਲੋਮੈਡਰੋਲ ਜਾਂ ਪ੍ਰੈਡਨੀਸੋਨ। ਉਹ ਦਵਾਈਆਂ ਵੀ ਆਈ ਡੋਂਟ ਥਿੰਕ ਸੋ ਉਹ ਲੋਕਾਂ ਨੂੰ ਅਵੇਲੇਬਲ ਨੇ ਇਸ ਟਾਈਮ ਰਾਈਟ ਨਾਓ। ਆਈ ਥਿੰਕ ਜਿੰਨਾ ਮੈਨੂੰ ਪਤਾ ਆਪਣੇ ਪ੍ਰੈਡਨਿਜ਼ੋਨ ਬਾਰੇ, ਉਹ ਤਾਂ ਆਮ ਜਦੋਂ ਕਿਸੇ ਨੂੰ ਪੁੜੀ ਦਿੱਤੀ ਜਾਂਦੀ ਹੈ ਵੀ ਇਹਦੇ ਨਾਲ ਤੁਸੀਂ ਖਾ ਲਓ ਤੁਸੀਂ ਠੀਕ ਹੋ ਜਾਣਾ, ਉਹਦੇ ਵਿੱਚ ਆਮ ਤੌਰ ਤੇ ਉਹ ਪ੍ਰੈਡਨਿਜ਼ੋਨ ਹੀ ਘੋਲ ਕੇ ਦਿੱਤੀ ਜਾਂਦੀ ਹੈ। ਸੋ ਆਈ ਥਿੰਕ ਜਿਹੜੀ ਮੈਡੀਕੇਸ਼ਨਸ ਆ ਉਹ ਅਵੇਲੇਬਲ ਹੈਗੀਆਂ, ਪਰ ਜਿਸ ਤਰ੍ਹਾਂ ਜਿਹੜੀ ਵੈਕਸੀਨ ਸੀਗੀ ਉਹ 150 ਦੀ ਬਣਦੀ ਸੀਗੀ, ਉਹਨੇ 450 ਦੀ ਉਹ ਵੇਚਦੇ ਸੀਗੇ। ਜਿਹੜਾ ਆਮ ਬੰਦਾ ਹੈ ਉਹ ਤਾਂ ਲੈ ਹੀ ਨਹੀਂ ਸਕਦਾ। ਸੋ ਇਹ ਜਿਹੜੀਆਂ ਦਵਾਈਆਂ ਆ ਇਹ ਆਮ
ਬੰਦੇ ਨੂੰ ਅਵੇਲੇਬਲ ਨਹੀਂ ਹੈਗੀਆਂ, ਜਾਂ ਉੱਥੇ ਜਾਣਕਾਰੀ ਨਹੀਂ ਹੈਗੀ ਕਿ ਇਹ ਜਿਹੜੀਆਂ ਦਵਾਈਆਂ ਇਹ ਕਿਸ ਤਰ੍ਹਾਂ ਬੈਨੀਫੀਸ਼ੀਅਲ ਹੈ, ਕਿਸ ਤਰ੍ਹਾਂ ਐਡਮਿਨਿਸਟਰ ਕਰਨੀਆਂ। ਸੋ ਸਟੀਵੀ ਭੈਣ ਜੀ ਜਿਨ੍ਹਾਂ ਨੇ ਮੈਨੂੰ ਜ਼ੂਮ ਦੀ ਲਿੰਕ ਭੇਜੀ ਸੀਗੀ, ਉਹ ਦੱਸ ਰਹੇ ਸੀਗੇ ਕਿ ਕਈ ਡਾਕਟਰ ਹੈਗੇ ਆ ਜਿਹੜੇ ਚਾਹੁੰਦੇ ਆ ਕਿ ਅਸੀਂ ਵੀ ਸੇਵਾ ਦੇ ਵਿੱਚ ਲੱਗੀਏ, ਤੇ ਪੰਜਾਬ ਦੇ ਜਿਹੜੇ ਡਾਕਟਰਸ ਆ ਉਹਨਾਂ ਨਾਲ ਸਲਾਹ ਕਰਕੇ ਕੋਈ ਟ੍ਰੀਟਮੈਂਟ ਪਲਾਨ ਜਾਂ ਉਹਨਾਂ ਨੂੰ ਇਨਫੋਰਮੇਸ਼ਨ ਪਹੁੰਚਾਈਏ। ਐਂਡ ਜੇ ਅਸੀਂ ਕਿਸੇ ਉਸ ਐਫਰਟ ਦੇ ਵਿੱਚ ਕਿਸੇ ਤਰ੍ਹਾਂ ਸੇਵਾ ਕਰ ਸਕਦੇ ਹਾਂ ਤਾਂ ਅਸੀਂ ਜ਼ਰੂਰ ਕਰਾਂਗੇ ਜੀ। ਬਿਲਕੁਲ ਬਿਲਕੁਲ ਜੀ, ਥੈਂਕ ਯੂ ਅਮਰ ਸਿੰਘ, ਬਹੁਤ ਇਟ ਵਾਸ ਵੈਰੀ ਹੈਲਪਫੁਲ। ਸਾਡੇ ਨੈਕਸਟ ਸਪੀਕਰ ਨੇ ਜੀ ਪੀਸੀਐਸ ਦੇ ਪ੍ਰੈਜ਼ੀਡੈਂਟ ਪ੍ਰਵਿੰਦਰ ਨਨਵਾ। ਹਾਂਜੀ, ਸਾਰਿਆਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜਿੱਦਾਂ ਸਾਰੇ ਸਰੋਤਿਆਂ ਨੇ ਪਹਿਲਾਂ ਦੱਸਿਆ ਹੀ ਹੈ ਕਿ ਜਿਹੜਾ ਹੈਲਥ ਇੰਸਟੀਟਿਊਸ਼ਨ ਹੈ ਇੰਡੀਆ ਵਿੱਚ stretched to the limit, to the point that, you know, sadly people are left to their own to die. It's a very sad situation. ਤੇ ਜਿੱਦਾਂ ਸਦੀਆਂ ਤੋਂ ਚੱਲਦਾ ਆ ਰਿਹਾ ਕਿ ਪੰਜਾਬੀ ਭਾਈਚਾਰਾ ਹਮੇਸ਼ਾ ਦੀ ਤਰ੍ਹਾਂ ਇਸ ਬਾਰੇ ਵੀ stepping up, opening our hearts, ਗੁਰਦੁਆਰਾਸ for the sake of saving humanity. ਆਪਣੀ ਕਮਿਊਨਿਟੀ ਨੇ COVID-19 ਦੇ ਟਾਈਮ ਤੇ ਫਾਰਮਰਾਂ ਦੀ ਜਿਹੜੀ ongoing struggle ਚੱਲ ਰਹੀ ਹੈ, ਉਸ ਟਾਈਮ ਤੇ ਚਾਹੇ ਲੰਗਰ ਦੀ ਸੇਵਾ ਦੀ ਗੱਲ ਹੋਵੇ, ਚਾਹੇ ਠੰਡ ਦੇ ਸਮੇਂ ਗਰਮ ਕੱਪੜਿਆਂ ਦੀ ਸੇਵਾ ਦੀ ਗੱਲ ਹੋਵੇ, ਚਾਹੇ ਆਕਸੀਜਨ ਜਿਹੜੇ ਸਿਲੰਡਰ ਉਹਦਾ ਸੇਵਾ ਦੀ ਗੱਲ ਹੋਵੇ, ਜਿੱਥੇ ਜਿੱਥੇ ਵੀ ਆਪਣੀ ਕਮਿਊਨਿਟੀ ਬੈਠੀ ਆ ਤੇ ਆਪਣਾ ਆਪਣਾ ਫਰਜ਼ ਨਿਭਾ ਰਹੀ ਆ। Let's just be frank about one thing, you know, keeping politics aside, है ना? There is no really fancy way to say that other than that, you know, that the central government has let its citizen down. Is sad. They are busy in, you know, ਜਿਹੜੀ ਆਪਣਾ VIP ਕਾਰਾਂ ਵਿੱਚ ਘੁੰਮਣਾ ਜਾਂ ਇਲੈਕਸ਼ਨ ਰੈਲੀ। It's true for ਸਾਰੀ ਜਿਹੜੀ ਪਾਰਟੀਆਂ, ਇਹ ਕੋਈ ਗੱਲ ਨਹੀਂ ਹੈ ਵੀ ਇੱਕ ਪਾਰਟੀ ਦੀ ਗੱਲ ਆ। ਸੋ ਐਨੀਵੇ ਜਿਹੜੀ ਜਿਸ ਤਰ੍ਹਾਂ ਕਹਾਵਤ ਹੈ, ਜਿਸ ਤਨ ਲਾਗੇ ਸੋ ਤਨ ਜਾਣੇ, ਅਸੀਂ ਅਸਲੀ ਦੁੱਖ ਤਾਂ ਨਹੀਂ ਬਣਾ ਸਕਦੇ ਹੈਗੇ, ਪਰ ਅਸੀਂ ਹਾਂ ਦਾ ਨਾਰਾ ਜ਼ਰੂਰ ਮਾਰ ਸਕਦੇ ਹਾਂ। So as far as the PCS concerned, PCS is a standby, shoulder to shoulder with our community and all Indian community, regardless of, you know, in the background or status, especially during this tragic time. And PCS is, you know, committed to provide whatever support is needed, including encouraging our community in Chicagoland area and also in the Midwest area to continue providing support for this noble cause. And we can help many different ways. We can send a common communication through our website. We have a big database of the community people. We can set up a call like such as this one. And we can also put a link to, you know, different way to donate to different organization in India. My suggestion is that let's listen to the rest of the speakers and let's build a consensus. I think we want to do everything, you know, possibly legally, and also want to whatever either funds or ਕੁਝ ਚੀਜ਼ਾਂ ਭੇਜਣੀਆਂ ਵੀ ਜਿਹਨੂੰ ਚਾਹੀਦੀ ਹੈ ਉਹਦੇ ਹੱਥ ਵਿੱਚ ਜਾਵੇ ਐਂਡ ਛੇਤੀ ਛੇਤੀ ਜਾਵੇ। ਸੋ ਵਿਦ ਦੈਟ, ਯੂ ਨੋ, ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਚਾਹੁੰਦਾ ਹੈਗਾ, ਐਂਡ ਥੈਂਕ ਯੂ ਵੈਰੀ ਮਚ ਐਂਡ ਰੱਬ ਰਾਖਾ। ਥੈਂਕ ਯੂ ਜੀ। ਸਾਡੇ ਨੈਕਸਟ ਸਪੀਕਰ ਨੇ ਡਾਕਟਰ ਜਸਵਿੰਦਰ ਚਾਵਲਾ, ਉਹ ਨਾਰਥ ਅਮਰੀਕਾ ਸਿੱਖ ਡਾਕਟਰਸ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਜੀ। Can you hear me? Yep. Okay, good. Just want to make sure that, because there are times in which you start speaking and the end of the half time and you're just going on. So anyhow, I have 5 minutes and I tell you one thing, that there is a lot of issues in India at this time from the healthcare standpoint. So I have 5 goals or plans to accomplish. They might sound pretty ambitious to, you know, accomplish these things. However, they are possible. Number 1, I'd like to set up an initial medical response team composed of physicians, nurses, EMTs, pharmacists, etc. They will work with some major institutions like AIIMS, or Indian Institute of Medical Sciences, PGI Chandigarh, you know, and there are some other institutes like that too.
So this will predominantly streamline directions for us as physicians as what help can we provide to the patients there. In addition, this will help establish setting protocols for hospitals and physicians there for the treatment at different severity levels. Mild, moderate, severe jo disease hai, I mean, how to treat those things out there. There's a discrepancy with that part. And currently, a lot of medications, including plasma, being utilized. However, the role of most of these medications is minuscule, including remdesivir, plasma exchange. I respectfully disagree with most of the physicians with that part when they treat something like that. In US, we have done those studies, and there is minuscule role of these medications out there. However, steroids, dexamethasone, yes, we can probably use those if we need to. Number two is I would like to set up a team of doctors in the US to provide support to doctors in India. This can be in the form of telemedicine, consultation, and instructions or teaching variety vagara. The team would work with Khalsa Aid volunteers or any other organization which can step up, and all are welcome. This will be on the ground in India to connect with homebound patients in India, help doctors in India who are working in makeshift hospitals, as well as teach those who are treating COVID patients. So this flows into my third important goal of education, which requires setting up educational webinars to provide education to the most COVID-19 affected patients and their families as how to manage themselves or their loved ones at home. A lack of trustworthy information is creating panic in India, and education from an accredited medical professional giving a talk about COVID can, I believe, go a very long way. At the moment, fear is leading the general public, and they need to understand all that they can about COVID, which includes debunking misinformation, and explaining the need for hygiene, social distancing, food safety, vaccination, which we've been talking from months and months now. Number four, presently the medical team's focus should be on COVID, but the basics of medical care applies to many types of situations that Khalsa Aid faces. Eventually, it can be expanded or refined as necessary, but a base network of healthcare professionals around the world, which I believe should be a part of Khalsa Aid's infrastructure. Again, this is my recommendation. I'm not recommending or telling Khalsa Aid what to do. I mean, just making, since Khalsa Aid is doing such a fantastic job all across the world, I mean, this is my 1 cent recommendation if I may. And I'm 100% supportive and recommending this should happen and happen soon in the umbrella of Khalsa Aid. And number five, this leads to my final point of Seva about working as a team and supplying the resources in conjunction with other organizations and appropriate allocation to the right people at the right time. There are items sitting in some warehouses at this time, maybe at the airport, as you mentioned, or in some political houses, who knows? But a release of these items in few weeks is just pretty useless. So I think if we need to act, this is the time we need to act. And I can go on and on, as I'm already in a few groups at this time from my medical school alumni. However, I'm going to stop down here. I left with my 2 minutes down here. If somebody has questions for me at this time, I'm more than happy to take those. But we have a lot of work to do, I can tell you that. We just have to streamline small goals and move forward with those things. Mm-hmm. Again, that needs help from everyone down here, that need help from people sitting over there, and that requires help from many organizations. And thanks to PCS, and thanks to Khalsa Aid for doing what they're doing at this time. And thanks to everyone for what you're doing at this time. You're spending your time down here to get together as a team to help somebody out over there. So Dr. Tillam, do you have any questions for me? Or you're welcome. Thank you, Dr. Chawla. I totally agree with you that we have to work as a team. Help karnu, right? In my experience also, मैं बहुत सारे COVID patients ਨੂੰ treat ਕੀਤਾ. Remdesivir doesn't help. जिन्ना की hype है. More than anything, it's dexamethasone and inhalers. Immediately शुरू हो जाए जब symptoms mild to moderate होंगे, and you can prevent hospitalizations. So I agree with you. Exactly. You need education. Exactly.
people need to be educated over there, and we can education to the common public and education to the physicians also, unfortunately. Exactly. So a lot of education Plasma required. doesn't help. Yes, plasma does not It does help. not. Does not. Yes, I Right. agree with you. Thank you, Dr. Chawla. ਸਾਡੇ next speaker ਨੇ ਅਮਰਦੀਪ ਸਿੰਘ ਜੀ, SRS representative. Sardar Amardev Singh ji, can you hear us? I think ਉਹਨਾਂ ਨੇ join ਨਹੀਂ ਹੈਗੇ ਉਹ। ਆਪਾਂ next speaker ਤੇ move on ਕਰਦੇ ਹਾਂ। next speaker ਨੇ ਡਾਕਟਰ ਵਿਕਰਮਜੀਤ ਗਿੱਲ, ਜੋ ਕਿ ਸ਼ਿਕਾਗੋ ਏਰੀਆ ਦੇ ਵਿੱਚ ਬਹੁਤ ਹੀ ਕਾਮਯਾਬ ਸਾਈਕੈਟ੍ਰਿਸਟ ਨੇ, ਤੇ ਗੁਰਦੁਆਰੇ ਵੀ ਸੇਵਾ ਕਰਦੇ ਨੇ। ਸੋ next speaker ਨੇ ਡਾਕਟਰ ਵਿਕਰਮਜੀਤ ਗਿੱਲ। Thank you, Ji. So, can everyone hear me? Yes, I think so. So basically, मैं ਜਿਹੜਾ ਆਪਣੇ speakers ਨੇ ਸਾਰਾ ਕੁਝ cover ਕਰ ਹੀ ਲਿਆ। So in a nutshell, which I think is when obviously this it takes a natural disaster to reveal the social disaster that we are in. ਜਿਹੜਾ social disaster ਜਿਹੜਾ ਉਸ ਤੋਂ ਬਾਅਦ ਹੋਇਆ, ਜਿਹੜਾ ਲੋਕੀ ਲਾਸ਼ਾਂ ਨੂੰ ਹੱਥ ਨਹੀਂ ਲਾ ਰਹੇ ਜਾਂ ਉਹਨਾਂ ਦੀ cremation ਨਹੀਂ ਹੋ ਰਹੀ, that is much more troubling than the natural disaster. So ਮੇਰੇ ਹਿਸਾਬ ਦੇ ਨਾਲ ਆਪਾਂ ਨੂੰ ਤਿੰਨਾਂ ਚੀਜ਼ਾਂ ਤੇ ਫੋਕਸ, ਜਿਹੜੀਆਂ ਇਹਦੇ ਤਿੰਨ ਪ੍ਰੋਂਗਸ ਹੈ ਸਾਰੇ ਡਿਜ਼ਾਸਟਰ ਦੇ। ਪਹਿਲਾ ਤਾਂ ਹੈਗਾ ਮੈਡੀਕਲ ਪ੍ਰੋਂਗਸ, ਵਿਚ ਇਜ਼ ਇਨਕਲੂਡਸ ਆਕਸੀਜਨ ਤੇ ਮੈਡੀਕੇਸ਼ਨ ਤੇ ਡੈਕਸਾਮੇਥਾਸੋਨ ਤੋਂ ਬੈਟਰ ਕੋਈ ਹੈ ਨਹੀਂ ਗੀ। ਆਪਾਂ ਵੀ ਐਸ ਵੀ ਆਲ ਨੋ ਐਸ ਮੈਡੀਕਲ ਪ੍ਰੋਫੈਸ਼ਨਲ, ਰੈਮਡੇਸਿਵਿਰ ਦਾ ਕੋਈ ਏਡਾ ਬੜਾ ਹੈ ਨਹੀਂ ਗਾ, ਉਹਦੇ ਬਾਰੇ ਕੁਝ ਜ਼ਿਆਦਾ ਸਟੱਡੀਜ਼ ਹੈ ਨਹੀਂ ਗੀਆਂ ਵੀ ਉਹ ਹੈਲਪਫੁਲ ਹੈ ਕਿ ਨਹੀਂ ਹੈ। ਉਸ ਤੋਂ ਬਾਅਦ ਜਿਹੜੀਆਂ ਦੋ ਗੱਲਾਂ ਆਉਂਦੀਆਂ ਮੈਡੀਕਲ ਤੋਂ ਬਾਅਦ, ਇੱਕ ਹੈਗੀ ਹੈ ਆਫਟਰ ਲਾਈਫ ਕੇਅਰ ਤੇ ਇੱਕ ਹੈਗੀ ਹੈ ਆਫਟਰ ਕੇਅਰ। ਆਫਟਰ ਲਾਈਫ ਕੇਅਰ ਹੈਗੀ ਹੈ ਕ੍ਰੀਮੇਸ਼ਨ ਵਗੈਰਾ, ਜਿਹੜਾ ਆਪਣੇ ਲਾਸ਼ਾਂ ਦੀ ਜਾਂ ਉਸ ਟਾਈਮ ਜਿਹੜੀ ਲੋੜ ਹੈਗੀ ਹੈ ਲੋਕਾਂ ਨੂੰ, ਜਿਹੜੀ ਕ੍ਰੀਮੇਸ਼ਨ ਦੀ ਸਮੱਗਰੀ, ਲੱਕੜਾਂ ਦੀ ਵੀ ਕਮੀ ਹੈ, ਹਰ ਚੀਜ਼ ਦੀ ਕਮੀ ਹੈ ਜਿਹੜੀ ਚੀਜ਼ ਹੈਗੀ ਹੈ। ਸੋ ਮੇਬੀ ਵੀ ਕੈਨ ਹੈਲਪ ਵਿਦ ਦੈਟ। ਮੈਂ ਆਕਸੀਜਨ ਦੀ ਤਾਂ ਜਿਵੇਂ ਦੱਸਿਆ ਵੀ ਅੱਗੇ ਪਹਿਲੇ ਬੁਲਾਰਿਆਂ ਨੇ ਵੀ, ਆਪਾਂ ਨੂੰ ਜਿਹੜੇ ਕੰਸਨਟਰੇਟਰ ਤੇ ਆਕਸੀਜਨ ਇੰਨੀ ਆਮ ਹੋ ਜਾਣੀ ਹੈ ਜੇ ਜਦੋਂ ਬਾਹਰੋਂ ਹੁਣ ਆਉਣ ਲੱਗ ਗਈ ਹੈ ਤਾਂ ਆਲਰੇਡੀ ਪਹੁੰਚ ਚੁੱਕੀ ਹੈ। ਆਈ ਡੋਂਟ ਥਿੰਕ ਸੋ ਵੀ ਆਕਸੀਜਨ ਦੀ ਕਮੀ ਹੈ ਅਗਲੇ ਥੋੜੇ ਦਿਨਾਂ ਤੱਕ ਰਹੂਗੀ। ਸੋ ਦ ਮੇਨ ਜਿਹੜੀ ਇਸ ਵਕਤ ਕਮੀ ਜਿਹੜੀ ਆਫਟਰ ਲਾਈਫ ਕੇਅਰ ਹੈਗੀ ਹੈ ਦੈਟ, ਤੇ ਉਸ ਤੋਂ ਬਾਅਦ ਜਿਹੜੀ ਨੈਕਸਟ ਹੈਗੀ ਹੈ ਆਫਟਰ ਕੇਅਰ ਆਫ ਦ ਫੈਮਲੀਜ਼, ਵਿਚ ਅਗੇਨ ਸਮ ਆਫ ਯੂ ਗਾਇਜ਼ ਹੈਵ ਟਾਕਡ ਅਬਾਊਟ ਇਟ, ਵੀ ਜਿਹੜੇ ਪਿੱਛੋਂ ਲੋਕੀ ਕਈਆਂ ਦੇ ਮਾਂ ਪਿਓ ਮਰ ਗਏ ਜਾਂ ਡਿਸੇਬਲ ਹੋ ਗਏ ਜਾਂ ਕਿਸ ਤਰ੍ਹਾਂ ਦੀ ਹੈਗੀ ਆ, ਤਾਂ ਉਸੇ ਚੀਜ਼ ਨੂੰ ਆਪਾਂ ਖਾਲਸਾ ਏਡ ਅੱਗੇ ਕਰ ਰਹੀ ਹੈ, ਹੋਰ ਵੀ ਕਈ ਆਰਗੇਨਾਈਜੇਸ਼ਨ ਜਿਹੜੀ ਕਰ ਰਹੀਆਂ, ਤੇ ਉਹਨਾਂ ਨੂੰ ਸਪੋਰਟ ਕੀਤਾ ਜਾਵੇ ਫਾਈਨੈਂਸ਼ਲੀ ਤੌਰ ਤੇ। ਤੇ ਇੱਕ ਹੋਰ ਚੀਜ਼ ਜਿਹੜੀ ਮੈਨੂੰ ਲੱਗਦਾ ਜਿਹੜੀ ਖਾਸ ਕਮੀ ਆ ਰਹੀ ਹੈ ਉਹ ਹੈਗੀ ਹੈ ਪਬਲਿਸਿਟੀ ਦੀ। ਪਬਲਿਸਿਟੀ ਇਹ ਸਾਰੇ ਚੱਕਰ ਦੇ ਵਿੱਚ ਬਹੁਤ ਇੰਪੋਰਟੈਂਟ ਹੈ, ਕਿਉਂਕਿ ਆਮ ਤੌਰ ਤੇ ਖਾਸ ਕਰਕੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਸ ਬਾਰੇ ਕੋਈ ਬੜਾ, ਹਜੇ ਵੀ ਲੋਕੀ ਹੈਗੇ ਆ ਜਿਨ੍ਹਾਂ ਨਾਲ ਮੈਂ ਗੱਲ ਕਰਦਾ ਮੇਰੀ ਫੈਮਿਲੀ ਦੇ ਵਿੱਚ, ਜਿਨ੍ਹਾਂ ਨੂੰ ਹਜੇ ਯਕੀਨ ਜਿਹਾ ਨਹੀਂ ਹੈ ਵੀ ਇਹ ਸੱਚਾਈ ਹੈ ਕਿ ਐਵੇਂ ਲੋਕਾਂ ਨੇ, ਇਹ ਸਰਕਾਰ ਨੇ ਰੌਲਾ ਪਾਇਆ ਹੋਇਆ ਜਾਂ ਕਿਸ ਤਰ੍ਹਾਂ ਕੀਤਾ ਹੋਇਆ। ਇਸ ਬਾਰੇ ਤੇ ਜੇ ਥੋੜਾ ਜਿਹਾ ਇਸ ਤੋਂ, ਕਿਉਂਕਿ ਇਹ ਸੈਕੰਡ ਵੇਵ ਹੈ, ਥਰਡ ਵੇਵ ਵੀ ਆਊਗੀ ਸ਼ਾਇਦ, ਫੋਰਥ ਵੀ ਆਵੇ, ਹਰ ਸਾਲ ਦਾ ਪ੍ਰੋਗਰਾਮ ਚੱਲਣਾ। ਸੋ ਵੀ ਹੈਵ ਟੂ ਲੁੱਕ, we have to plan ahead for maybe next couple of years. ਤੇ ਉਹ ਜਿਹੜੇ couple of years ਦੇ ਵਿੱਚ ਹੈਗੇ ਆ, if we leave the medical aid to the government, ਜਿਹੜੀਆਂ ਬਾਕੀ ਚੀਜ਼ਾਂ ਤੇ we can really help is after life and after care, and plus ਜਿਹੜੀ ਹੈਗੀ ਹੈ ਥੋੜੀ ਲੋਕਾਂ ਦੀ ਅਵੇਅਰਨੈਸ ਤੇ ਐਜੂਕੇਸ਼ਨ, ਖਾਸ ਕਰਕੇ ਜਿਹੜੇ ਪ੍ਰਾਇਮਰੀ ਸਕੂਲ ਆ ਪਿੰਡਾਂ ਦੇ ਵਿੱਚ ਜਾਂ ਸਰਕਾਰੀ ਸਕੂਲ ਆ, ਜੇ ਇਹ ਜਿਹੜੇ ਥੋੜੇ ਜਿਹੇ ਬੱਚੇ, ਜਦੋਂ ਇਹ ਬੱਚਿਆਂ ਦੇ ਇਹ ਚੀਜ਼ ਆਪਾਂ ਇਨਗ੍ਰੇਨ ਕਰ ਲਈਏ, ਇਸ ਬਾਰੇ ਇਹਦੀ ਨੌਲੇਜ, ਇਹਦੀ ਐਜੂਕੇਸ਼ਨ, ਜੇ ਉਹ ਥੋੜਾ ਜਿਹਾ ਉਹਦੇ ਘਰੇ ਜਾ ਕੇ ਵੀ ਦੱਸ ਸਕਣ ਆਪਦੇ ਪੇਰੈਂਟਸ ਨੂੰ ਵੀ ਭਾਈ ਮਾਸਕ ਪਾਉਣਾ ਜ਼ਰੂਰੀ ਹੈ, ਜਿੱਥੇ ਵੀ ਜਾਣਾ, ਕਿਤੇ ਭੀੜ ਭੜੱਕੇ ਵਾਲੀ ਜਗ੍ਹਾ ਤੇ ਇਨ ਫਿਊਚਰ ਵੀ ਆਈ ਥਿੰਕ ਮਾਸਕ ਆਪਣੇ ਪਾਰਟ ਆਫ ਐਵਰੀ ਕਲਚਰ ਬਣ ਜਾਣਾ, ਜਿਸ ਤਰ੍ਹਾਂ ਚਾਈਨਾ ਵਗੈਰਾ ਕੰਟਰੀਜ਼ ਦੇ ਵਿੱਚ ਹੈਗਾ। ਸੋ ਜੇ ਇਹ ਚੀਜ਼ ਬੱਚਿਆਂ ਵੱਲੋਂ ਆਵੇ
ਪੇਰੈਂਟਸ ਦੀ ਐਜੂਕੇਸ਼ਨ, ਤੇ ਬੱਚਿਆਂ ਨੂੰ ਆਪਾਂ ਐਜੂਕੇਟ ਕਰੀਏ। ਆਪਣਾ ਫੋਕਲ ਪੁਆਇੰਟ ਜਿਹੜੇ ਸਕੂਲਸ ਹੈਗੇ ਆ, it's easier to sell any educational thing or anything in terms of awareness to kids, and kids ਜਿਹੜੇ ਹੈਗੇ ਆ ਚੀਜ਼ ਨੂੰ ਉਸ ਚੀਜ਼ ਨੂੰ absorb ਵੀ ਕਰ ਲੈਂਦੇ ਆ rather than being rigid like some of the parents, and then obviously society will in general will be beneficial for that. ਸੋ ਮੈਂ ਤਾਂ ਇਹੀ ਸੋਚਦਾ। ਸੋ ਹੋਪਫੁਲੀ ਦਿਸ ਇਜ਼ ਇਸੇ ਸਾਰੇ ਚੱਕਰ ਦੇ ਜਿਹੜਾ ਸੋਸ਼ਲ ਡਿਜ਼ਾਸਟਰ ਆ ਉਸ ਨੂੰ ਵੀ ਸਾਂਭਣ ਦੀ ਲੋੜ ਆ। ਲੋਕਾਂ 'ਚ ਅਵੇਅਰਨੈਸ ਹੋਵੇ ਵੀ ਇਹ ਐ ਨਹੀਂ ਵੀ ਜੇ ਕੋਈ ਮਰ ਗਿਆ ਤਾਂ ਉਹਨੂੰ ਹੱਥ ਨਹੀਂ ਲਾਉਣਾ, ਜਾਂ ਉਹਦਾ ਸੰਸਕਾਰ ਨਹੀਂ ਕਰਨਾ, ਇਸ ਨੇੜੇ ਨਹੀਂ ਆਉਣ ਦੇਣਾ, ਜਾਂ ਜਦ ਇੰਨੀ ਬੁਰੀ ਹਾਲਤ ਹੋਈ ਵੀ ਹੈ ਹੁਣ ਜਿਹੜੇ ਕਈ ਲੋਕੀ ਕਰ ਰਹੇ। ਸੋ ਵੀ ਹੈਵ ਟੂ ਬੀ ਸਪਰੈਡ ਸਮ ਅਵੇਅਰਨੈਸ, ਤੇ ਅਵੇਅਰਨੈਸ ਹੋ ਸਕਦੀ ਹੈ ਜੇ ਥੋੜ੍ਹਾ ਜਿਹਾ ਆਪਾਂ ਨੂੰ ਪੈਸੇ ਹੋਣ, ਖਾਲਸਾ ਏਡ ਜਾਂ ਵਗੈਰਾ ਜੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਥੋੜ੍ਹਾ ਇਸ ਚੀਜ਼ ਬਾਰੇ ਪ੍ਰਚਾਰ ਹੋਵੇ, ਜਾਂ ਕੋਈ ਪੋਸਟਰ ਪਾਸਟਰ ਜੇ ਲਾਏ ਜਾਣ, that will be helpful. So that's all I wanted to say. Thank you again, and I think it's a great endeavor on part of everyone who is participating, and we should continue with this. ਥੈਂਕ ਯੂ ਡਾਕਟਰ ਗਿੱਲ, ਬਹੁਤ ਹੀ ਵਧੀਆ ਤੇ ਬਹੁਤ ਹੀ ਇੰਪੋਰਟੈਂਟ ਗੱਲਾਂ ਤੁਸੀਂ ਕਹੀਆਂ ਕਿ ਸਪੈਸ਼ਲੀ ਜਿਹੜੀਆਂ ਕਿ ਆਫਟਰ ਲਾਈਫ ਤੇ ਆਫਟਰ ਕੇਅਰ ਦੀਆਂ ਰਾਈਟ ਨਾਓ ਇਟਸ ਲਾਈਕ ਅ ਟੈਬੂ, ਤੇ ਇਸ ਚੋਂ ਐਜੂਕੇਸ਼ਨ ਦੀ ਬਹੁਤ ਲੋੜ ਹੈ, ਐਜੂਕੇਟ ਕਰਨ ਦੀ ਲੋੜ ਹੈ ਸਾਰਿਆਂ ਨੂੰ ਤੇ ਚੋਂ ਨਿਕਲਣ ਦੀ। ਸੋ ਹੋਪਫੁਲੀ ਵਿਦ ਐਜ਼ ਅ ਟੀਮ ਐਫਰਟ, ਯੂ ਨੋ, ਵਿਦ ਮੋਰ ਐਜੂਕੇਸ਼ਨ ਇਹ ਆਪਾਂ ਵੀ ਵਿਲ ਬੀ ਏਬਲ ਟੂ ਪ੍ਰੋਵਾਈਡ ਦੈਟ। ਚਲੋ ਆਪਣੇ ਅਮਰਦੇਵ ਸਿੰਘ ਆਪਣੇ ਨਾਲ ਜੁਆਇਨ ਕਰ ਲਿਆ ਉਹਨਾਂ ਨੇ, ਤੇ ਨੈਕਸਟ ਸਪੀਕਰ ਨੇ ਅਮਰਦੇਵ ਸਿੰਘ ਜੋ ਕਿ ਸਿੱਖ ਰਿਲੀਜੀਅਸ ਸੁਸਾਇਟੀ ਦੇ ਰਿਪਰੈਜ਼ੈਂਟੇਟਿਵ ਨੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿਣੀ ਚਾਹੁੰਦਾ ਕਿ ਆਪਾਂ ਇੱਕ ਬਹੁਤ ਚੰਗੇ ਕਾਜ਼ ਵਾਸਤੇ ਉਪਰਾਲਾ ਕੀਤਾ, ਪਰ ਸਾਨੂੰ ਜਿਸ ਤਰ੍ਹਾਂ ਸਾਰੇ ਬੁਲਾਰਿਆਂ ਨੇ ਇਹ ਆਪਣੀ ਇੱਕੋ ਗੱਲ ਰਾਏ ਕੀਤੀ ਆ ਕਿ ਠੀਕ ਆ ਅਸੀਂ ਮਦਦ ਕਰਨੀ ਹੈ, ਸਰਬੱਤ ਦਾ ਭਲਾ ਵੀ ਸਾਡੇ ਕੌਮ ਦਾ ਹੈਗਾ, ਪਰ ਗੱਲ ਇਹ ਹੋ ਜਾਂਦੀ ਹੈ ਕਿ ਜਦੋਂ ਅਸੀਂ ਫੰਡ ਇਕੱਠੇ ਕਰ ਲੈਂਦੇ ਹਾਂ ਜਾਂ ਸਮਾਨ ਇਕੱਠਾ ਹੋ ਜਾਂਦਾ, ਪਰ ਉਹਨੂੰ ਪ੍ਰੋਪਰ ਆਰਗੇਨਾਈਜ਼ ਵੇ ਕਿੱਦਾਂ ਅਸੀਂ ਲੋੜਵੰਦਾਂ ਕੋਲ ਪਹੁੰਚਾਈਏ। ਠੀਕ ਹੈ, ਸਾਡੇ ਕੋਲ ਵੱਡੇ ਸਾਡੀਆਂ ਏਜੰਸੀਆਂ ਹੈਗੀਆਂ, ਜਿੱਦਾਂ ਖਾਲਸਾ ਏਡ ਹੈਗੇ ਆ, ਉਹ ਉਸ ਏਰੀਏ 'ਚ ਇੱਕ ਥਾਂ 'ਤੇ ਕੰਮ ਕਰ ਲੈਂਦੇ, ਪਰ ਜਦੋਂ ਛੋਟੇ ਝੂੰਡ ਜਿਹੜੇ ਪਿੰਡ ਆ ਉਹਨਾਂ ਤੱਕ ਪਹੁੰਚਣ ਵਾਸਤੇ ਕਿਸ ਤਰ੍ਹਾਂ ਜਾਣੀ ਕਿ ਉਹ ਆਰਗੇਨਾਈਜ਼ ਕਰਨਗੇ ਆਪਣੇ ਆਪ ਨੂੰ, ਉਹਦੇ ਵਾਸਤੇ ਉਹਨਾਂ ਨੂੰ ਮੇਰਾ ਖਿਆਲ ਆ ਕਿ ਜੇ ਅਸੀਂ ਇੱਥੇ ਬਾਹਰ ਬੈਠੇ ਜਿੰਨੇ ਵੀ ਆ, ਅਸੀਂ ਆਪਣੇ ਪਿੰਡਾਂ ਦੇ ਲੋਕਾਂ ਨੂੰ ਵੀ ਇਹਨਾਂ ਨਾਲ ਜੁੜਨ ਦੀ ਸਲਾਹ ਦੇਈਏ ਤਾਂ ਫਿਰ, ਕਿਉਂਕਿ ਜੇ ਜੋ ਵੀ ਲੋੜਵੰਦ ਉੱਥੇ ਹੈਗਾ ਉਹਨਾਂ ਨੂੰ ਪਤਾ, ਸਾਨੂੰ ਬਾਹਰ ਬੈਠਿਆਂ ਨੂੰ ਪਤਾ ਕਿ ਕਿਹੜਾ ਲੋੜਵੰਦ ਹੈਗਾ, ਜੈਨੂਅਨ ਕੇਸ ਉਹਦੀ ਸਪੋਰਟ ਕੀਤੀ ਜਾਵੇ, ਨਾ ਕਿ ਜਿਸ ਤਰ੍ਹਾਂ ਉੱਥੇ ਆਪਣੇ ਇੰਡੀਆ ਦਾ ਮਾਹੌਲ ਆ ਕਿ ਕਈ ਵਾਰੀ ਫੰਡ ਅਸੀਂ ਇਕੱਠੇ ਕਰਕੇ ਭੇਜ ਦਿੰਦੇ ਹਾਂ, ਉਹ ਲੋੜਵੰਦਾਂ ਕੋਲ ਨਹੀਂ ਪਹੁੰਚਦੇ, ਉਹ ਰਸਤੇ ਵਿੱਚ ਹੀ ਉਰੇ ਪਰੇ ਹੋ ਜਾਂਦੇ ਆ। ਇਸ ਕਰਕੇ ਮੈਂ ਤਾਂ ਇਹ ਸੁਜੈਸਟ ਕਰੂੰਗਾ ਕਿ ਆਪਣੀਆਂ ਜੋ ਵੀ ਏਜੰਸੀਆਂ ਉੱਥੇ ਕੰਮ ਕਰਦੀਆਂ, ਸੇਵਾ ਕਰਦੀਆਂ, ਉਹਨਾਂ 'ਤੇ ਸਾਨੂੰ ਸਭ ਨੂੰ ਯਕੀਨ ਆ, ਉਹਨੂੰ ਸਪੋਰਟ ਵੀ ਕਰਨੀ ਚਾਹੀਦੀ, ਪਰ ਐਟ ਦਾ ਸੇਮ ਟਾਈਮ ਉਹਨਾਂ ਨੂੰ ਜਾਂ ਅਸੀਂ ਵੀ ਉਹਨਾਂ ਦੀ ਮਦਦ ਕਰੀਏ ਕਿ ਆਪਣੇ ਪਿੰਡਾਂ ਵਿੱਚ ਜਾਂ ਸ਼ਹਿਰਾਂ ਵਿੱਚ ਜਿੱਥੇ ਅਸੀਂ ਹੈਗੇ ਸਾਡੇ ਲਈ, ਉਹਨਾਂ ਨੂੰ ਕਹੀਏ ਕਿ ਇਹਨਾਂ ਕੋਲ ਜਾ ਕੇ ਪ੍ਰੋਪਰ ਉਹਨਾਂ ਨੂੰ ਦੱਸੋ ਕਿ ਕਿਹੜਾ ਜ਼ਿਆਦਾ ਲੋੜਵੰਦ ਹੈਗਾ, ਉਹਨੂੰ ਕਿਸ ਤਰ੍ਹਾਂ ਸਪੋਰਟ ਕੀਤੀ ਜਾਵੇ, ਨਾ ਕਿ ਕਈ ਵਾਰੀ ਫੇਕ ਵੀ ਬੰਦੇ ਆ ਕੇ ਤੁਹਾਡੇ ਕੋਲ ਸਪੋਰਟ ਲੈ ਜਾਂਦੇ ਆ, ਪਰ ਲੋੜਵੰਦ ਫੇਕ ਜਿਹਨੂੰ ਲੋੜ ਆ ਉਹਦੀ ਲੋੜ ਪੂਰੀ ਨਹੀਂ ਕਰਦੇ। ਆਪਾਂ ਜਿਸ ਤਰ੍ਹਾਂ ਸਾਡੀ ਸਿੱਖੀ ਦਾ ਸਿਧਾਂਤ ਆ ਸਰਬੱਤ ਦਾ ਭਲਾ ਅਸੀਂ ਹਮੇਸ਼ਾ ਚਾਹੁੰਦੇ ਹਾਂ, ਤੇ ਹਮੇਸ਼ਾ ਇਹ ਵੀ ਅਸੀਂ ਪਰਮਾਤਮਾ ਮੂਹਰੇ ਅਰਦਾਸ ਕਰਦੇ ਹਾਂ ਕਿ ਇਸ ਸੰਕਟ ਵਿੱਚੋਂ ਛੇਤੀ ਨਿਕਲਿਆ ਜਾਵੇ, ਕਿਸ ਤਰ੍ਹਾਂ ਪਰਮਾਤਮਾ ਹੈਲਪ ਕਰੇ, ਪਰ ਹੈਲਪ ਫਿਰ ਉਹੀ ਕਰਦੇ ਆ ਜਿਹੜੇ ਅਸੀਂ ਆਪ ਆਪਣੀ ਹੈਲਪ ਕਰਾਂਗੇ, ਤਾਂ ਹੈਲਪ ਪਰਮਾਤਮਾ ਨੇ ਵੀ ਤਾਂ ਹੀ ਕਰਾਉਣੀ ਜੇ ਆਪਾਂ ਰਲ ਕੇ ਕਰਾਂਗੇ। ਤੇ ਇਸ ਤਰ੍ਹਾਂ ਸਾਨੂੰ ਵਸੀਲਾ ਬਣਾਉਣਾ ਚਾਹੀਦਾ ਕਿ ਹਰ ਲੋੜਵੰਦ ਕੋਲ ਸਾਡੀ ਮਦਦ ਪਹੁੰਚੇ ਜੋ ਵੀ ਅਸੀਂ ਕਰਨੀ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਨੂੰ ਇਹੋ ਜਿਹੇ ਮੌਕੇ 'ਤੇ ਇਕੱਠੇ ਹੋ ਕੇ ਹੈਲਪ ਜ਼ਰੂਰ ਕਰਨੀ ਚਾਹੀਦੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਥੈਂਕ ਯੂ ਅਮਰਦੇਵ ਸਿੰਘ ਜੀ, ਬਹੁਤ ਇੰਪੋਰਟੈਂਟ ਗੱਲ ਕਹੀ ਹੈ ਕਿ ਆਪਾਂ ਸਾਰੇ ਹੈਲਪ ਕਰਨਾ ਚਾਹੁੰਦੇ ਆ, ਪਰ ਇਹ ਨਹੀਂ ਪਤਾ ਹੁੰਦਾ ਕਿ ਜਿਹੜਾ ਹੈਗਾ ਜੋ ਹੈਲਪ ਹੈ, ਜੋ ਫਾਈਨੈਂਸ਼ੀਅਲ ਸਪੋਰਟ ਹੈ, ਜੋ ਵੀ ਹੈ ਕਿ ਉਹ ਸਹੀ ਲੋਕਾਂ ਤੱਕ ਪਹੁੰਚੇਗੀ। ਸੋ ਦੈਟਸ ਇਹੀ ਆਪਣੀ ਜਿਹੜੀ ਅੱਜ ਦੀ ਜਿਹੜੀ ਸੈਸ਼ਨ ਹੈ, ਦੈਟਸ ਟੂ ਹੈਲਪ ਪੀਪਲ ਕਿ ਜਿਹੜੀਆਂ ਕਿ ਸਹੀ ਚੈਨਲਸ ਥਰੂ ਆਪਣੀ ਜਿਹੜੀ ਹੈਲਪ ਪਹੁੰਚ ਸਕੇ। ਇਹਦੇ ਨਾਲ ਹੀ ਕੰਟੀਨਿਊ ਕਰਦੇ ਹੋਏ ਆਪਣੇ ਨੈਕਸਟ ਜਿਹੜੇ ਸਪੀਕਰ ਨੇ ਉਹ ਹੈਗੇ ਆ ਇੰਡੀਆਨਾ ਤੋਂ ਅਮਰਬੀਰ ਘੁਮਾਨ।
ਆਈ ਥਿੰਕ ਅਮਰਬੀਰ ਘੁਮਾਨ ਜੀ ਨਹੀਂ ਹੈਗੇ ਸਾਡੇ ਨਾਲ ਜੁੜੇ ਹੋਏ। ਮੈਂ ਨੈਕਸਟ ਜਿਹੜੇ ਸਪੀਕਰ ਉਹਨਾਂ ਨੂੰ ਬੁਲਾਉਣਾ ਚਾਹੁੰਦੀ ਹਾਂ। ਉਹਨਾਂ ਦਾ ਨਾਂ ਹੈ ਮਨਿੰਦਰ ਸਿੰਘ ਵਾਲੀਆ, ਉਹ ਵੀ ਇੰਡੀਆਨਾ ਤੋਂ ਨੇ। ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ thanks for the very good effort that knowing that what's happening in our own country where we have come from, ਤੇ ਥੋੜਾ ਜਿਹਾ ਮੈਨੂੰ ਕਨੈਕਸ਼ਨ ਦੀ ਪ੍ਰੋਬਲਮ ਹੋ ਗਈ, ਇਸ ਕਰਕੇ ਮੈਂ ਸਾਰੀ ਜਿਹੜੀ ਹੈ ਕਨਵਰਸੇਸ਼ਨ ਦੇ ਵਿੱਚ ਇਨਵੋਲਵ ਨਹੀਂ ਹੋ ਸਕਿਆ, ਤੇ ਮੈਂ ਮਾਫੀ ਚਾਹੁੰਦਾ ਉਸ ਗੱਲ ਦੀ। ਤੇ ਦੇਖੋ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਬਾਰ-ਬਾਰ ਕਿ ਇਟਸ ਅ ਗਵਰਨਮੈਂਟ ਫੇਲਿਅਰ ਇਨ ਇੰਡੀਆ ਐਂਡ that is nothing new। ਸੋ ਇਸ ਕਰਕੇ ਜਿਹੜੀਆਂ ਸਾਡੀਆਂ NGOs ਹੈਗੀਆਂ ਨੇ, ਖਾਸ ਕਰਕੇ ਖਾਲਸਾ ਏਡ, ਦੂਸਰੀ ਤੁਸੀਂ ਦੱਸੀ ਹੈ ਅਕਾਲ ਪੁਰਖ ਕੀ ਮੌਜ, and many other organizations. So they are our immediate connections, rather than we gambling here that how every dollar is being sent that will go to the right people. ਅਸੀਂ ਉਹਦੇ ਵਿੱਚ ਜ਼ਿਆਦਾ ਟਾਈਮ ਨਾ ਲਗਾਈਏ, rather we support our organizations like Khalsa Aid, ਦੂਸਰੀਆਂ ਜਿਹੜੀਆਂ organizations already ਕੰਮ ਕਰ ਰਹੀਆਂ ਨੇ, ਉਹਨਾਂ ਨੂੰ ਹੋਰ ਸਟਰੋਂਗ ਬਣਾਈਏ, ਤਾਂ ਕਿ ਜਿਹੜਾ ਟਾਈਮ ਜਿਹੜਾ ਹੈਗਾ ਉਹ ਜ਼ਿਆਦਾ ਵੇਸਟ ਨਾ ਹੋਏ, ਕਿਉਂਕਿ this is a immediate need। ਤੇ ਜਿਹੜੀ ਪਹਿਲੇ ਗੱਲ ਕੀਤੀ ਜਾ ਰਹੀ ਸੀਗੀ ਕਿ ਸਾਰੇ ਪਾਸੇ ਖੱਪ ਪਈ ਹੋਈ ਸੀਗੀ ਕਿ ਆਕਸੀਜਨ concentrators are must, so I think that everybody put quite a bit effort towards that। That now listening every speaker here mentioning that there are enough supplies of the oxygen concentrators. So secondly, I think within the organizations, the NGOs working there, they need to do a survey ki ਜਿਹੜੀਆਂ after COVID ਜਿਹੜੀਆਂ ਇਹਨਾਂ ਨੇ ਦੱਸੀਆਂ ਕਿ families ਜਿਹੜੀਆਂ displace ਹੋਈਆਂ ਨੇ, ਬੱਚੇ ਨੇ, ਇਹ ਸਾਰਾ ਕੁਝ ਹੈ, ਉਹ ਉਹਨਾਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ, ਤੇ ਉਹਨਾਂ ਦੇ ਟੁਵਰਡਸ ਹੀ ਜਿਹੜਾ ਵੀ ਕੰਮ ਕੀਤਾ ਜਾਵੇ ਉਹ ਸਾਨੂੰ ਕਰਨਾ ਚਾਹੀਦਾ ਹੈਗਾ। ਤੇ ਬਾਕੀ ਜਿਹੜੀ ਵੀ ਇੰਡੀਅਨੈਪੋਲਿਸ ਤੋਂ, ਇੰਡੀਆਨਾ ਤੋਂ ਜਿਹੜੀ ਡਿਊਟੀ ਲਗਾਈ ਜਾਏਗੀ within all the organizations, we welcome that decision, and certainly we are with the entire community, and first and foremost wherever we are needed we are there। ਤੇ ਇਹ ਮੈਂ ਤੁਹਾਨੂੰ ਇਸ ਗੱਲ ਦਾ ਮੈਂ ਵਿਸ਼ਵਾਸ ਦਵਾਨਾ। ਤੇ ਬਾਕੀ I had a initial discussion with somebody else that I think ਰਣਜੀਤ ਸਿੰਘ ਨਾਲ ਮੇਰੀ ਗੱਲ ਹੋਈ ਸੀ ਪਹਿਲੇ ਕਿ there are oxygen concentrators are available through China, ਤੇ ਚਾਈਨਾ ਵਿੱਚੋਂ ਪਤਾ ਕੀਤਾ ਸੀਗਾ, ਤੇ ਉਹ ਕਹਿੰਦੇ ਸੀ ਕਿ ਅਸੀਂ ਸਿੱਧੀ ਇੱਥੋਂ ਦੀ ਜੇ ਤੁਸੀਂ ਭੇਜਣੇ ਆ ਇਕੱਠੇ 100 ਦੀ ਸ਼ਿਪਮੈਂਟ ਭੇਜਣੀ ਹੈ, 200 ਦੀ ਭੇਜਣੀ ਹੈ, that can be directly delivered from China to India, which is much more easier। So that's a different topic, we can certainly talk about that। but ਦੂਜੀ ਮੇਰੀ ਸੁਜੈਸ਼ਨ ਇਹ ਹੋਏਗੀ ਕਿ ਜਿਹੜੀਆਂ ਖਾਲਸਾ ਏਡ ਹੈਗੀਆਂ ਨੇ, ਦੂਸਰੀਆਂ ਆਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ ਨੇ, ਇਹਨਾਂ ਨੂੰ to support them, certainly we ਇਹਨਾਂ ਨੂੰ ਚਾਹੀਦਾ ਕਿ ਸਰਵੇ ਕੀਤੀ ਜਾਵੇ COVID-19 ਦੇ ਨਾਂ ਤੇ, ਕੱਲਾ ਉਹਦਾ ਇੱਕ ਪ੍ਰੋਜੈਕਟ ਬਣਾ ਕੇ ਕਿ ਇਹਦੇ ਵਿੱਚ ਕਿੰਨੀਆਂ ਫੈਮਿਲੀਜ਼ ਡਿਸਪਲੇਸ ਹੋ ਰਹੀਆਂ ਨੇ, ਉਹਨਾਂ ਨੂੰ ਵਲੰਟੀਅਰ ਚਾਹੀਦੇ ਨੇ, ਵਲੰਟੀਅਰਾਂ ਵਾਸਤੇ ਪੈਸੇ ਚਾਹੀਦੇ ਨੇ। ਸੋ ਉਹ ਜਿਹੜਾ ਇੱਕ ਟੋਟਲੀ ਮਾਡਲ ਤਿਆਰ ਕੀਤਾ ਜਾਵੇ ਕਿ ਜਿਹਦਾ ਨਾਂ ਹੀ ਰੱਖਿਆ ਜਾਵੇ ਕਿ COVID-19 ਆਫਟਰਮੈਥ ਪ੍ਰੋਗਰਾਮ। ਉਹਦੇ ਵਿੱਚ ਕਿ ਉਹਨਾਂ ਦੀ ਲੀਗਲ ਬੈਟਲ ਕੀ ਨੇ, ਉਹਨਾਂ ਨੂੰ ਕਾਉਂਸਲਿੰਗ ਜਿਹੜੀ ਚਾਹੀਦੀ ਹੈ ਇੰਡੀਆ ਦੇ ਵਿੱਚ, ਉਹਨਾਂ ਦੇ ਬੱਚਿਆਂ ਨੂੰ ਕਿੱਥੇ ਪਲੇਸ ਕਰਨਾ ਹੈ, ਤੇ ਜਿਹੜੀ ਅਡਾਪਸ਼ਨ ਦੀ ਵੀ ਗੱਲ ਕੀਤੀ ਗਈ ਹੈ ਪਹਿਲੇ। These all things are very serious, but at the international level, especially sitting in US, we do not know the laws of India. What are their adoption laws are there? We are totally, we're not aware what the legal battles are going to be. So in order to look into all that, I think we should support the organizations who are currently have been working on the ground। ਤੇ ਮੈਂ ਬਾਕੀ ਜੋ ਤੁਸੀਂ ਸਾਰੇ ਜਣੇ ਕਹੋਗੇ ਅਸੀਂ ਹਮੇਸ਼ਾ ਤਿਆਰ ਹਾਂ। ਇੰਨੀ ਮੇਰੀ ਬੇਨਤੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਮਿਸਟਰ ਵਾਲੀਆ। ਨੈਕਸਟ ਸਾਡੇ ਸਪੀਕਰ ਨੇ ਸਰਵਨ ਸਿੰਘ ਮਿਸ਼ਵਾਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਦੋ ਕੁ ਗੱਲਾਂ ਨੇ, ਬਾਕੀ ਸਾਰੇ ਬੁਲਾਰੇ ਨੇ ਬਹੁਤ ਵਧੀਆ ਸਾਰਾ ਕੁਝ ਦੱਸ ਦਿੱਤਾ ਹੈਗਾ ਹੈ। ਐਕਚੁਅਲੀ ਭਾਈ ਸਾਹਿਬ ਰਣਜੀਤ ਸਿੰਘ ਨਾਲ ਗੱਲ ਹੋਈ ਸੀ ਜਦੋਂ ਲਾਸਟ ਟਾਈਮ, ਤੇ ਉਹਨਾਂ ਨੇ
ਆਕਸੀਜਨ ਮਸ਼ੀਨਾਂ ਬਾਰੇ ਆਖਿਆ ਸੀ। ਅਸੀਂ ਗੁਰੂ ਘਰ ਵਿੱਚ ਅਨਾਉਂਸਮੈਂਟ ਕਰਾਈ ਸੀ ਤੇ ਉਹ ਇਸ ਗੱਲ ਕਰਕੇ ਉਹਨਾਂ ਨੇ ਮਸ਼ੀਨਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਤਕਰੀਬਨ ਓਵਰ 100 ਮਸ਼ੀਨ ਦਾ ਜਿਹੜਾ ਨਾ ਉਹ ਸਿਲੈਕਟ ਹੋ ਗਈਆਂ। ਮੇਰਾ ਕੁਐਸਚਨ ਇਹ ਹੈਗਾ ਕਿ ਹੁਣ ਉਹਨਾਂ ਨੂੰ ਕਿੱਦਾਂ ਅਸੀਂ ਸਮਝਾਇਆ ਜਾਵੇ ਕਿ ਸਾਨੂੰ ਆਕਸੀਜਨ ਨਹੀਂ ਚਾਹੀਦੀ ਹੈਗੀਆਂ, ਜਾਂ ਅਸੀਂ ਕਿਹੜੀ ਚੀਜ਼ ਭੇਜੀਏ ਜਿਹੜਾ ਕਿ ਜਿਹਨੇ ਵੀ ਡੋਨੇਸ਼ਨ ਲਿਖਾਇਆ ਹੈ ਜਾਂ ਦੇ ਦਿੱਤਾ ਹੈਗਾ ਹੈ, ਜਾਂ ਉਸ ਪੈਸੇ ਨੂੰ ਜਾਂ ਉਹਨਾਂ ਨੂੰ ਹੋਲਡ ਕੀਤਾ ਜਾਵੇ ਜਾਂ ਕੀ ਕੀਤਾ ਜਾਵੇ ਉਹਦੇ ਬਾਰੇ। ਤੇ ਹੋਰ ਵੀ ਜਿਹੜਾ ਮਤਲਬ ਕਿ ਅਗਲਾ ਸਾਡਾ ਕੀ ਪਲਾਨ ਹੈਗਾ ਹੈ ਜਾਂ ਕੀ ਕਰਨਾ ਹੈਗਾ ਉਹਦੇ ਬਾਰੇ ਥੋੜਾ ਜਿਹਾ ਹੋਰ ਵਿਸਤਾਰ ਨਾਲ ਦੱਸਿਆ ਜਾਵੇ, ਤੇ ਥੋੜਾ ਜਿਹਾ ਜਿਹੜੀ ਸੰਗਤ ਡੋਨੇਸ਼ਨ ਕਰਦੀ ਹੈਗੀ ਹੈ ਉਹਨਾਂ ਨੂੰ ਪਤਾ ਲੱਗ ਜੇ ਕਿ ਹਾਂ ਵੀ ਅਸੀਂ ਇਹ ਕੁਝ ਕਰਨਾ ਚਾਹੁੰਦੇ ਹੈਗੇ ਹਾਂ ਔਰ ਇਹ ਕੁਝ ਕਰ ਰਹੇ ਹੈਗੇ ਹਾਂ। ਕਿਉਂਕਿ ਇਸ ਟਾਈਮ ਹਰ ਆਦਮੀ ਇਹੋ ਗੱਲ ਚਾਹੁੰਦਾ ਹੈਗਾ ਕਿ ਮੈਂ ਜਿੰਨੀ ਵੱਧ ਤੋਂ ਵੱਧ ਸਪੋਰਟ ਕਰਾਂ। ਤੇ ਇਹਨਾਂ 2-3 ਗੱਲਾਂ ਦਾ ਜੇਕਰ ਤੁਸੀਂ ਕੋਈ ਐਕਸਪਲੇਨ ਕਰ ਦਿਓ ਤੇ ਫਿਰ ਅਸੀਂ ਜਿਹੜਾ ਸੰਡੇ ਨੂੰ ਸੰਗਤ ਵਿੱਚ ਦੱਸਿਆ ਜਾਵੇ ਕਿ ਜੋ ਤੁਸੀਂ ਲਾਸਟ ਵੀਕ ਜਿੰਨਾ ਵੀ ਤੁਸੀਂ ਆਖਿਆ ਸੀ ਤੇ ਉਹਦਾ ਅਸੀਂ ਨੈਕਸਟ ਸਟੈਪ ਸਾਡਾ ਇਹ ਹੈਗਾ ਹੈ ਔਰ ਇਹ ਪਲਾਨ ਹੈਗੇ ਨੇ, ਤੇ ਅੱਗੋਂ ਜਾਂ ਉਸ ਪੈਸੇ ਨੂੰ ਕਿੱਦਾਂ ਹੋਲਡ ਕੀਤਾ ਜਾਏ, ਥੋੜਾ ਜਿਹਾ ਜੇ ਵਿਸਤਾਰ ਕੀਤਾ ਜਾਏ। ਮਿਸਟਰ ਸਰਵਨ ਸਿੰਘ, ਤੁਸੀਂ ਇਹ ਕੁਐਸਚਨ ਆਰਗੇਨਾਈਜੇਸ਼ਨ ਨੂੰ ਪੁੱਛ ਰਹੇ ਹੋ, ਜਿਹੜੀ ਹੈਗੇ ਖਾਲਸਾ ਏਡ ਦੇ ਕੁਲਬੀਰ ਸਿੰਘ ਨੂੰ, ਜਮਾਰ ਸਿੰਘ ਨੂੰ ਇਹ ਕੁਐਸਚਨ ਕੀਤਾ? ਹਾਂਜੀ, ਕੋਈ ਵੀ ਕਿ ਬੁਲਾਰਾ ਜਿਹੜਾ ਹੈਗਾ ਨਾ ਆਪਾਂ ਇੱਥੇ ਪੀਸੀਐਸ ਵਾਲੇ ਜਿੱਦਾਂ ਸ਼ੁਰੂ ਕੀਤਾ ਹੈ ਤੇ ਉਹਨਾਂ ਦੇ ਕੁਐਸਚਨ ਇਹੋ ਹੀ ਹੈਗਾ ਕਿ ਕਿਉਂਕਿ ਸੰਗਤ ਨੂੰ ਐਕਸਪਲੇਨ ਕਰਨਾ ਹੁੰਦਾ ਹੈ ਨਾ ਕਿ ਤੁਸੀਂ ਜੋ ਵੀ ਡੋਨੇਸ਼ਨ ਦੇ ਰਹੇ ਹੋ ਹੈਗੇ ਹੋ ਜਾਂ ਜਿੰਨਾ ਵੀ ਤੁਸੀਂ ਦੇ ਰਹੇ ਹੋ ਅਸੀਂ ਕਿਸ ਕੰਮ ਵਾਸਤੇ ਜਾਂ ਕਿਹੜੀ ਚੀਜ਼ ਵਾਸਤੇ ਭੇਜ ਰਹੇ ਹਾਂ। ਕਿਉਂਕਿ ਜਿੱਦਾਂ ਅਸੀਂ ਆਕਸੀਜਨ ਦੀ ਗੱਲ ਕੀਤੀ ਸੀ ਤੇ ਉਹਨਾਂ ਨੇ ਇਹ ਗੱਲ ਕਹਿਤੀ ਹੈਗੀ, ਕੋਈ ਕਹਿੰਦਾ ਕਿ ਮੈਂ 5 ਮਸ਼ੀਨਾਂ ਦਿਆਂਗਾ, ਕੋਈ ਕਹਿੰਦਾ 1 ਦਿਆਂਗਾ, ਕੋਈ ਕਹਿੰਦਾ 10 ਦਿਆਂਗਾ, ਕੋਈ ਕਹਿੰਦਾ 2 ਦਿਆਂਗਾ। ਤੇ ਹੁਣ ਜਦੋਂ ਅਸੀਂ ਕਿਉਂਕਿ ਉਹਨਾਂ ਨੂੰ ਅਸੀਂ ਐਕਚੁਅਲੀ ਭਾਜੀ ਨਾਲ ਗੱਲ ਹੋਈ ਰਣਜੀਤ ਸਿੰਘ ਨਾਲ ਤੇ ਉਹਨਾਂ ਨੂੰ ਐਕਸਪਲੇਨ ਵੀ ਕੀਤਾ ਸੀ ਕਿ $650 ਇੱਕ ਮਸ਼ੀਨ ਦੀ ਕਾਸਟ ਜੋ ਸਾਡਾ ਮਤਲਬ ਕਿ ਹੋਈ ਸੀ ਗੱਲਬਾਤ। ਤੇ ਮੇਰਾ ਕਹਿਣ ਮਤਲਬ ਕਿ ਉਸ ਸੰਗਤ ਵਿੱਚ ਜਦੋਂ ਅਸੀਂ ਗੱਲ ਕਰਨੀ ਹੈਗੀ ਹੈ ਜਾਂ ਕਿਸ ਬੇਸ ਉੱਪਰ ਗੱਲ ਕੀਤੀ ਜਾਵੇ ਜਾਂ ਅਸੀਂ ਉਹ ਪੈਸਾ ਇਕੱਠਾ ਕਰਨਾ ਹੈ ਜਾਂ ਉਹਦੇ ਵਾਸਤੇ ਕੋਈ ਹੋਰ ਚੀਜ਼ ਉਹਦੇ ਵਾਸਤੇ ਜੇ ਕੋਈ ਐਕਸਪਲੇਨ ਕੀਤਾ ਜਾਵੇ। ਮਿਸਟਰ ਰਣਜੀਤ ਸਿੰਘ, ਤੁਸੀਂ ਕੁਝ ਦੱਸਣਾ ਚਾਹੋਗੇ? ਕੋਈ ਤੁਹਾਡਾ ਕੋਈ ਕਮੈਂਟ? ਹਾਂਜੀ, ਜਿਹੜਾ ਅੱਜ ਦਾ ਸੈਸ਼ਨ ਹੈ ਉਹ ਕਾਫੀ ਸ਼ਾਰਟ ਨੋਟਿਸ ਤੇ ਆਰਗੇਨਾਈਜ਼ ਕੀਤਾ ਗਿਆ ਹੈ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਵੀ ਜਿਹੜੇ ਇਹ ਸੈਸ਼ਨਸ ਨੇ ਉਹ ਕੰਟੀਨਿਊ ਰੱਖਣੇ ਨੇ। ਤੇ ਇਹ ਜਿਹੜੀ ਅਸੈਸਮੈਂਟ ਹੈ ਅਸੀਂ ਜਿਹੜੀਆਂ ਸੰਸਥਾਵਾਂ ਉੱਥੇ ਜ਼ਮੀਨੀ ਪੱਧਰ ਤੇ ਕੰਮ ਕਰ ਰਹੀਆਂ ਨੇ ਉਹਨਾਂ ਨਾਲ ਰਾਬਤਾ ਕਾਇਮ ਰੱਖਾਂਗੇ। ਅਸੀਂ ਉਹਨਾਂ ਨਾਲ ਜਿਹੜਾ ਵਿਲ ਰਿਮੇਨ ਇਨ ਕੰਟੈਕਟ ਵਿਦ them ਤੇ ਉਹਨਾਂ ਦਾ ਜਿਸ ਤਰ੍ਹਾਂ ਸੁਝਾਅ ਹੋਏਗਾ ਕਿ ਗਰਾਊਂਡ ਲੈਵਲ ਤੇ ਕੀ ਸਾਡੀਆਂ ਜ਼ਰੂਰਤਾਂ ਹੈਗੀਆਂ ਨੇ, ਕੁਝ ਜਿਸ ਤਰ੍ਹਾਂ ਕਿ ਹੁਣੇ ਪਿਛਲੇ ਜਿਹੜੇ ਸਾਡੇ ਬੁਲਾਰੇ ਬੋਲ ਕੇ ਗਏ ਨੇ ਉਹਨਾਂ ਨੇ ਕਿਹਾ ਕੁਝ ਸਾਡੀਆਂ ਜਿਹੜੀਆਂ ਹੁਣੇ ਤੁਰੰਤ ਜਿਹੜੀਆਂ ਜ਼ਰੂਰਤਾਂ ਹੈਗੀਆਂ ਉਹ ਤੇ ਦੂਸਰੀਆਂ ਜਿਹੜੇ ਆਉਣ ਵਾਲੇ ਸਮੇਂ 'ਚ ਜ਼ਰੂਰਤਾਂ ਹੈਗੀਆਂ ਨੇ ਤੇ ਅਸੀਂ ਟਾਈਮ ਟੂ ਟਾਈਮ ਇਹਨੂੰ ਅਸੈਸ ਕਰਕੇ ਫਿਰ ਤੁਹਾਨੂੰ ਅਪਡੇਟ ਕਰਾਂਗੇ। ਤੇ ਹਾਲੀ ਇਹ ਜਿਹੜੀ ਲੜਾਈ ਹੈ, ਜਿਹੜੀ ਜੰਗ ਹੈਗੀ ਹੈ ਸਾਡੀ ਲੰਬੀ ਚੱਲਣੀ ਹੈ ਤੇ ਥੋੜਾ ਜਿਹਾ ਸਾਨੂੰ ਸਭ ਨੂੰ ਇਹਦੇ ਲਈ ਹੌਸਲਾ ਰੱਖਣਾ ਪਏਗਾ ਤੇ ਤੁਸੀਂ ਉਹ ਫੰਡਸ ਨੂੰ ਇੰਟੈਕਟ ਰੱਖੋ ਤੇ ਅਸੀਂ ਬਹੁਤ ਉਹਨੂੰ ਸੋਚ ਵਿਚਾਰ ਕੇ ਜਿਸ ਤਰ੍ਹਾਂ ਵੀ ਸਾਡਾ ਵਿਚਾਰ ਬਣੇਗਾ ਤੇ ਉਹਦੇ ਬਾਰੇ ਤੁਹਾਨੂੰ ਅਪਡੇਟ ਕਰਾਂਗੇ। ਲੇਕਿਨ ਜ਼ਰੂਰੀ ਨਹੀਂ ਹੈ ਕਿ ਸਾਰੇ ਸਵਾਲਾਂ ਦੇ ਜਵਾਬ ਅਸੀਂ ਅੱਜ ਦੇ ਸੈਸ਼ਨ ਵਿੱਚ ਦੇ ਸਕੀਏ ਤੇ ਆਉਣ ਵਾਲੇ ਅਸੀਂ ਹੋ ਸਕਦਾ ਕਿ ਵੀਕਐਂਡ ਤੇ ਜਿਸ ਤਰ੍ਹਾਂ ਡਾਕਟਰ ਹਰਸ਼ਿੰਦਰ ਕੌਰ ਹੈਗੇ ਨੇ ਜਾਂ ਕੋਈ ਹੋਰ ਜਿਹੜੇ ਵੀ ਜਿਹੜੀਆਂ ਵੀ ਸੰਸਥਾਵਾਂ ਜਾਂ ਜਿਹੜੇ ਵੀ ਇੰਡੀਵਿਜੂਅਲਸ ਉਹ ਜ਼ਮੀਨੀ ਪੱਧਰ ਤੇ ਕੰਮ ਕਰ ਰਹੇ ਨੇ ਉਹਨਾਂ ਨਾਲ ਹੋਰ ਸੁਝਾਅ ਲੈ ਕੇ ਤੇ ਜਿਹੜੀ ਚੀਜ਼ ਜ਼ਰੂਰੀ ਹੈ ਉਹ ਹੀ ਕੀਤੀ ਜਾਏਗੀ। ਇੱਕਦਮ ਇਹਨੂੰ ਜੋਸ਼ ਚ ਆ ਕੇ ਅਸੀਂ ਕੋਈ ਐਸੀ ਚੀਜ਼ ਨਹੀਂ ਕਰਨੀ ਕਿ ਜਿਹੜੀ ਚੀਜ਼ ਦੀ ਲੋੜ ਨਾ ਹੋਈ ਉੱਥੇ ਅਸੀਂ ਭੇਜ ਦਈਏ ਤੇ ਸਾਡੇ ਜਿਹੜੇ ਪੈਸਾ ਉਹ ਸਕਾਰਥਾ ਨਾ ਹੋਏ, ਉਹਦੀ ਵਰਤੋਂ ਠੀਕ ਨਾ ਹੋਣੀ ਚਾਹੀਦੀ। ਬਿਲਕੁਲ, ਥੈਂਕ ਯੂ ਮਿਸਟਰ ਰਣਜੀਤ ਸਿੰਘ। ਇਹ ਸੀ ਸਾਡੇ ਇਹ ਕੌਂਸੂਲੇਟ ਜਨਰਲ ਨੇ ਸਾਡੇ ਇੱਥੇ ਤੇ ਐਜ਼ ਹੀ ਸੈਡ ਕਿ ਅਸੀਂ ਇਹ ਸੈਸ਼ਨਸ ਚੱਲਦੇ ਰਹਿਣੇ ਆ ਤੇ ਵੀ ਵਿਲ ਨੋਟ ਡਾਊਨ ਤਾਂ ਕਿ ਆਪਾਂ ਅੱਗੇ ਵੀ ਕੰਟੀਨਿਊ ਕਰਦੇ ਜੋ ਲੋੜ ਹੈ ਉਸ ਦੇ ਹਿਸਾਬ ਨਾਲ ਹੀ ਗਾਂ ਫਿਰ ਸਪੋਰਟ ਭੇਜੀ ਜਾਊਗੀ।
ਸੈਸ਼ਨ ਨੂੰ ਅੱਗੇ ਵਧਾਉਂਦੇ ਹੋਏ ਨੈਕਸਟ ਜਿਹੜੇ ਮੇਰੇ ਸਾਡੇ ਸਪੀਕਰ ਨੇ ਉਹ ਹੈ ਜਸਵੀਰ ਕੌਰ। ਉਹ ਸ਼ੀ ਇਜ਼ ਵਰਕਿੰਗ ਵਿਦ ਯੂਨਾਈਟਿਡ ਸਿਕਸ। We have a video also to play. Jasveer, are you online? I think Jasveer ਨਹੀਂ ਹੈਗੇ ਆਪਣੇ ਨਾਲ, so ਆਪਾਂ ਨੈਕਸਟ ਜਿਹੜੇ ਸਪੀਕਰ ਆ ਉਹਨਾਂ ਵੱਲ ਵਧਦੇ ਆ। ਉਹਨਾਂ ਦਾ ਨਾਮ ਹੈ ਜਸਵਿੰਦਰ ਸਿੱਧੂ, ਮਿਸ਼ੀਗਨ ਤੋਂ। ਡਿਟਰੋਇਟ ਮਿਸ਼ੀਗਨ। ਤਾਂ ਮੈਂ ਸਾਡੀ ਮਿਸ਼ੀਗਨ ਦੀ ਟੀਮ ਵੱਲੋਂ ਆਪਣਾ ਜਿਹੜਾ ਹੈਗਾ ਤੁਹਾਡਾ ਸਾਰਿਆਂ ਦਾ ਆਇਆਂ ਦਾ ਬਹੁਤ ਤੁਹਾਡਾ ਆਉਣ ਦਾ ਜੁਆਇਨ ਕਰਨ ਦਾ ਕਹਿ ਲਓ ਕਿ ਸਵਾਗਤ ਕਰਦਾ ਤੇ ਬਹੁਤ ਆਪਣੇ ਆਪ ਨੂੰ ਵਧਾਈ ਦਾ ਪਾਤਰ ਸਮਝਦਾ ਕਿ ਦੇਵ ਜੀ ਦਾ ਜਿਹੜਾ ਲਾਇਆ ਹੋਇਆ ਲੰਗਰ ਆ ਉਹ ਸਾਡੇ ਕੋਲ ਅਜੇ ਤੱਕ ਵੀ ਇਸ ਤਰ੍ਹਾਂ ਹੀ ਚੱਲ ਰਿਹਾ ਤੇ ਇਸ ਤਰ੍ਹਾਂ ਚੱਲਦਾ ਰਹੂਗਾ। ਤੁਹਾਨੂੰ ਸਾਰਿਆਂ ਨੂੰ ਸੁਣ ਕੇ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਕਿ ਇਹ ਫੋਰ ਐਵਰ ਆ ਤੇ ਆਪਾਂ ਸਾਰੇ ਰਲ ਕੇ ਮਿਲ ਕੇ ਸਾਰੇ ਧੜੇਬੰਦੀਆਂ ਨੂੰ ਛੱਡ ਕੇ ਜਾਂ ਕਿਸੇ ਵੀ ਪੋਲੀਟਿਕਸ ਪਾਰਟੀਆਂ ਤੋਂ ਉੱਪਰ ਉੱਠ ਕੇ ਇੱਕ ਕਮਿਊਨਿਟੀ ਦਾ ਕੰਮ ਕਰਨ ਜਾ ਰਹੇ ਹਾਂ। ਇਹ ਤਾਂ ਆਪਾਂ ਸਾਰੇ ਮੈਨੂੰ ਲੱਗਦਾ ਕਿ ਵਧਾਈ ਦੇ ਪਾਤਰ ਆ ਕਿ ਜਿਹੜਾ ਆਪਾਂ ਇਸ ਚੀਜ਼ ਦਾ ਪਾਰਟ ਬਣ ਰਹੇ ਹਾਂ। ਤੇ ਮੈਂ ਬਹੁਤ ਧੰਨਵਾਦ ਕਰਦਾ ਭਾਜੀ ਰਣਜੀਤ ਸਿੰਘ ਹੋਣਾ ਦਾ, ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤੇ ਜਿਨ੍ਹਾਂ ਦੇ ਉਪਰਾਲੇ ਸਦਕਾ ਆਪਾਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਹਾਂ ਤੇ ਇਹ ਬਹੁਤ ਵਧੀਆ ਕਾਜ਼ ਹੈਗਾ। ਇਸ ਦੇ ਨਾਲ ਹੀ ਜੋ ਮੇਰੇ ਸੁਝਾਅ ਨੇ ਮੈਂ ਕਾਫੀ ਵੀਰਾਂ ਨੂੰ ਸੁਣ ਚੁੱਕਾ ਹਾਂ ਤੇ ਉਹਨਾਂ ਦੇ ਮੁਤਾਬਕ ਕੁਝ ਆਪਣੇ ਸੁਝਾਅ ਤੇ ਕੁਝ ਉਹਨਾਂ ਦੇ ਕੁਐਸਚਨ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਹੀ ਕੁਝ ਗੱਲਾਂ ਹੋਰ ਵੀ ਹੈਗੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਉਹ ਇਹ ਹੈਗਾ ਕਿ ਇੱਕ ਤਾਂ ਇਹ ਆ ਕਿ ਜਿਵੇਂ ਇੱਕ ਭਾਜੀ ਉਹਨਾਂ ਨੇ ਗੱਲ ਕੀਤੀ ਸੀ ਵਿੱਚ, ਮੈਂ ਨਾਮ ਭੁੱਲ ਗਿਆ ਉਹਨਾਂ ਦਾ, ਕਿ ਗਰਾਊਂਡ ਲੈਵਲ ਤੇ ਜਿਹੜਾ ਜਾ ਕੇ ਹੈਗਾ ਨਾ, ਮੈਂ ਚਾਹੁੰਦਾ ਕਿ ਸਾਡੇ ਕੋਲ ਮੇਨ ਪਲੇਟਫਾਰਮ ਤਾਂ ਇਸ ਵੇਲੇ ਜਿਹੜਾ ਹੈਗਾ ਉਹ ਖਾਲਸਾ ਏਡੀਆ ਤੇ ਉਹਦੇ ਤੇ ਅਸੀਂ ਇਸ ਵੇਲੇ ਟਰਸਟ ਕਰ ਸਕਦੇ ਹਾਂ ਤੇ ਉਹੀ ਇਸ ਵੇਲੇ ਸਭ ਤੋਂ ਕੁਇਕ ਸਾਡੇ ਲਈ ਹੈਗਾ ਜੋ ਕਰ ਸਕਦੇ ਆ। ਤੇ ਮੈਂ ਖਾਲਸਾ ਏਡ ਦੇ ਰੈਪਰੈਜ਼ੈਂਟੇਟਿਵਸ ਨੂੰ ਜ਼ਰੂਰ ਗੁਜ਼ਾਰਿਸ਼ ਕਰਾਂਗਾ ਇਹ ਕਿ ਪਲੀਜ਼ ਗਰਾਊਂਡ ਲੈਵਲ ਤੇ ਥੋੜੀ ਟੀਮ ਨੂੰ, ਆਪਣੀਆਂ ਟੀਮਾਂ ਜਿੰਨੀਆਂ ਵੀ ਹੈਗੀਆਂ ਨੇ ਤੁਹਾਡੀਆਂ, ਆਈ ਨੋ ਦੈਟ, ਤੇ ਉਹਨਾਂ ਨਾਲ ਰਾਬਤਾ ਕਰਕੇ ਤੇ ਜਿੱਥੇ ਵੀ ਕਈ ਵਾਰੀ ਚਾਹੁੰਦਿਆਂ ਹੋਇਆਂ ਵੀ ਆਪਣੇ ਕੋਲੋਂ ਕਈ ਚੀਜ਼ਾਂ ਨਾ ਪਿੱਛੇ ਰਹਿ ਜਾਂਦੀਆਂ ਜਿਹੜੀਆਂ ਕਿ ਕਹਿ ਲਓ ਕਿ ਹਰ ਜਗ੍ਹਾ ਤੇ ਰੀਚ ਕਰਨਾ ਵੀ ਮੁਸ਼ਕਿਲ ਹੋ ਜਾਂਦਾ। ਤੇ ਜੇਕਰ ਸਾਡੀ ਵੀ ਕਿਸੇ ਹੈਲਪ ਦੀ ਜ਼ਰੂਰਤ ਹੈਗੀ ਆ ਕਿ ਗਰਾਊਂਡ ਲੈਵਲ ਤੇ ਜਿੰਨੇ ਵੀ ਆਪਣੀ ਫੈਮਲੀਜ਼ ਜਾਂ ਜਿਹੜੇ ਆਪਣੇ ਫਰੈਂਡਸ ਹੈਗੇ ਨੇ ਜਾਂ ਜਿਹੜੀ ਜਿੱਥੇ ਵੀ ਆਪਾਂ ਨਿਊਜ਼ ਸਪਰੈਡ ਕਰ ਸਕਦੇ ਹਾਂ ਕਿ ਖਾਲਸਾ ਏਡ ਦੇ ਜੇ ਸਾਡੇ ਕੋਲ ਕੰਟੈਕਟ ਹੋਵੇ ਕਿਸੇ ਹਰ ਇੱਕ ਡਿਸਟ੍ਰਿਕਟ ਦਾ ਕਿ ਇਸ ਬੰਦੇ ਨੂੰ ਜਾ ਕੇ ਤੁਸੀਂ ਰੀਚ ਕਰ ਸਕਦੇ ਹੈਗੇ ਆ ਕਿ ਕਿੱਥੇ ਪ੍ਰੋਬਲਮ ਹੈਗੀ ਆ, ਕਿਹਨੂੰ ਕਿੱਥੇ ਕਿਸ ਚੀਜ਼ ਦੀ ਜ਼ਰੂਰਤ ਹੈਗੀ ਆ। ਕਿਉਂਕਿ ਸਭ ਤੋਂ ਪਹਿਲਾ ਸਟੈਪ ਤਾਂ ਇਸ ਵੇਲੇ ਮੈਨੂੰ ਲੱਗਦਾ ਕਿ ਜੋ ਜਾਨਾਂ ਜਾ ਰਹੀਆਂ ਆ ਉਹ ਜਾਣ ਤੋਂ ਬਚ ਜਾਣ ਜੇ ਆਪਣਾ ਇਹ ਉਪਰਾਲਾ ਹੋ ਜਾਵੇ, ਜੇ ਸਾਰਿਆਂ ਨੂੰ ਔਨ ਟਾਈਮ ਸਪੋਰਟ ਜਿਹੜੀ ਹੈਗੀ ਆ ਮਿਲ ਜਾਵੇ ਮੰਨ ਲਓ, ਤੇ ਕਿਉਂਕਿ ਬਹੁਤ ਸਾਰੀਆਂ ਜਾਨਾਂ ਜਾ ਚੁੱਕੀਆਂ ਆਲਰੇਡੀ ਉਹ ਆਪਾਂ ਵਾਪਸ ਨਹੀਂ ਲਿਆ ਸਕਦੇ, ਪਰ ਉਹਨਾਂ ਵਾਸਤੇ ਆਪਾਂ ਕੁਝ ਕਰ ਸਕਦੇ ਹਾਂ ਪਿੱਛੇ ਉਹਨਾਂ ਦੀ ਫੈਮਲੀਜ਼ ਲਈ, ਬੱਚਿਆਂ ਲਈ। ਤੇ ਇਹ ਵੀ ਇੱਕ ਬਹੁਤ ਵਧੀਆ ਉਪਰਾਲਾ ਤੁਸੀਂ ਮਤਲਬ ਜਿਹੜਾ ਸੁਝਾਅ ਸਾਂਝਾ ਕੀਤਾ ਹੈ ਕਿ ਪਿੱਛੇ ਕਿਸੇ ਬੱਚੇ ਦੇ ਪੇਰੈਂਟ ਚਲੇ ਗਏ ਜਾਂ ਕਿਸੇ ਬੱਚੇ ਨੂੰ ਇੱਕ ਪੇਰੈਂਟ ਚਲੇ ਗਿਆ ਜਾਂ ਇੱਕ ਦੋਨੋਂ ਹੀ ਚਲੇ ਗਏ ਤੇ ਉਹਨਾਂ ਦਾ ਪਿੱਛੇ ਉਹਨਾਂ ਦੀ ਪੜ੍ਹਾਈ ਦਾ ਖਰਚਾ, ਰਹਿਣ ਸਹਿਣ ਦਾ ਖਰਚਾ, ਉਹ ਵੀ ਇੱਕ ਬੜਾ ਵੱਡਾ ਉਪਰਾਲਾ ਕਰਨਾ ਪਏਗਾ ਸਾਨੂੰ ਤੇ ਉਹ ਹੋਣਾ ਚਾਹੀਦਾ ਉਹਨਾਂ ਨੂੰ ਇੱਕ ਲੈਵਲ ਤੇ ਬਚਾ ਕੇ ਰੱਖਣ ਲਈ। ਤੇ ਇੱਕ ਦੂਸਰੀ ਗੱਲ ਇਹ ਹੈਗੀ ਆ ਕਿ ਜਿਹੜੀ ਅਵੇਅਰਨੈਸ ਹੈਗੀ ਆ ਨਾ ਕੋਵਿਡ ਪ੍ਰਤੀ ਬਚਾਅ ਕਰਨ ਵਾਸਤੇ, ਜਿਵੇਂ ਡਾਕਟਰ ਸਾਹਿਬ ਬੋਲ ਰਹੇ ਸੀ ਸ਼ਿਕਾਗੋ ਤੋਂ ਕਿ ਜਿੱਥੇ ਵੀ ਤੁਹਾਡੇ ਆਪਣੇ ਖੁਦ ਦੇ ਲਿੰਕ ਹੈਗੇ ਨੇ ਸਾਰਿਆਂ ਦੇ, ਕਿਉਂਕਿ ਕੋਵਿਡ ਦੀ ਦਹਿਸ਼ਤ ਹੀ ਇੰਨੀ ਜ਼ਿਆਦਾ ਆ ਕਿ ਲੋਕਾਂ ਨੂੰ ਪਤਾ ਹੀ ਨਹੀਂ ਚੱਲ ਰਿਹਾ ਕਿ ਕਰਨਾ ਕੀ ਹੈਗਾ, ਇਹ ਤੋਂ ਬਚਣਾ ਕਿੱਦਾਂ ਵਾ ਜਾਂ ਇਹਦਾ ਟ੍ਰੀਟਮੈਂਟ ਕਿਵੇਂ ਕਰਨਾ ਹੈਗਾ। ਇਹਦੀ ਪ੍ਰੋਪਰ ਲੋਕੀ ਡਰ ਜਾਂਦੇ ਨੇ, ਡਰ ਕੇ ਹਸਪੀਟਲਾਂ 'ਚ ਨੱਠਦੇ ਨੇ, ਹਸਪੀਟਲਾਂ 'ਚ
ਜਗ੍ਹਾ ਨਹੀਂ ਹੈ, ਉੱਥੇ ਵੀ ਲੁੱਟ ਹੋ ਰਹੀ ਹੈ, ਆਪਾਂ ਰੋਜ਼ ਖਬਰਾਂ ਸੁਣਦੇ ਆ। ਦੈਨ ਉਹ ਫਿਰ ਕੀ ਹੁੰਦਾ ਕਿ ਉਹ ਡਰ ਦੇ ਚੱਕਰ 'ਚ ਹੀ ਅੱਧੇ ਬੰਦੇ ਤਾਂ ਡਰ ਦੇ ਚੱਕਰ 'ਚ ਹੀ ਚਲੇ ਜਾਂਦੇ ਆ, ਹਾਲਾਂਕਿ ਉਹ ਘਰੇ ਰਹਿ ਕੇ ਟ੍ਰੀਟਮੈਂਟ ਕਰ ਸਕਦੇ ਆ ਆਪਣਾ। ਕੋਈ ਜਦੋਂ ਤੱਕ ਬਰੀਥਿੰਗ ਦੀ ਪ੍ਰੋਬਲਮ ਨਹੀਂ ਆ ਜਾਂਦੀ ਜਾਂ ਸਾਹ ਦੀ ਆਕਸੀਜਨ ਦੀ ਪ੍ਰੋਬਲਮ ਨਹੀਂ ਆਉਂਦੀ, ਤਾਂ ਆਕਸੀਜਨ ਵੀ ਘਰੇ ਪ੍ਰੋਵਾਈਡ ਕੀਤੀ ਜਾ ਸਕਦੀ। ਖਾਲਸਾ ਏਡ ਕਰ ਰਹੀ ਹੈ, ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਕਰ ਰਹੀਆਂ, ਉਹਨਾਂ ਨੂੰ ਵੀ ਸਲੂਟ ਆ। ਵੈਸੇ ਤਾਂ ਆਪਾਂ ਵੀ ਉਸ ਚੀਜ਼ ਦਾ ਪਾਰਟ ਬਣ ਜਾ ਰਹੇ ਹਾਂ, ਆਪਣੇ ਆਪਣੇ ਲੈਵਲ ਤੇ ਪਹਿਲੇ ਵੀ ਆਪਾਂ ਕਰ ਰਹੇ ਹਾਂ, ਕੀਤਾ ਸੀਗਾ। ਸੋ ਇਟਸ ਮੈਂ ਕਹਿ ਸਕਦਾ ਕਿ ਅਵੇਅਰਨੈਸ ਦੀ ਕਮੀ ਹੈ ਕਿਤੇ ਨਾ ਕਿਤੇ। ਅਜੇ ਵੀ ਆਪਾਂ ਕਿਸੇ ਰਿਸ਼ਤੇਦਾਰ ਨਾਲ ਜਾਂ ਕਿਤੇ ਆਪਣੇ ਲੈਵਲ ਤੇ ਜੇ ਆਪਾਂ ਗੱਲ ਕਰੀਏ ਤਾਂ ਅਜੇ ਤੱਕ ਵੀ ਲੋਕਾਂ ਵਿੱਚ ਹੈ ਕਿ ਇਹ ਨਹੀਂ ਜੀ, ਮਤਲਬ ਕੋਵਿਡ ਜੋ ਹੈ ਕਿ ਗਵਰਨਮੈਂਟ ਦੀ ਚਾਲ ਆ ਜੀ, ਇਹ ਕੋਵਿਡ ਹੈ ਹੀ ਨਹੀਂ ਜੀ, ਇਹ ਹੈ, ਮਤਲਬ ਇਦਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਅਜੇ ਵੀ। ਹਾਲਾਂਕਿ ਇਸ ਚੀਜ਼ ਨੂੰ ਚੱਲਦੇ ਨੂੰ ਹੁਣ ਸਾਲ ਤੋਂ ਉੱਪਰ ਹੋ ਗਿਆ, 1 ਸਾਲ ਤੋਂ ਉੱਪਰ ਹੋ ਗਿਆ, ਤਾਂ ਅਵੇਅਰਨੈਸ ਦੀ ਅਜੇ ਵੀ ਕਿਤੇ ਨਾ ਕਿਤੇ ਕਮੀ ਨਜ਼ਰ ਆਉਂਦੀ ਹੈ। ਸੋਸ਼ਲ ਡਿਸਟੈਂਸ, ਲੋਕੀ ਥੋੜਾ ਡਿਸਟੈਂਸਿੰਗ ਜਿਹੜੀ ਹੈਗੀ ਆ ਉਹ ਤੋਂ ਗਰੇਜ ਨਹੀਂ ਕਰਦੇ। ਵਿਆਹ ਸ਼ਾਦੀਆਂ ਵੀ ਦੇਖਦੇ ਆ ਆਪਾਂ, ਚਲੋ ਕਿਸੇ ਲੈਵਲ ਤੱਕ ਘੱਟ ਹੋਇਆ ਵੀ ਆ, ਪਰ ਸਟਿਲ ਜੇ ਕਿਸੇ ਚੀਜ਼ ਨੂੰ ਡਿਲੇ ਕੀਤਾ ਜਾ ਸਕੇ ਤੇ ਕਰ ਲੈਣਾ ਚਾਹੀਦਾ। ਸੋਸ਼ਲ ਡਿਸਟੈਂਸ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਆ, ਕਿਉਂਕਿ ਉਹੀ ਆ ਜਿਹੜੀ ਸਪਰੈਡ ਕਰਦੀ ਆ ਇਸ ਚੀਜ਼ ਨੂੰ ਨਾ। ਤੇ ਫਿਰ ਜੇ ਮੰਨ ਲਓ ਕਿਸੇ ਨੂੰ ਕੋਵਿਡ ਪੋਜ਼ਿਟਿਵ ਹੋ ਹੀ ਗਿਆ ਤੇ ਉਹਦੇ ਮਤਲਬ ਉਹਦਾ ਇਲਾਜ, ਉਹਦੇ ਉਪਚਾਰ, ਉਹਦੇ ਜੋ ਪਰਹੇਜ਼ ਜਿਹੜੇ ਹੈਗੇ ਨੇ, ਕਿੱਦਾਂ ਦੀ ਡਾਈਟ ਲੈਣੀ ਆ, ਕੀ ਤੁਸੀਂ ਆਪਣਾ ਜਿਹੜੀ ਆਪਣਾ ਖੁਦ ਜਿਹੜੀ ਹੋਮ ਰੈਮਡੀਜ਼ ਹੁੰਦੀਆਂ ਉਹ ਕਿਹੜੀਆਂ ਯੂਜ਼ ਕਰ ਸਕਦੇ ਆ। ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਅਜੇ ਵੀ ਲੋਕ ਲੈਕ ਆਫ ਨੌਲੇਜ ਹੈਗੇ ਆ, ਕਿਉਂਕਿ ਜਿਹੜੀ ਹੋਮ ਰੈਮਡੀਜ਼ ਹੈ ਉਹ ਵੀ ਬਹੁਤ ਕਹਿ ਲਓ ਕਿ ਹੈਲਪਫੁਲ ਹੈਗੀਆਂ। ਇਹ ਤੋਂ ਜ਼ਿਆਦਾ ਕੋਸਟ ਨਹੀਂ ਕਰਦੀਆਂ ਆਪਾਂ ਨੂੰ। ਜੇ ਘਰ 'ਚ ਹੀ ਆਪਾਂ ਬੈਠ ਕੇ ਆਪਣਾ ਖੁਦ ਦਾ ਇਲਾਜ ਖੁਦ ਹੀ ਕਰ ਲਈਏ ਤੇ ਆਪਣੇ ਆਪ ਨੂੰ ਕੁਆਰੰਟਾਈਨ ਕਰ ਲਈਏ ਸਾਰੀ ਫੈਮਿਲੀ ਤੋਂ, ਤਾਂ ਉਸ ਚੀਜ਼ ਤੋਂ ਵੀ ਬਚਾਅ ਕੀਤਾ ਜਾ ਸਕਦਾ ਹੈਗਾ। ਬਿਲਕੁਲ। ਤੇ ਜਸਵਿੰਦਰ, ਸੰਧੂ ਜੀ ਮੈਂ ਤੁਹਾਨੂੰ ਇੰਟਰਪਟ ਕਰੂੰਗੀ। ਬਿਲਕੁਲ ਤੁਸੀਂ ਸਹੀ ਗੱਲਾਂ ਕਹੀਆਂ ਕਿ ਹਜੇ ਵੀ ਆਪਣੀ ਕਮਿਊਨਿਟੀ 'ਚ ਮਿਸ ਇਨਫੋਰਮੇਸ਼ਨ ਹੈ ਤੇ ਮਿਸ ਟਰਸਟ ਹੈ, ਤੇ ਯੂ ਨੋ ਦੇ ਨੀਡ ਟੂ ਬੀ ਐਜੂਕੇਟਡ। ਹਾਂਜੀ, ਐਂਡ ਐਜ਼ ਯੂ ਸੈਡ ਕਿ ਬਹੁਤ ਸਾਰੇ ਪੇਸ਼ੈਂਟਸ ਘਰੇ ਟ੍ਰੀਟ ਹੋ ਸਕਦੇ ਆ, ਦੇ ਡੋਨਟ ਨੀਡ ਟੂ ਗੋ ਟੂ ਦਾ ਹਸਪੀਟਲ। ਐਜੂਕੇਸ਼ਨ ਦੀ ਕਮੀ ਹੈ। ਸੋ ਬਿਲਕੁਲ ਯੂ ਨੋ ਇਹੀ ਇਸ ਤੇ ਕੰਮ ਕਰਨ ਦੀ ਲੋੜ ਹੈ। ਇਸ ਤੇ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ। ਬਿਲਕੁਲ। ਹਾਂ, ਕਿਉਂਕਿ ਇਹ ਤਾਂ ਫਸਟ ਸਟੈਪ ਹੈਗਾ ਨਾ। ਹਾਂਜੀ ਇਹ ਤਾਂ ਫਸਟ ਸਟੈਪ ਆ ਜਿਸ ਤੋਂ ਆਪਾਂ ਬੰਦੇ ਨੂੰ ਬਚਾ ਹੀ ਸਕਦੇ ਆ। ਫਿਰ ਉਹਦੇ ਵਾਸਤੇ ਜੇ ਆਪ ਖੁਦ ਹੀ ਬਚ ਗਿਆ ਤਾਂ ਫਿਰ ਪਿੱਛੇ ਕੁਝ ਕਰਨ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਬਿਲਕੁਲ। ਐਂਡ ਟੈਬੂ ਵੀ ਬਣਾਇਆ ਹੋਇਆ ਇੰਡੀਆ ਦੇ ਵਿੱਚ ਨਾ, ਇਟਸ ਅ ਟੈਬੂ, ਇਟਸ ਨਾਟ ਅ ਟੈਬੂ, ਇਟਸ ਅ ਇਲਨੈਸ ਐਂਡ ਯੂ ਕੈਨ ਗੈਟ ਓਵਰ ਇਟ, you know. So as long as you know you get proper treatment and you can survive. So more than 98% of people do survive from it, but as you said कि education ਦੀ ਸਹੀ information ਦੀ ਬਹੁਤ ਕਮੀ ਹੈ। ਬਹੁਤ ਕਮੀ ਹੈ। ਹਾਂਜੀ। ਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਸਾਡੀ ਮਿਸ਼ੀਗਨ ਦੀ ਟੀਮ ਵੱਲੋਂ ਮੈਂ ਬੋਲ ਰਿਹਾ ਹੈਗਾ ਤੇ ਡਿਟਰੋਇਟ ਮਿਸ਼ੀਗਨ ਤੋਂ ਹੈਗਾ, ਤੇ ਸਾਡੇ ਵੱਲੋਂ ਕਿਤੇ ਵੀ whenever we needed, ਜਿੱਥੇ ਵੀ ਸਾਨੂੰ ਕਿਸੇ ਤਰ੍ਹਾਂ ਦੀ ਵੀ ਹੈਲਪ ਦੀ ਜ਼ਰੂਰਤ ਹੈ ਕਰਨ ਦੀ, ਅਸੀਂ ਖੜੇ ਹਾਂ। ਭਾਜੀ ਰਣਜੀਤ ਸਿੰਘ ਐਂਡ ਆਰਗੇਨਾਈਜੇਸ਼ਨ ਆਪਣੀ ਸਾਰੀ ਦੇ ਨਾਲ, you know, from everywhere to everywhere, from bottom to the top. We are all together. ਇਸ ਦੇ ਨਾਲ ਹੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਇਸ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ। ਥੈਂਕ ਯੂ ਸੋ ਮਚ। ਸਾਡਾ ਕਲੋਜ਼ਿੰਗ ਰਿਮਾਰਕਸ ਨੇ ਜੀ ਰਣਜੀਤ ਸਿੰਘ, ਜੋ ਕਿ ਕੌਂਸੂਲੇਟ ਜਨਰਲ ਆਫ ਇੰਡੀਆ ਨੇ, ਤੇ ਆਈ ਐਮ ਗੋਇੰ ਟੂ ਹੈਂਡ ਓਵਰ ਟੂ ਰਣਜੀਤ ਸਿੰਘ ਜੀ। ਹਾਂਜੀ, ਮੈਂ ਕਾਉਂਸਲ ਜਨਰਲ ਨਹੀਂ, ਆਈ ਐਮ ਦ ਕਾਉਂਸਲ ਓਨਲੀ ਹੇਅਰ, ਆਈ ਐਮ ਅ ਵੈਰੀ ਸਮਾਲ ਮੈਨ। ਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਰਾਜਵੀਰ ਜੀ ਨੇ ਜੋ ਅੱਜ ਦੀ ਸਭ ਜਿਹੜੀ ਸਾਡੀ ਮੀਟਿੰਗ ਹੈ ਉਹ ਪੰਜਾਬੀ 'ਚ ਕੰਡਕਟ ਕੀਤੀ ਹੈ। ਤੇ ਮੇਰੀ ਇਹ ਦਿਲੀ ਇੱਛਾ ਸੀ ਕਿ ਅਸੀਂ USA ਜੋ ਪੰਜਾਬੀ ਹੈਗੇ ਆਪਣੀ ਭਾਸ਼ਾ ਦੇ ਪ੍ਰਤੀ ਸੁਚੇਤ ਹੋਈਏ, ਤੇ ਰਾਜਵੀਰ ਜੀ ਨੇ ਇਹ ਕੰਮ ਬਹੁਤ ਚੰਗੀ ਤਰ੍ਹਾਂ ਕੀਤਾ ਹੈ। ਤੇ ਜਿਸ ਤਰ੍ਹਾਂ ਸਾਰੇ ਵਕਤਾਵਾਂ ਨੇ ਕਿਹਾ ਕਿ ਅੱਜ ਦੀ ਜਿਹੜੀ ਸਾਡੀ ਇਹ COVID-19 ਦੇ ਅਗੇਂਸਟ ਜਿਹੜੀ ਸਾਡੀ ਜੰਗ ਹੈ ਉਹ ਲੰਬੀ ਚੱਲੇਗੀ। ਨਿਊ ਸਟ੍ਰੇਨਸ ਆ ਰਹੇ ਨੇ, ਵੇਰੀਐਂਟਸ ਨਵੇਂ ਹੈਗੇ ਨੇ, ਤੇ ਸਾਨੂੰ ਇਹ ਤਿਆਰ ਰਹਿਣਾ ਪਏਗਾ। ਤੇ ਇਹ ਕੋਈ ਇੱਕ ਦਿਨ ਦੀ ਗੱਲ ਨਹੀਂ ਹੈ, ਇਹ ਇੱਕ ਦਿਨ ਦਾ ਸੈਸ਼ਨ ਨਹੀਂ ਹੈ। ਤੇ ਇਹ ਮਤਲਬ ਅਸੀਂ ਅੱਜ ਜਿਹੜਾ ਇਹ ਸਾਡੀ ਇੱਕ ਓਪਨਿੰਗ ਹੈ, ਇਹ ਸਾਡੀ ਸ਼ੁਰੂਆਤ ਹੈ, ਤੇ ਅਸੀਂ ਅੱਗੇ ਵੀ ਆਉਣ ਵਾਲੇ ਸਮੇਂ ਵਿੱਚ ਇਹਦੇ ਗੱਲ ਕਰਦੇ ਰਹਾਂਗੇ। ਤੇ ਉਮਰ ਸਿੰਘ ਜੀ, ਮੈਂ ਕੁਝ ਪੁਆਇੰਟ ਲਾਂਗਾ ਜਿਹੜੇ ਸਾਡੇ ਸਪੀਕਰਸ ਹੈਗੇ ਸੀ ਉਹਨਾਂ ਨੇ ਰੇਜ਼ ਕੀਤੇ ਨੇ।
ਅਮਰ ਸਿੰਘ ਜੀ ਨੇ ਕਿਹਾ ਸੀ ਕਿ ਸ਼ਾਇਦ ਕੁਝ ਉਹ ਕੰਸਾਈਨਮੈਂਟਸ ਵਗੈਰਾ ਜਿਹੜੀਆਂ ਹੈਗੀਆਂ ਨੇ ਉਹ ਹੈਲਡ ਅਪ ਨੇ, ਗਵਰਨਮੈਂਟ ਲੈਵਲ ਤੇ ਅੜਚਨਾ ਆਉਂਦੀਆਂ ਨੇ, ਤੇ ਅਸੀਂ ਕਾਉਂਸੂਲੇਟ ਦੇ ਲੈਵਲ ਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ। ਜੋ ਵੀ ਕੋਈ ਰਿਪਰੈਜ਼ੈਂਟੇਟਿਵਸ ਨੇ ਉਹ ਸਾਡੇ ਨਾਲ ਆ ਕੇ ਕਦੇ ਵੀ, ਮੈਂ ਵੀ ਉਹਨਾਂ ਨੂੰ ਆਪਣੇ ਤੌਰ ਤੇ ਰੀਚ ਆਊਟ ਕਰ ਲਾਂਗਾ, ਤੇ ਜੋ ਵੀ ਅਸੀਂ ਇੱਧਰੋਂ ਕਾਉਂਸੂਲੇਟ ਤੋਂ ਉੱਥੇ ਅਥਾਰਟੀਜ਼ ਨੂੰ ਗੱਲ ਪਹੁੰਚਾਣੀ ਹੈ ਤੇ ਅਸੀਂ ਉਹਦੇ ਵਿੱਚ ਮਦਦਗਾਰ ਹੋ ਸਕਦੇ ਹਾਂ ਕਾਉਂਸੂਲੇਟ ਤੋਂ। ਤੇ ਇਸ ਤਰ੍ਹਾਂ ਹੀ ਸਾਡੇ ਕੋਲ ਅਗਰ ਕੋਈ ਕੰਸਾਈਨਮੈਂਟਸ ਵਗੈਰਾ ਕਿਸੇ ਨੇ ਭੇਜਣੀਆਂ ਨੇ, ਕਿਧਰੋਂ ਇਧਰੋਂ ਮਟੀਰੀਅਲ ਭੇਜਣਾ ਹੈ, ਤੇ ਸਾਡੇ ਕੋਲ ਕੁਝ ਪੈਕਰਸ ਜਾਂ ਜਿਹੜੇ ਲੌਜਿਸਟਿਕਲ ਸਪੋਰਟ ਪ੍ਰੋਵਾਈਡ ਕਰਦੇ ਨੇ ਉਹਨਾਂ ਦੀ ਕੁਝ ਲਿਸਟ ਹੈਗੀਆਂ ਨੇ, ਤੇ ਕਿਉਂਕਿ ਕਾਉਂਸੂਲੇਟ ਵਿੱਚ ਹੋਣ ਦੇ ਨਾਤੇ ਸਾਡਾ ਉਹਨਾਂ ਨਾਲ ਵਾਹ ਪੈਂਦਾ ਰਹਿੰਦਾ ਹੈ, ਤੇ ਉਹ ਵੀ ਅਸੀਂ ਉਹਨਾਂ ਨਾਲ ਸ਼ੇਅਰ ਕਰ ਸਕਦੇ ਹਾਂ। ਹੋਰ ਵੀ ਸੰਸਥਾਵਾਂ ਨੇ ਬਹੁਤ ਸਾਰਾ ਮਟੀਰੀਅਲ ਭੇਜਿਆ ਹੈ, ਤੇ ਅਸੀਂ ਉਹਨਾਂ ਨਾਲ ਕਿਉਂਕਿ ਰੈਗੂਲਰ ਕੰਟੈਕਟ ਹੈਗਾ, ਤੇ ਉਹ ਅਸੀਂ ਇਨਫੋਰਮੇਸ਼ਨ ਕਿਸੇ ਟਾਈਮ ਵੀ ਸ਼ੇਅਰ ਕਰ ਸਕਦੇ ਹਾਂ। ਤੇ ਜਸਵਿੰਦਰ ਵੀਰ ਜੀ ਨੇ ਬੜੀ ਕਈ ਗੱਲਾਂ ਕਹੀਆਂ ਸੀ, ਤੇ ਉਹ ਵੀ ਮੈਂ ਨੋਟ ਕਰ ਲਿੱਤੀਆਂ, ਤੇ ਮੈਂ ਉਹਨਾਂ ਨਾਲ ਵੱਖ ਤੌਰ ਇੱਕ ਅਲੱਗ ਵੀ ਉਹਨਾਂ ਨੂੰ ਕਾਲ ਕਰ ਲਾਂਗਾ, ਜਾਂ ਮੈਂ ਮੀਟਿੰਗ ਉਹਨਾਂ ਨੂੰ ਮੀਟਿੰਗ ਲਈ ਸੱਦ ਲਾਂਗੇ, ਤੇ ਉਹਨਾਂ ਦੇ ਜਿਹੜੇ ਵੀ ਸੁਝਾਅ ਸੀ, ਚਾਹੇ ਉਹ ਮੈਡੀਕਲ ਟੀਮ ਵਾਸਤੇ ਹੈਗੇ ਨੇ ਜਾਂ ਕਿਸੇ ਵੀ ਹੋਰ ਚੀਜ਼ ਵਾਸਤੇ ਹੈਗੇ ਨੇ, ਤੇ ਉਹਨਾਂ ਨੇ ਬੜੀ ਸਹੀ ਗੱਲ ਕਹੀ ਸੀ ਕਿ ਅਗਰ ਉੱਥੇ ਮਟੀਰੀਅਲ, ਕਿਉਂਕਿ ਸਮੱਸਿਆ ਇਸ ਤਰ੍ਹਾਂ ਦੀ ਹੈਗੀ ਹੈ ਕਿ ਮਟੀਰੀਅਲ ਜਿਹੜਾ ਹੈ ਉਹ ਉੱਥੇ ਇਮੀਡੀਏਟਲੀ ਪਹੁੰਚਣਾ ਚਾਹੀਦਾ ਹੈ, ਤੇ ਕਿਉਂਕਿ ਕਈ ਗੱਲਾਂ ਹੈਗੀਆਂ ਨੇ ਜਿਹੜੀਆਂ ਉਹ ਬਿਲਕੁਲ ਜਿਹੜੇ ਸਰਕਾਰ ਵਿੱਚ ਲੋਕ ਕੰਮ ਕਰ ਰਹੇ ਨੇ ਉਹਨਾਂ ਵਾਸਤੇ ਬਿਲਕੁਲ ਨਵੀਆਂ ਹੈਗੀਆਂ ਨੇ, ਤੇ ਨਵੇਂ ਚੈਲੰਜਸ ਹੈਗੇ ਨੇ, ਤੇ ਉਹਦੇ ਵਾਸਤੇ ਨਵੀਆਂ ਸਟ੍ਰੈਟੇਜੀਜ਼ ਜਿਹੜੀਆਂ ਨੇ ਉਹ ਚਾਹੀਦੀਆਂ ਨੇ, ਤੇ ਉਹ ਵਿਉਂਤਬੰਦੀ ਕਿਸ ਹਿਸਾਬ ਨਾਲ ਕਰਨੀ, ਉਹ ਹਾਲਾਂਕਿ ਬਹੁਤ ਗੱਲਾਂ ਨੂੰ ਐਡਰੈਸ ਵੀ ਕੀਤਾ ਗਿਆ, ਲੇਕਿਨ ਫਿਰ ਵੀ ਬਹੁਤ ਕਮੀਆਂ ਹੈਗੀਆਂ ਨੇ ਸਿਸਟਮ ਵਿੱਚ। ਨੋ ਸਿਸਟਮ ਇਜ਼ ਪਰਫੈਕਟ, ਐਂਡ ਲੇਕਿਨ ਅਸੀਂ ਇੱਥੇ ਕਾਉਂਸੂਲੇਟ ਦੇ ਲੈਵਲ ਤੇ ਜੋ ਵੀ ਉੱਥੇ ਕਿਸੇ ਵੀ ਆਰਗੇਨਾਈਜੇਸ਼ਨ ਨਾਲ ਕੋਈ ਵੀ ਇੰਟਰੈਕਸ਼ਨ ਕਰਨਾ ਹੈ, ਤੇ ਉਹਦੇ ਵਿੱਚ ਅਸੀਂ ਉਹ ਹੈਲਪ ਕਰ ਸਕਦੇ ਹਾਂ। ਤੇ ਜਿੱਥੇ ਤੱਕ ਡੈਡ ਬੋਡੀਜ਼ ਦਾ ਉਹ ਗੱਲ, ਇਹ ਹਾਲਾਂਕਿ ਗਵਰਨਮੈਂਟ ਲੈਵਲ ਤੇ ਗੱਲ ਨਹੀਂ ਹੈਗੀ, ਇਹ ਉੱਥੇ ਲੋਕਲ ਅਥਾਰਟੀਜ਼ ਨੇ ਮੈਨੇਜ ਕਰਨਾ ਹੈ, ਲੇਕਿਨ ਮੇਰਾ ਸੁਝਾਅ ਸੀ ਕਿ ਅਸੀਂ ਕਿਉਂਕਿ ਸਾਡੀ ਦਿੱਲੀ ਜਿਹੜੀ ਸਾਡੀ ਕਮਿਊਨਿਟੀ ਹੈ ਉਹ ਕੁਝ ਖਾਸ ਇਲਾਕਿਆਂ ਵਿੱਚ ਜ਼ਿਆਦਾ ਹੈਗੀ ਹੈ। ਜਿਸ ਤਰ੍ਹਾਂ ਅਸੀਂ ਲੈ ਲਈਏ ਕਿ ਮੈਂ ਦਿੱਲੀ ਦਾ ਰਹਿਣ ਵਾਲਾ, ਤੇ ਉੱਥੇ ਵੈਸਟ ਦਿੱਲੀ 'ਚ ਜਿਹੜਾ ਤਿਲਕ ਨਗਰ ਇਲਾਕਾ ਹੈ, ਉਹਦੇ ਨਾਲ ਕਈ ਬਹੁਤ ਸਾਰੀ ਕਲੋਨੀਜ਼ ਲੱਗਦੀਆਂ ਨੇ। ਉਸ ਤੋਂ ਇਲਾਵਾ ਵੈਸਟ ਦਿੱਲੀ 'ਚ ਜਿਸ ਤਰ੍ਹਾਂ ਰਜੌਰੀ ਗਾਰਡਨ ਨੇ, ਮੋਤੀ ਨਗਰ ਨੇ, ਇਸ ਤਰ੍ਹਾਂ ਦੇ ਇਲਾਕੇ ਹੈਗੇ ਨੇ, ਤੇ ਉਹਨਾਂ 'ਚ ਨੰਬਰ ਆਫ ਡੈਥਸ ਬਹੁਤ ਜ਼ਿਆਦਾ ਨੇ, ਤੇ ਅਸੀਂ ਉਸ ਏਰੀਆ ਵਿੱਚ ਇੱਕ ਐਡੀਸ਼ਨਲ ਇਲੈਕਟ੍ਰਿਕ ਕ੍ਰੀਮੇਟੋਰੀਅਮ ਦੇ ਬਾਰੇ ਸੋਚ ਸਕਦੇ ਹਾਂ। ਲੇਕਿਨ ਇੱਕ ਕਿਉਂਕਿ ਹੋ ਸਕਦਾ ਅਸੀਂ ਕਿਸੇ ਅਥਾਰਟੀਜ਼ ਨਾਲ ਗੱਲ ਕਰ ਲਾਂਗੇ, ਤੇ ਖਾਲਸਾ ਏਡ ਵਾਲਿਆਂ ਨੂੰ ਮੇਰੀ ਅਪੀਲ ਹੈ ਕਿ ਇਹਦੇ ਬਾਰੇ ਜ਼ਰੂਰ ਸੋਚਣ। ਡੈਡ ਬੋਡੀਜ਼ ਦੀ ਜਿਹੜੀ ਉਹ ਸੰਭਾਲ ਹੈਗੀ ਹੈ, there should be death dignity in death also। ਇਹ ਨਹੀਂ ਹੈ ਕਿ ਅਸੀਂ ਮਤਲਬ ਜਿਹੜੇ ਆਪਣੇ ਮ੍ਰਿਤਕ ਸਰੀਰ ਨੇ ਉਹਨਾਂ ਨੂੰ ਰੁਲਣ ਦਈਏ, ਉਹਨਾਂ ਦਾ ਸਨਮਾਨਜਨਕ ਤਰੀਕੇ ਨਾਲ ਸੰਸਕਾਰ ਹੋਣਾ ਚਾਹੀਦਾ ਹੈ। ਤੇ ਇੱਕ ਹੋਰ ਸਵਾਲ ਹੈਗਾ ਸੀ ਕਿ ਕੰਸੈਂਟਰੇਟਰਸ ਜਿਹੜੇ ਨੇ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਭੇਜ ਸਕਦੇ ਹਾਂ ਫਾਸਟ ਤਰੀਕੇ ਨਾਲ, ਤੇ ਕਿਸੇ ਨੂੰ ਵੀ ਇਸ ਬਾਰੇ ਜਾਣਕਾਰੀ ਚਾਹੀਦੀ ਤੇ ਉਹ ਮੈਂ ਦੇ ਦਿਆਂਗਾ। ਹੋਰ ਵੀ ਸੰਸਥਾਵਾਂ ਬਹੁਤ ਸਾਰੀਆਂ ਜਿਹੜੀਆਂ ਇਹਦੇ ਵਾਸਤੇ ਕੰਮ ਕਰ ਰਹੀਆਂ ਨੇ, ਤੇ ਸ਼ਾਇਦ ਇਹ ਜਿਹੜਾ ਸਵਾਲ ਹੈ ਮੇਰੇ ਖਿਆਲ ਪ੍ਰੇਮਪਾਲ ਵੀਰ ਜੀ ਕੋਲ ਆਇਆ ਸੀ, ਤੇ ਮੈਂ ਉਹਨਾਂ ਨੂੰ ਕੰਟੈਕਟ ਕਰਕੇ ਇਸ ਬਾਰੇ ਜਿਹੜੀ ਹੈ ਉਹ ਇਨਫੋਰਮੇਸ਼ਨ ਸ਼ੇਅਰ ਕਰ ਲਾਂਗਾ ਕਿ ਕਿਸ ਤਰੀਕੇ ਨਾਲ ਮਤਲਬ ਇਕਨੋਮਿਕਲੀ। ਵੈਸੇ ਜਿਹੜਾ ਫੈਡੈਕਸ ਕੰਪਨੀ ਹੈ ਉਹਨੇ ਕਿਹਾ ਕਿ ਜਿਹੜੀ ਮੈਡੀਕਲ ਸਪਲਾਈਜ਼ ਨੇ ਉਹ ਉਹਨਾਂ ਨੂੰ ਉਹ ਦੇ ਵਿਲ ਚਾਰਜ ਵੈਰੀ ਇਕਨੋਮਿਕਲ ਰੇਟ। ਲੇਕਿਨ ਅਗਰ ਤੁਸੀਂ ਕੰਸਾਈਨਮੈਂਟ ਤੁਹਾਡੀ ਛੋਟੀ ਹੈਗੀ ਹੈ ਤੇ ਤੁਸੀਂ ਫੈਡੈਕਸ ਦੀ ਅਸਿਸਟੈਂਸ ਲੈ ਸਕਦੇ ਹੋ, ਨਹੀਂ ਤੇ ਤੁਸੀਂ ਇਹਦੇ ਲਈ ਜਿਹੜਾ ਵੱਡੀ ਕੰਸਾਈਨਮੈਂਟ ਹੈ ਤੇ ਉਹ ਮੇਰੇ ਕੋਲ ਦੋ ਤਿੰਨ ਪੈਕਰ ਵਰਲਡ ਵਾਈਡ ਲੌਜਿਸਟਿਕਸ ਹੈਗੇ ਨੇ, ਜਾਂ ਉਹ ਨੋ ਪ੍ਰੋਫਿਟ ਨੋ ਲਾਸ ਦੇ ਬੇਸ ਤੇ ਕੰਮ ਕਰ ਰਹੇ ਨੇ, ਤੇ ਉਹਨਾਂ ਦੀ ਡਿਟੇਲ ਮੈਂ ਸ਼ੇਅਰ ਕਰ ਲਾਂਗਾ। ਜਿੰਨੇ ਵੀ ਕੋਈ ਇਸ ਤਰ੍ਹਾਂ ਦੀ ਏਡ ਭੇਜਣੀ ਹੈ ਜਿਹਦੇ ਕੋਲ ਉਹ ਵੋਲਿਊਮ ਜ਼ਿਆਦਾ ਹੈਗਾ, ਤੇ ਉਹਦੇ ਲਈ ਅਲੱਗ ਤਰੀਕਾ ਹੈ। ਕਿਸੇ ਨੇ ਇੰਡੀਵਿਜੂਅਲੀ ਭੇਜਣੀ ਹੈ ਤੇ ਉਹ ਫੈਡੈਕਸ ਰਾਹੀਂ ਭੇਜ ਸਕਦਾ ਹੈ। ਤੇ ਮਨਿੰਦਰ ਵਾਲੀਆ ਜੀ ਨੇ ਕਿਹਾ ਸੀ ਕਿ ਆਫਟਰਮਾਥ ਜਿਹੜਾ ਪ੍ਰੋਗਰਾਮ ਮਤਲਬ ਉਹ ਹੈਗਾ, ਕਾਫੀ ਸਾਨੂੰ ਸਮੱਸਿਆਵਾਂ ਆਉਣ ਵਾਲੀਆਂ ਨੇ, ਤੇ ਵੀ ਕੈਨ
ਉਹਦੇ ਵਾਸਤੇ ਅਸੀਂ ਦੇਖ ਸਕਦੇ ਹਾਂ ਕਿ ਪ੍ਰੋਫੈਸ਼ਨਲ ਸਰਵਿਸਿਜ਼ ਜਿਹੜੀਆਂ ਹਾਇਰ ਕਰਨੀਆਂ ਨੇ ਅਸੀਂ ਅਗਰ ਕੋਈ ਲੋੜ ਪਈ ਜਿਹੜੇ ਜ਼ਮੀਨੀ ਪੱਧਰ ਤੇ ਉੱਧਰ ਕੰਮ ਕਰ ਰਹੀਆਂ ਨੇ ਸੰਸਥਾਵਾਂ, ਅਸੀਂ ਉਹਨਾਂ ਕੋਲ ਪੁੱਛ ਲਾਂਗੇ ਕਿ ਬੱਚਿਆਂ ਨੂੰ ਪ੍ਰੋਪਰਟੀ ਰਿਲੇਟਿਡ ਜਿਹੜੇ ਇਸ਼ੂਜ਼ ਹੈਗੇ ਨੇ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਇਸ਼ੂਜ਼ ਹੈਗੇ ਨੇ, ਤੇ ਉੱਥੇ ਮੈਂ ਜਿਹੜੀਆਂ ਚਾਰਟਰਡ ਅਕਾਊਂਟੈਂਟਸ ਦੀ ਸੰਸਥਾਵਾਂ ਹੈਗੀਆਂ ਨੇ ਜਾਂ ਜਿਹੜੇ ਸਾਡੇ ਵਕੀਲ ਹੈਗੇ ਨੇ ਬਹੁਤ ਸਾਰੇ, ਉਹ ਇਸ ਗੱਲ ਵਿੱਚ ਸਹਾਇਕ ਹੋ ਸਕਦੇ ਨੇ। ਤੇ ਅਗਰ ਉਹਦੇ ਲਈ ਕੋਈ ਭਵਿੱਖ ਵਿੱਚ ਕੋਈ ਸਾਨੂੰ ਪੇਮੈਂਟ ਵੀ ਕਰਨੀ ਪਈ ਤੇ ਉਹ ਅਸੀਂ ਇੱਧਰੋਂ ਅਰੇਂਜ ਕਰ ਸਕਦੇ ਹਾਂ। ਅਸੀਂ ਆਪਣੇ ਫੰਡਸ ਇੱਧਰੋਂ ਜਨਰੇਟ ਕਰ ਲਈਏ ਤੇ ਉਹ ਮਤਲਬ ਅਸੀਂ ਉਹਨਾਂ ਨੂੰ ਇੰਟੈਕਟ ਰੱਖਾਂਗੇ ਤੇ ਵੱਖ-ਵੱਖ ਸਟੇਜਿਸ ਵਿੱਚ ਫਰੋਮ ਟਾਈਮ ਟੂ ਟਾਈਮ ਉਹ ਸਾਨੂੰ ਜ਼ਰੂਰਤ ਰਹੇਗੀ ਕਿ ਉਹਨੂੰ ਕਿਸ ਤਰ੍ਹਾਂ ਅਸੀਂ ਠੀਕ ਤਰੀਕੇ ਨਾਲ, ਤੇ ਅਸੀਂ ਉਹਨਾਂ ਦੀ ਜਿਹੜੀਆਂ ਵੀ ਸੁਜੈਸ਼ਨਸ ਹੈਗੀਆਂ ਨੇ, ਜਿਹੜੇ ਸੁਝਾਅ ਸਾਡੇ ਕੋਲ ਆਉਣਗੇ ਉਸ ਮੁਤਾਬਿਕ ਖਰਚ ਕਰਦੇ ਰਹਾਂਗੇ। ਤੇ ਕੁਝ ਭੁੱਲ ਚੁੱਕ ਹੋ ਗਈ ਹੋਏ ਤੇ ਜੀ ਖਿਮਾ ਚਾਹੁੰਦੇ ਹਾਂ, ਤੇ ਅਸੀਂ ਆਉਣ ਵਾਲੇ ਸੈਸ਼ਨਸ ਵਿੱਚ ਹੋਰ ਚੰਗੀ ਤਰ੍ਹਾਂ ਉਹਨਾਂ ਨੂੰ ਕੰਡਕਟ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਮੈਂ ਦੁਬਾਰਾ ਇੱਕ ਗੱਲ ਕਹਿਣਾ ਚਾਹਾਂਗਾ ਕਿ ਇਹ ਪੂਰੀ ਇੱਕ ਕਮਿਊਨਿਟੀ ਦਾ ਪ੍ਰੋਜੈਕਟ ਹੈ, ਕਿਸੇ ਇੱਕ ਸੰਸਥਾ ਦਾ ਜਾਂ ਕਿਸੇ ਇੱਕ ਸ਼ਖਸ ਦਾ ਪ੍ਰੋਜੈਕਟ ਨਹੀਂ ਹੈ। ਤੇ ਅਸੀਂ ਸਾਰੇ ਇਸ ਨੂੰ ਇਸ ਤਰ੍ਹਾਂ ਹੀ ਲਈਏ, ਆਪਣੇ ਜਿਹੜੇ ਸਾਡੇ ਮਤਭੇਦ ਹੈਗੇ ਨੇ ਕਿਸੇ ਵੀ ਆਧਾਰ ਤੇ ਹੋਣ ਤੇ ਉਹਨਾਂ ਨੂੰ ਚੇਤੇ ਨਾ ਰੱਖੀਏ, ਇਸ ਟਾਈਮ ਤੇ ਸਾਰੇ ਇਕੱਠੇ ਹੋ ਕੇ ਕੰਮ ਕਰੀਏ। ਬਹੁਤ ਬਹੁਤ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਮਿਸਟਰ ਰਣਜੀਤ ਸਿੰਘ, ਇਟ ਵਾਸ ਵੈਰੀ ਹੈਲਪਫੁਲ, ਬਹੁਤ ਹੀ ਹੈਲਪਫੁਲ ਇਨਫੋਰਮੇਸ਼ਨ ਦਿੱਤੀ ਹੈ ਤੁਸੀਂ ਸਾਰਿਆਂ ਨੂੰ ਸਾਨੂੰ। ਤੇ ਆਈ ਥਿੰਕ ਮਿਸਟਰ ਪੌਲ ਉਹਨਾਂ ਨੇ ਆਪਣਾ ਹੈਂਡ ਰੇਜ਼ ਕੀਤਾ। ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵਾਹਿ ਖਾਲਸਾ ਵਾਹਿ ਫਤਿਹ ਜੀ। ਬਹੁਤ ਬੁਲਾਰਿਆਂ ਨੇ ਬਹੁਤ ਅੱਛਾ ਸਾਰਿਆਂ ਨੇ ਸੰਬੋਧਨ ਕੀਤਾ। ਸਿਰਫ ਆਪਾਂ ਜ਼ਿਆਦਾ ਜਿਹੜੀ ਇਸ ਟਾਈਮ ਤੇ ਲੋੜ ਆ, ਜਾਣੀ ਕਾਫੀ ਆਪਣੇ ਮਨਾਂ ਦੇ ਵਿੱਚ ਬੜੇ ਘੋੜੇ ਦੌੜਦੇ ਆ ਵੀ ਇੱਥੇ ਕੈਚ 22 ਵੀ ਹੁਣ ਕੀ ਕਰੀਏ, ਲੇਟਰ ਆਨ ਕੀ ਕਰੀਏ। ਜਿਹੜੀਆਂ ਕਈ ਸਿਚੁਏਸ਼ਨਸ ਇੱਦਾਂ ਦੀਆਂ ਆ ਵੀ ਜਿਹਦੇ ਵਿੱਚ ਲੇਟਰ ਆਨ ਅਸੀਂ ਹੈਲਪ ਕਰ ਸਕਦੇ ਹਾਂ। ਦੇਖੋ ਬੱਚੇ ਜਿਹੜਾਂ ਦੇ ਪੇਰੈਂਟਸ ਦੀ ਡੈਥ ਹੋ ਗਈ ਆ ਜਾਂ ਗਰੀਬ ਦੇ ਬੱਚੇ ਆ ਜਾਂ ਕਿੱਦਾਂ, ਉਹ ਤਾਂ ਹਮੇਸ਼ਾ ਲਈ ਸਾਡੇ ਕੋਲ ਰਹਿਣੀਆਂ ਵੀ ਆ, ਕਰਨੀਆਂ ਵੀ ਆ। ਰਣਜੀਤ ਸਿੰਘ ਹੁਣਾਂ ਵਾਸਤੇ ਮੇਰਾ ਇਹ ਕੁਐਸਚਨ ਸੀ ਵੀ ਜਿਹੜਾ ਸਮਾਨ ਸਾਡਾ ਉੱਥੇ ਪਹੁੰਚ ਚੁੱਕਾ, ਲੈਟ ਅਸ ਸੇ ਫਰੋਮ ਫੋਰਨ ਕੰਟਰੀਜ਼, ਉਹਦੇ ਵਿੱਚ ਦਿੱਕਤ ਆ ਰਹੀ ਆ ਉਹਨੂੰ ਡਿਲੀਵਰ ਕਰਨੇ ਦੀ, ਜਾਂ ਉਹ ਫਸਿਆ ਪਿਆ ਜਾਂ ਉਹ ਮਿਸਯੂਜ਼ ਨਾ ਹੋ ਜਾਏ, ਉਹਨੂੰ ਕਿਸ ਢੰਗ ਦੇ ਨਾਲ ਉਹਦੀ ਜਿਹੜੀ ਕੁਇਕ ਜਿਹੜੀ, ਕਿਉਂਕਿ ਦੇਖੋ ਜਿਹੜਾ ਆਪਾਂ ਡੈਥ ਹੋ ਗਈ ਆ ਉਹਦੀ ਆਪਾਂ ਕ੍ਰਿਮੇਸ਼ਨ ਬਾਰੇ ਸੋਚਦੇ ਆ, ਉਹ ਤਾਂ ਆਪਾਂ ਦੇਖੋ ਜੇ ਸੱਚੀ ਸੋਚੀਏ ਉਹ ਖਤਮ ਹੋ ਗਿਆ, ਉਹ ਡਜ਼ਨਟ ਮੈਟਰ, ਮਿੱਟੀ ਆ ਪ੍ਰੈਕਟੀਕਲੀ। ਆਪਾਂ ਜਿਹੜਾ ਅਖੀਰਲੇ ਸਾਹ ਤੇ ਅਸੀਂ ਉਹਦੀ ਕਿੱਦਾਂ ਹੈਲਪ ਕਰ ਸਕਦੇ ਹਾਂ, ਉਹਨੂੰ ਜਲਦੀ ਤੋਂ ਜਲਦੀ ਜਿਹੜੀ ਹੈਲਪ ਹੈ ਉਹ ਕਿਸ ਤਰ੍ਹਾਂ ਪਹੁੰਚਾਈ ਜਾ ਸਕਦੀ ਆ। ਮੇਰਾ ਆਪਣਾ ਵਿਚਾਰ ਇਹ ਆ ਵੀ ਸਭ ਤੋਂ ਜ਼ਿਆਦਾ ਸਾਨੂੰ ਇਸ ਵੇਲੇ ਟਾਈਮਲੀ ਜਿਹੜਾ ਸਭ ਤੋਂ ਵੱਧ ਇਹ ਹੈਲਪ ਦੀ ਲੋੜ ਆ ਵੀ ਕਿਸ ਤਰ੍ਹਾਂ ਸਾਡੇ ਰਣਜੀਤ ਸਿੰਘ ਜੀ, ਕਿਉਂਕਿ ਗਵਰਨਮੈਂਟ ਦੇ ਨਾਲ, ਗਵਰਨਮੈਂਟ ਦੇ EMPLOYEE ਆ, ਉਹਨਾਂ ਦੀ ਕਿੱਦਾਂ ਸਾਡੀ ਹੈਲਪ ਕਰ ਸਕਦੇ। ਇਹ ਮੇਰਾ ਕੋਈ ਕੁਐਸਚਨ ਸੀ। ਮੈਂ ਇਹਨਾਂ ਦੇ ਨਾਲ ਕਾਫੀ, ਅਸੀਂ ਇਹਨਾਂ ਨੂੰ ਮਿਲਦੇ ਜੁਲਦੇ ਰਹੇ ਹਾਂ, PCS ਨਾਲ ਕਨੈਕਟਡ ਆ ਮੈਂ ਵੀ, ਤੇ ਜਾਣੀ ਇਹੀ ਹੋਊਗਾ ਵੀ ਜਲਦੀ ਤੋਂ ਜਲਦੀ ਆਪਾਂ ਕਿੱਦਾਂ ਇਸ ਚੀਜ਼ ਨੂੰ, ਜਿੱਦਾਂ ਖਾਲਸਾ ਏਡ ਦੇ ਥਰੂ ਜਾਂ ਕਿੱਦਾਂ ਵੀ ਉਸ ਚੀਜ਼ ਨੂੰ ਆਪਾਂ ਐਕਟ ਕਰ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਓਕੇ ਜੀ। ਹਾਂਜੀ, ਹਾਂ ਅਸੀਂ ਗਵਰਨਮੈਂਟ ਲੈਵਲ ਤੇ ਵੀ ਉੱਥੇ ਲੋਕਾਂ ਨਾਲ ਕੰਟੈਕਟ ਵਿੱਚ ਹੈਗੇ ਹਾਂ। ਜਿਸ ਤਰ੍ਹਾਂ ਪਿੱਛੇ ਉਹ GST ਦੀ ਪ੍ਰੋਬਲਮ ਆਈ ਸੀ ਤੇ ਉਸਨੂੰ ਗਵਰਨਮੈਂਟ ਲੈਵਲ ਤੇ ਸੋਲਵ ਕਰ ਦਿੱਤਾ ਗਿਆ, ਤੇ ਹੁਣ ਉਸ ਚੀਜ਼ ਉੱਤੇ ਕੋਈ ਉਹ ਟੈਕਸ ਵਗੈਰਾ ਨਹੀਂ ਹੈਗਾ। ਇਸ ਤਰ੍ਹਾਂ ਕਈ ਹੋਰ ਪ੍ਰੋਬਲਮ, ਅਗਰ ਕੋਈ ਕਿਸੇ ਨੂੰ, ਇੱਕ ਤਾਂ ਅਸੀਂ ਕਰਦੇ ਨਾ ਜਨਰਲ ਗੱਲ ਕਿ ਬਹੁਤ ਸਾਰੀਆਂ ਕੰਸਾਈਨਮੈਂਟ ਫਸੀਆਂ ਹੋਈਆਂ ਨੇ, ਤੇ ਇੱਕ ਹੁੰਦੀ ਹੈ ਕਿ ਸਪੈਸੀਫਿਕ ਪ੍ਰੋਬਲਮ, ਕੋਈ ਅਗਰ ਸਪੈਸੀਫਿਕ ਪ੍ਰੋਬਲਮ ਸਾਡੇ ਨੋਟਿਸ ਵਿੱਚ ਲਿਆਈ ਜਾਂਦੀ ਹੈ ਕਿ ਕੋਈ ਉਹ ਉੱਥੇ ਕੰਸਾਈਨਮੈਂਟ ਹੈਲਡ ਅਪ ਹੈਗੀ ਹੈ 에ਅਰਪੋਰਟ ਤੇ ਉੱਥੇ ਅਸੀਂ ਜਿਹੜੀ ਅਥਾਰਟੀਜ਼ ਨੇ, ਕਸਟਮ ਅਥਾਰਟੀਜ਼ ਨੇ ਜਾਂ ਜਿਹੜੀਆਂ ਵੀ ਰੈਲੇਵੈਂਟ ਅਥਾਰਟੀਜ਼ ਨੇ, ਅਸੀਂ ਉਹਨਾਂ ਨਾਲ ਸੰਪਰਕ ਵਿੱਚ ਹੈਗੇ ਹਾਂ। ਤੇ ਉਹ ਸਪੈਸੀਫਿਕ ਪ੍ਰੋਬਲਮ ਜਦ ਸਾਡੇ ਸਾਹਮਣੇ ਆਉਣਗੀਆਂ ਤੇ ਜ਼ਰੂਰ ਮੈਂ ਬਹੁਤ ਹੋਪਫੁਲ ਹਾਂ ਕਿ ਅਸੀਂ ਉਹਨੂੰ ਰਿਜ਼ੋਲਵ ਜਲਦੀ ਤੋਂ ਜਲਦੀ ਕਰ ਲਾਂਗੇ।
ਤੇ ਇਹ ਸਾਡੀ ਕੋਸ਼ਿਸ਼ ਹੈਗੀ। ਹੋ ਸਕਦਾ ਅਸੀਂ ਕਿਤੇ ਸਫਲਤਾ ਨਹੀਂ ਵੀ ਮਿਲੇਗੀ, ਲੇਕਿਨ ਸਾਡੀ ਪੂਰੀ ਕੋਸ਼ਿਸ਼ ਹੈ ਕਿ ਉਸ ਨੂੰ ਕੋਈ ਸਪੈਸੀਫਿਕ ਪ੍ਰੋਬਲਮ ਜਦ ਸਾਡੇ ਨੋਟਿਸ 'ਚ ਲੈ ਜਾਂਦੀ ਹੈ ਤੇ ਉਹਨੂੰ ਜਲਦੀ ਤੋਂ ਜਲਦੀ ਕੰਸੂਲੇਟ ਦੇ ਲੈਵਲ ਤੇ ਐਡਰੈਸ ਕਰਕੇ ਉੱਤੇ ਇੰਡੀਅਨ ਅਥਾਰਟੀਜ਼ ਦੇ ਨੋਟਿਸ 'ਚ ਲਿਆ ਜਾਏ ਔਰ ਰਿਜ਼ੋਲਵ। ਬਾਕੀ ਵੀ ਜਿਨ੍ਹਾਂ ਦੇ ਵੀ ਜੋ ਵੀ ਕੁਐਸਚਨਸ ਨੇ ਉਹ ਆਪਦੇ ਵਿਲ ਗੈਟ ਬੈਕ ਟੂ ਯੂ। ਅਸੀਂ ਸਾਰੇ ਨੋਟ ਡਾਊਨ ਕਰ ਲਿਆ ਤੇ ਵਿਲ ਟਰਾਈ ਟੂ ਗੈਟ ਬੈਕ ਟੂ ਯੂ। ਤੇ ਜਿਹੜਾ ਵੀ ਅੱਜ ਦਾ ਸੈਸ਼ਨ ਹੈ ਉਹਦੀ ਸਾਰੀ ਇਨਫੋਰਮੇਸ਼ਨ PCS ਦੇ ਕੋਵਿਡ ਪੇਜ ਤੇ ਪੋਸਟ ਕਰਤੀ ਜਾਊਗੀ। ਤੇ PCS ਅੱਜ ਤੋਂ GoFundMe ਕੈਂਪੇਨ ਵੀ ਸ਼ੁਰੂ ਕਰ ਰਿਹਾ ਤੇ ਤੁਸੀਂ ਉਹਦੇ ਥਰੂ ਵੀ ਆਪਣਾ ਯੋਗਦਾਨ ਪਾ ਸਕਦੇ ਹੋ ਤੇ ਇਟਸ ਗੋਇੰਗ ਟੂ ਸਪੋਰਟ ਖਾਲਸਾ ਏਡ। ਤੇ ਬਾਕੀ ਹੋਰ ਜਿਹੜੀਆਂ ਆਰਗੇਨਾਈਜੇਸ਼ਨਸ ਦੇ ਲਿੰਕ ਵੀ ਹੋਣਗੇ, ਤੁਸੀਂ ਉਹਨਾਂ ਦੇ ਥਰੂ ਵੀ ਡਾਇਰੈਕਟਲੀ ਉਹਨਾਂ ਆਰਗੇਨਾਈਜੇਸ਼ਨਸ ਨੂੰ ਆਪਣੀ ਸਪੋਰਟ ਭੇਜ ਸਕਦੇ ਹੋ। ਇਹਦੇ ਨਾਲ ਹੀ ਆਪਣਾ ਜਿਹੜਾ ਹੈ ਸੈਸ਼ਨ ਨੂੰ ਮੈਂ ਖਤਮ ਐਂਡ ਕਰਦੀ ਹੋਈ। ਥੈਂਕ ਯੂ ਸੋ ਮਚ ਐਵਰੀਵਨ। ਤੇ ਮਾਨਵਤਾ ਦੀ ਜਿਹੜੀ ਹੈਗੀ ਆ ਹੈਲਪ ਸਭ ਤੋਂ ਜ਼ਿਆਦਾ ਕਹਿੰਦੇ ਨਹੀਂ ਮੰਨੀ ਜਾਂਦੀ ਹੈ, ਉੱਚੀ ਹੈਲਪ ਮੰਨੀ ਜਾਂਦੀ ਹੈ। ਸੋ ਵੀ ਆਲ ਹੈਵ ਟੂ ਬੀ ਯੂਨਾਈਟਿਡ ਇਨ ਦਿਸ। ਇਕੱਲੀ ਸਿੱਖ ਕਮਿਊਨਿਟੀ ਨਹੀਂ, ਆਪਾਂ ਸਾਰੀਆਂ ਕਮਿਊਨਿਟੀਜ਼ ਦੀ ਹੈਲਪ ਕਰਨੀ ਹੈ ਇਹਦੇ ਵਿੱਚ। ਤੇ ਸਾਰੀਆਂ ਆਰਗੇਨਾਈਜੇਸ਼ਨਸ ਦੀ ਬਹੁਤ ਬਹੁਤ ਥੈਂਕਸ ਕਿ ਜਿਹੜੀਆਂ ਕਿ ਵੱਧ ਚੜ ਕੇ ਹੈਲਪ ਕਰ ਰਹੀਆਂ ਤੇ ਅਸੀਂ ਵੀ ਜਿੰਨਾ ਵੀ ਸਾਡੇ ਵੱਲੋਂ ਜੋ ਹੋ ਸਕੇਗਾ ਅਸੀਂ ਪੂਰੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ। ਇਹਦੇ ਨਾਲ ਹੀ ਮੈਂ ਆਪਣੀ ਜਿਹੜੀ ਹੈਗੀ ਅੱਜ ਦੀ ਮੀਟਿੰਗ ਨੂੰ ਐਂਡ ਕਰਦੀ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।